ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਸੋਮਵਾਰ ਦਾ ਦਿਨ ਹੈ, 16 ਨਵੰਬਰ ਹੈ, 2 ਮੱਘਰ ਨਾਨਕ ਸ਼ੈ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਲਗਭਗ 15 ਦਿਨਾਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹੋਇਆ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਸੀ ਕਿ ਸਿਹਤ ਕੋਈ ਸਾਜ਼ਗਾਰ ਨਹੀਂ ਸੀ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ, ਸਿਹਤ ਹਾਲੇ ਪੂਰੀ ਠੀਕ ਨਹੀਂ, ਪਰ ਠੀਕ ਹੋ ਜਾਏਗੀ। ਤੁਹਾਡੀਆਂ ਸ਼ੁਭ ਇਛਾਵਾਂ, ਤੁਹਾਡੀਆਂ ਅਰਦਾਸਾਂ, ਤੁਹਾਡੇ ਦਿਨ ਰਾਤ ਦੇ ਸੁੱਖ ਸੁਨੇਹੇ ਹਰ ਰੋਜ਼ ਸਵੇਰ ਤੋਂ ਆਥਣ ਤੱਕ ਤੁਸੀਂ ਪੁੱਛਦੇ ਰਹੇ, ਅਤੇ ਇਹਦਾ ਦੇਣਾ ਨਹੀਂ ਮੈਂ ਦੇ ਸਕਦਾ, ਕਿਉਂਕਿ ਤੁਹਾਡੇ ਨਾਲ ਮੇਰੀ ਇੱਕ ਸਾਂਝ ਹੈ। ਪਰਿਵਾਰ ਤੋਂ ਉੱਪਰ ਵੱਡਾ ਪਰਿਵਾਰ ਤੁਸੀਂ ਮੇਰਾ, ਜਿਹਦੇ ਕਰਕੇ ਤੁਹਾਡੇ ਦੁੱਖਾਂ ਸੁੱਖਾਂ ਦਾ ਮੈਂ ਸਾਂਝੀ ਤੁਸੀਂ ਮੈਨੂੰ ਮਾਣ ਦਿੱਤਾ ਹੈ। ਅਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਕਿ ਮੈਂ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਥੋੜ੍ਹੀ ਜਿਹੀ ਜਗ੍ਹਾ ਬਣਾਈ ਹੋਈ ਹੈ, ਜਿਹਦੇ ਕਰਕੇ ਤੁਸੀਂ ਪਿਆਰ ਕਰਦੇ ਹੋ। ਮੈਨੇਜਮੈਂਟ ਦਾ ਧੰਨਵਾਦ, ਜਿਨ੍ਹਾਂ ਨੇ ਸਾਂਭ ਕੇ 15 ਦਿਨ ਰੱਖਿਆ, ਅਤੇ ਮੇਰੇ ਤੋਂ ਮੇਰੀ ਗੈਰ ਹਾਜ਼ਰੀ ਦੇ ਵਿੱਚ ਸਮੀਰ ਕੌਸ਼ਲ ਜੀ ਅਤੇ ਹੋਰ ਸਾਰਿਆਂ ਜਿਨ੍ਹਾਂ ਨੇ ਵੀ ਤੁਹਾਡੀ ਸੇਵਾ 'ਚ ਹਾਜ਼ਰੀ ਲਵਾਈ, ਧੰਨਵਾਦ ਹੈ ਸਾਰਿਆਂ ਦਾ। ਸਾਹਿਬ ਦੀ ਕਿਰਪਾ ਹੈ, ਉਹਦੇ ਹਿਸਾਬ ਦੇ ਨਾਲ ਹੀ ਹੈ। ਜ਼ਿੰਦਗੀ ਦੇ ਸੁੱਖ ਦੇ ਨਾਲ ਜ਼ਿੰਦਗੀ ਦੇ ਦੁੱਖ ਵੀ ਨੇ, ਸਦਾ ਹੀ ਇੱਕੋ ਹੀ ਚੀਜ਼ ਨਹੀਂ ਰਹਿੰਦੀ। ਉਹਦੇ ਨਾਲ ਅਤੇ ਤੁਹਾਨੂੰ ਉਹ ਸੁਨੇਹਾ ਦਿੰਦਾ ਕੋਲ ਆ ਕੇ, ਬਈ ਸਿੱਧਿਆਂ ਸ਼ਬਦਾਂ 'ਚ ਬਈ ਬੰਦੇ ਦਾ ਪੁੱਤ ਬਣ, ਸਿੱਧਾ ਰਹਿ, ਘੱਟ ਕੰਮ ਕਰ, ਜ਼ਿੰਦਗੀ ਜਿਉ। ਜਦ ਤੁਸੀਂ ਬਹੁਤ ਕੁਝ ਕਰਨਾ ਲੋਚਦੇ ਹੋ, ਇਹ ਸਵੇਰ ਤੋਂ ਲੈ ਕੇ ਰਾਤ ਤੱਕ ਇੱਕੋ ਹੀ ਕੰਮ 'ਚ ਤੁਰੇ ਫਿਰਦੇ ਹੋ, ਹੁੰਦਾ ਤਾਂ ਉਹ ਵੀ ਉਹਦੀ ਰਜਾ 'ਚ ਹੀ ਹੈ ਜਿਵੇਂ ਉਹਨੇ ਡਿਊਟੀਆਂ ਲਾਈਆਂ, ਪਰ ਇੱਕ ਚੀਜ਼ ਦਾ ਅੱਤ ਖੁਦਾ ਦਾ ਜਿਵੇਂ ਵੈਰ ਕਹਿੰਦੇ ਆ, ਇਸ ਤਰ੍ਹਾਂ ਹੀ ਹੈ। ਉਹ ਵਰਜਦਾ ਤੁਹਾਨੂੰ ਕਿ ਇਸ ਪਲੈਨਟ ਦੇ ਵਿੱਚ ਤੇਰੀ ਜਰਨੀ 'ਤੇ ਇਹ ਕੰਮ ਨਹੀਂ ਹੈ ਕਿ ਤੂੰ ਸਵੇਰ ਤੋਂ ਆਥਣ ਤੱਕ ਕੰਮ ਦੇ ਵਿੱਚ ਫਸਿਆ ਅਤੇ ਸਾਰਾ ਕੁਛ ਹੀ ਛੱਡ ਦੇਵੇਂ। ਅਸਲ ਕਹਾਣੀ ਇਹ ਹੋਈ ਕਿ ਕੋਵਿਡ-19 ਕਰਕੇ ਜਿਮ ਫੈਸਿਲਿਟੀਜ਼ ਕੁਛ ਬੰਦ ਹੋ ਗਈਆਂ, ਜ਼ਿੰਦਗੀ ਦੇ ਵਿੱਚ ਐਕਸਰਸਾਈਜ਼ ਘਟਾ ਦਿੱਤੀ, ਕੰਮ ਵੱਧ ਗਿਆ, ਅਤੇ ਵੱਧਦੇ ਕੰਮ ਨੇ ਫਿਰ ਉਹਨੇ ਠਿੱਬੀ ਲਾਈ। ਉਹ ਕਹਿੰਦਾ ਵੀ ਹੁਣ ਦੱਸ, ਹੁਣ ਤੇਰਾ ਇਹੀ TV, ਇਹੀ ਤੇਰੇ ਰੇਡੀਓ 15 ਦਿਨ ਕਿਹਨੇ ਚਲਾਏ ਨੇ? ਅਤੇ ਸੋ ਅਕਲ ਹੈ, ਅਕਲ ਦਿੰਦਾ ਹੈ ਉਹ। ਪਰ ਇੱਕ ਗੱਲ ਸਭ ਤੋਂ ਵੱਡੀ ਇਹ ਹੈ ਕਿ ਉਸ ਦੀ ਰਜਾ ਦੇ ਵਿੱਚ ਹੀ ਜ਼ਿੰਦਗੀ ਹੈ। ਕੁਝ ਵੀ ਵਰਸ ਹੋ ਸਕਦਾ, ਘੱਟ ਤੋਂ ਵੱਧ ਮਾੜਾ ਹੋ ਸਕਦਾ। ਸੋ ਸਾਹਿਬ ਦੀ ਅਪਾਰ ਕਿਰਪਾ ਹੈ, ਤੁਹਾਡੀ ਸੇਵਾ ਦੇ ਵਿੱਚ ਮੈਂ ਹਾਜ਼ਰ ਹਾਂ। ਆਵਾਜ਼ ਹਲੇ ਥੋੜ੍ਹਾ ਸਮਾਂ ਲੱਗੂਗਾ, 15-20 ਦਿਨ ਦੇ ਵਿੱਚ ਸਿਹਤਯਾਬ ਹੋ, ਕਿਉਂਕਿ ਵਾਇਰਸ ਬਹੁਤ ਖਤਰਨਾਕ ਹੈ। ਇਸ ਤੋਂ ਬਚਿਓ। ਕੋਵਿਡ ਤੋਂ ਤਾਂ ਮੇਰੀ ਬਚਤ ਰਹੇਗੀ, ਪਰ ਕੋਈ ਹੋਰ ਕੰਪਲੀਕੇਸ਼ਨਜ਼ ਜਿਹੜੀਆਂ ਨੇ ਉਹ ਹੋ ਗਈਆਂ, ਜਿਹਦੇ ਕਰਕੇ ਵਾਇਰਸ ਹੀ ਸੀ ਕੋਈ, ਪਰ ਉਸਨੇ ਐਡਾ ਨੈਗੇਟਿਵ ਇਫੈਕਟ ਸਿਹਤ 'ਤੇ ਜ਼ਿੰਦਗੀ ਦੇ 50 ਵਰ੍ਹਿਆਂ 'ਚ ਮੈਂ ਨਹੀਂ ਵੇਖਿਆ। ਤੁਸੀਂ ਪਲੀਜ਼, ਅੱਜ ਆਪਾਂ ਅੱਗੇ ਜਾ ਕੇ ਵੀ ਗੱਲ ਕਰਾਂਗੇ, ਖਿਆਲ ਰੱਖੋ ਸਿਹਤ ਦਾ ਮਿੱਤਰੋ। ਜੇ ਸਿਹਤ ਹੈ ਨਹੀਂ, ਘਰ-ਬਾਰ, ਟੱਬਰ, ਟੀਹਰ, ਮਹਿਲ, ਮਨਾਰੇ, ਪੈਸਾ ਧੇਲਾ, ਗੱਡੀਆਂ ਭੇਡੀਆਂ ਸਭ ਖੜੀਆਂ, ਕੱਖ ਨਹੀਂ ਹੈ, ਅਤੇ ਤੁਹਾਡੀ ਜਾਨ ਦੇ ਤੁਸੀਂ ਉਹ ਜ਼ਿੰਮੇਵਾਰ ਹੋ। ਨਾ ਚਾਹੁੰਦੇ ਹੋਏ ਵੀ ਨਾ ਟੱਬਰ ਕਰ ਸਕਦਾ ਕੁਛ, ਨਾ ਦੋਸਤ ਕਰ ਸਕਦੇ, ਨਾ ਮਿੱਤਰ। ਹਾਂ, ਉਹਨਾਂ ਦੀਆਂ ਅਰਦਾਸਾਂ ਜਿਹੜੀਆਂ ਨੇ, ਦੁੱਖ 'ਚ ਤੁਹਾਨੂੰ ਪਤਾ ਲੱਗਦਾ। ਕਈ ਵਾਰ ਤੁਸੀਂ ਗਰੰਟਿਡ ਤੁਰੇ ਫਿਰਦੇ ਹੋ ਵੀ ਮੈਨੂੰ ਬੜਾ ਪਿਆਰ ਹੈ, ਪਰ ਦੁੱਖ 'ਚ ਪਤਾ ਲੱਗਦਾ ਵੀ ਕਿੰਨਾ ਲੋਕ ਪਿਆਰ ਕਰਦੇ ਆ ਤੁਹਾਨੂੰ। ਗੁਰੂ ਪਾਤਸ਼ਾਹ ਦੀ ਅਪਾਰ ਕਿਰਪਾ ਦੇ ਨਾਲ ਮੈਂ ਵਾਪਸ ਹਾਂ। ਤੁਹਾਡੀ ਸੇਵਾ 'ਚ ਅਰਦਾਸ ਹਲੇ ਵੀ ਰੱਖਿਓ, ਸਾਹਿਬ ਕਿਰਪਾ ਕਰਨ। ਸਾਂਗਰਾ ਸਾਹਿਬ ਵਰਗੇ ਵੱਡੇ ਭਾਈ ਦਿਨ ਰਾਤ ਅਰਦਾਸਾਂ ਕਰਦੇ ਰਹੇ, ਜਿਨ੍ਹਾਂ ਦਾ ਪਿਆਰ ਹੈ। ਚਾਹੇ ਤੁਹਾਡੇ ਨਾਲ ਜ਼ਿੰਦਗੀ 'ਚ ਗੱਲਾਂ ਨਹੀਂ ਵੀ ਹੁੰਦੀਆਂ, ਪਰ ਤੁਹਾਨੂੰ ਪਤਾ ਜਦ ਲੱਗਦਾ ਵੀ ਤੁਹਾਨੂੰ ਚਾਹੁਣ ਵਾਲੇ ਕਿੱਥੇ ਕਿੱਥੇ ਬੈਠੇ ਦੁਨੀਆ ਦੇ ਵਿੱਚੋਂ। ਮੈਨੂੰ ਬਿਮਾਰੀ ਦੇ ਇਸ ਸਮੇਂ ਦੇ ਵਿੱਚ ਰੇਡੀਓ 'ਤੇ ਨਾ ਆਉਣਾ ਰਿਗਰੈਟ ਦੇ ਨਾਲ ਸਭ ਤੋਂ ਵੱਡਾ ਰਿਗਰੈਟ ਇਹ ਸੀ, ਮੈਂ ਤੁਹਾਡੇ ਫੋਨ ਕਾਲ ਦੇ ਮੈਸੇਜ ਦੇ ਜਵਾਬ ਨਹੀਂ ਦੇ ਸਕਿਆ, ਮੈਨੂੰ ਮਾफ़ ਕਰਿਓ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਲੰਮੀ ਲਿਸਟ ਹੈ, ਕੋਸ਼ਿਸ਼ ਕਰਾਂਗਾ ਸਾਰਿਆਂ ਨੂੰ ਵਾਪਸ। ਪਰ ਜੇ ਅੱਜ ਸਾਰਿਆਂ ਨੂੰ ਇੱਕੋ ਜਗ੍ਹਾ ਹਾਜ਼ਰੀ ਲਵਾ ਲਵਾਂ ਤਾਂ ਧੰਨਵਾਦ ਹੈ ਸਾਰਿਆਂ ਦਾ। ਫਿਰ ਇੱਕ ਵਾਰ ਧੰਨਵਾਦ। ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਪੰਜਾਬ ਤੋਂ ਨਵਕਿਰਨ ਸਿੰਘ ਪੱਤੀ ਦੇ ਰਾਹੀਂ ਕਰਾਂਗੇ, ਪੰਜਾਬ ਦੇ ਝਰੋਖੇ ਦੇ ਵਿੱਚੋਂ। ਫਿਰ ਖਬਰਾਂ ਤੋਂ ਬਾਅਦ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੀਆਂ ਗੱਲਾਂ ਬਾਤਾਂ। ਈਲਨ ਮਸਕ ਦੀ ਕੰਪਨੀ 4 ਐਸਟਰੋਨੌਟ ਲੈ ਕੇ ਜਾ ਰਹੀ ਹੈ, ਅਤੇ ਕੈਪਸੂਲਸ ਜਿਹੜੇ ਫਾਲਕਨ ਦੇ ਰਾਹੀਂ ਚਾੜ ਤੇ ਡਰੈਗਨ ਉੱਡਿਆ ਜਾਂਦਾ, ਅਤੇ ਅੱਜ ਆਥਣੇ ਜਾ ਵੜੂਗਾ ਆਪਣੇ ਪੰਧ 'ਤੇ। ਉਸ ਤੋਂ ਬਾਅਦ ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਅੱਜ ਸ਼ਹੀਦੀ ਦਿਵਸ ਹੈ।
16 ਨਵੰਬਰ 1915 ਨੂੰ ਕੌਮ ਦਾ ਮਹਾਨ ਯੋਧਾ 19.5 ਸਾਲ ਦੀ ਉਮਰ ਦੇ ਵਿੱਚ ਇਸ ਸੰਸਾਰ ਤੋਂ ਰੁਖਸਤ ਕਰ ਗਿਆ। ਸਰਾਭਾ ਕਿੱਥੇ ਰਹਿ ਗਿਆ, ਇਹਦੇ ਤੇ ਗੱਲ ਹੋਏਗੀ। ਆਖਰੀ ਘੰਟੇ ਦੇ ਵਿੱਚ ਤੁਸੀਂ ਸ਼ਾਮਲ ਹੋਣਾ, ਜਿੰਨਿਆਂ ਦੀ ਪਕੜ ਹੈ ਇਸ ਵਿਸ਼ੇ ਤੇ ਮੇਰੇ ਨਾਲ ਸ਼ਾਮਲ ਹੋਣਾ, ਰਲ ਮਿਲ ਕੇ ਗੱਲਾਂ ਕਰਾਂਗੇ। ਫੋਨ ਕਾਲ ਵੱਧ ਕਰਿਓ, ਮੈਂ ਘੱਟ ਬੋਲ ਸਕਾਂ, ਤੁਸੀਂ ਬੋਲ ਸਕੋ, ਤਾਂ ਹੌਲੀ ਹੌਲੀ ਗੱਲ ਸੂਤ ਬਹਿ ਜਾਣੀ। ਸ਼ੇਰੇ ਪੰਜਾਬ radio.ca ਤੇ ਵੈਬਸਾਈਟ ਤੇ ਸਿੱਧਾ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। 604-204-0600 ਨੰਬਰ ਹੈ, ਔਨ 에ਅਰ 6042040600 ਤੇ ਇਸ ਦੇ ਨਾਲ ਹੀ ਤੁਸੀਂ ਐਪ ਜਿਹੜਾ ਛੇਤੀ ਤੁਹਾਡੇ ਲਈ ਤਿਆਰ ਹੋ ਜਾਣਾ। ਸੋ ਇਸ ਐਪ ਦੀ ਥੋੜ੍ਹੀ ਵੇਟ ਕਰੋ, ਚੱਲ ਰਿਹਾ ਕੰਮ ਤੇ ਛੇਤੀ ਤੁਹਾਡੀ ਸੇਵਾ ਦੇ ਵਿੱਚ ਐਪ ਜਿਹੜਾ ਹਾਜ਼ਰ ਹੋ ਜਾਣਾ। ਨਾਰੇ ਜੋ ਅਕਾਲ ਦੇ ਨੇ ਰਤ ਵਿੱਚ ਜੋਸ਼ ਨੇ, ਨਾਰੇ ਜੋ ਅਕਾਲ ਦੇ ਨੇ ਰਤ ਵਿੱਚ ਜੋਸ਼ ਨੇ, ਦੇਗਾ ਸੰਗ ਤੇਗਾ ਵੀ ਨੇ ਜੋਸ਼ਾਂ ਵਿੱਚ ਹੋਸ਼ ਨੇ, ਕਿਲਿਆਂ ਨੂੰ ਤੋੜ ਦਿੰਦੇ ਮੂੰਹ ਜੋ ਖਮੋਸ਼ ਨੇ, ਅਕਾਲ ਦਿਓ ਲਾਲ ਯੋਧੇ ਜੰਨਤ ਅਗੋਸ਼ ਨੇ। ਗੁਰੂ ਦਿਆਂ ਵਾਕਾਂ ਨਾਲ ਸਾਹਾਂ ਦੀ ਕੀ ਵੰਡ ਹੈ, ਜਿੱਥੇ ਆ ਕੇ ਗਿਆਨ ਖੰਡ ਗਿਆਨ ਪ੍ਰਚੰਡ ਹੈ, ਨਿਸ਼ਚਾ ਅਡੋਲ ਹੈ ਅਖੰਡ ਹੀ ਅਖੰਡ ਹੈ, ਸੂਰਿਆਂ ਲਈ ਮੌਤ ਚਾਓ ਦੁਸ਼ਟਾਂ ਲਈ ਦੰਡ ਹੈ, ਸੂਰਿਆਂ ਲਈ ਮੌਤ ਚਾਓ ਦੁਸ਼ਟਾਂ ਲਈ ਦੰਡ ਹੈ। ਸੁਰਿੰਦਰ ਸਿੰਘ ਦਾਊ ਮਾਜਰਾ ਲਿਖਦਾ ਹੈ। ਵਾਹਿਗੁਰੂ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਹਾਡਾ ਨਿੱਘਾ ਹਾਰਦਿਕ ਸਵਾਗਤ ਹੈ। ਇੱਕ ਵਾਰ ਫੇਰ ਨਵਕਿਰਨ ਸਿੰਘ ਪੱਤੀ ਸਟੈਂਡ ਬਾਈ ਨੇ ਪੰਜਾਬ ਦੇ ਝਰੋਖੇ ਚੋਂ। ਉਸ ਤੋਂ ਪਹਿਲਾਂ ਇੱਕ ਕਾਲਰ ਨੇ ਸਰਾਜ ਬੂਟਾ ਸਿੰਘ ਕੋਈ ਗੱਲਬਾਤ ਕਰਨੀ ਚਾਹੁੰਦੇ ਨੇ। ਲਾਈਨ ਨੰਬਰ 1 ਸਰਾਜ ਬੂਟਾ ਸਿੰਘ ਜੀ, ਤੁਸੀਂ ਏਅਰ ਤੇ ਹੋ। ਗੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਸ ਜੀ ਇੰਨਾ ਹੀ ਕਹਿਣਾ, ਤੁਹਾਡੀ ਆਵਾਜ਼ ਸੁਣੀ ਬਹੁਤ ਚੰਗਾ ਲੱਗਾ। ਮਹਾਰਾਜ ਤੋਂ ਤੰਦਰੁਸਤੀ ਦੀ ਕਾਮਨਾ ਮੰਗਦੇ, ਕੁੱਲ ਲਗਾਈ ਦੀ ਬਹੁਤ ਹੀ ਚੰਗਾ ਲੱਗਾ ਜੀ ਤੁਹਾਡੀ ਅੱਜ ਆਵਾਜ਼ ਸੁਣ ਲਈ। ਧੰਨਵਾਦ ਜੀ ਸਰਾਜ ਜੀ, ਥੈਂਕ ਯੂ। ਥੈਂਕ ਯੂ। ਪੰਜਾਬ ਤੋਂ ਸਰਾਜ ਨਵਕਿਰਨ ਸਿੰਘ ਪੱਤੀ ਮੇਰੇ ਨਾਲ ਨੇ ਤੇ ਉਹਨਾਂ ਨਾਲ ਗੱਲਾਂ ਬਾਤਾਂ ਪੰਜਾਬ ਦੀਆਂ ਚੱਲਣਗੀਆਂ ਤੇ ਉਸ ਤੋਂ ਬਾਅਦ ਤੁਸੀਂ ਸ਼ਾਮਲ ਹੋਣਾ ਇੱਥੇ ਦੀਆਂ ਖਬਰਾਂ ਤੇ ਆਖਰੀ ਹਿੱਸੇ 'ਚ ਸਰਦਾਰ ਕਰਤਾਰ ਸਿੰਘ ਸਰਾਭਾ ਹੋਰਾਂ ਦੀ ਜ਼ਿੰਦਗੀ ਦੇ ਬਾਰੇ। ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ। ਸਰਾਜ ਨਵਕਿਰਨ ਸਿੰਘ ਪੱਤੀ ਜੀ, ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ। ਨਵਕਿਰਨ, ਹੈਲੋ ਨਵਕਿਰਨ, ਆਵਾਜ਼ ਸੁਣ ਰਹੀ ਹੈ ਤੁਹਾਨੂੰ? ਜੀ 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 ਗੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਰੇਡੀਓ ਸ਼ੇਰੇ ਪੰਜਾਬ ਦੇ ਸਾਰੇ ਧੰਨਵਾਦ ਬਹੁਤ ਬਹੁਤ। ਅੱਜ ਦੀਆਂ ਜਿਹੜੀਆਂ ਮੇਨ ਖਬਰਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਮੌਸਮ ਦੀ ਗੱਲ ਦੱਸੋ। ਕਹਿੰਦੇ ਮੌਸਮ ਪੰਜਾਬ 'ਚ ਬੜਾ ਬਦਲਿਆ। ਜੀ ਗੱਲ ਸਾਹਿਬ, ਪੰਜਾਬ ਦੇ ਵਿੱਚ ਮੌਸਮ ਬੜਾ ਬਦਲਿਆ। ਮੌਸਮ ਇੱਕ ਲੱਟ ਜਿਹੜੀ ਪੰਜਾਬ ਦੇ ਵਿੱਚ ਉਹ ਕੱਲ ਮੀਂਹ ਪਿਆ, ਬਹੁਤ ਤੇਜ਼ ਮੀਂਹ ਦੇ ਨਾਲ ਮਾਲਵੇ ਦੇ ਸਾਡੇ ਖਿੱਤੇ 'ਚ ਗੜੇ ਵੀ ਪਏ। ਗੜਿਆਂ ਦੇ ਨਾਲ ਸਬਜ਼ੀ ਦੀ ਫਸਲ ਦਾ ਬਹੁਤ ਨੁਕਸਾਨ ਹੋਇਆ। ਹਰਾ ਚਾਰਾ ਬਰਸੀਨਾਂ ਬੀਜੀਆਂ ਹੋਈਆਂ ਸੀ, ਸਰਮਾਂ ਦੀਆਂ ਗੰਦਲਾਂ ਤੋੜਤੀਆਂ ਬੱਚਿਆਂ ਗੱਲ ਸਾਹਿਬ ਗੜਿਆਂ ਦੇ ਨੇ। ਔਰ ਮੀਂਹ ਤੇ ਗੜੇ ਦੇ ਹਾਲਾਤ ਨੇ ਜਿਹੜੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਨਿਰਾਸ਼ਾਜਨਕ ਕੀਤਾ ਗਿਆ, ਕਿਉਂਕਿ ਕਣਕ ਦੀ ਫਸਲ ਬੀਜੀ ਜਾ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ ਔਰ ਬਹੁਤ ਸਾਰੇ ਕਿਸਾਨਾਂ ਦੀ ਫਸਲ ਕਰੰਟ ਹੋ ਗਈ ਖੇਤਾਂ ਦੇ ਵਿੱਚ। ਤਾਂ ਇਹ ਹਾਲਾਤ ਨੇ ਜਿਹੜੇ ਉਹ ਮੀਂਹ ਦੇ ਨਾਲ ਟੈਂਪਰੇਚਰ ਦੇ ਵਿੱਚ ਵੀ ਸੇਫਟੀ ਮਿਲੀ ਆ। ਉਹ ਜ਼ਿਆਦਾ ਠੰਡ ਪੰਜਾਬ ਦੇ ਵਿੱਚ ਜਿਵੇਂ ਗੜਿਆਂ ਤੋਂ ਬਾਅਦ ਹੁੰਦੀ ਆ ਉਹ ਹੋ ਗਈ ਆ। ਉੱਤਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬਰਫ਼ਬਾਰੀ ਸ਼ੁਰੂ ਹੋ ਗਈ। ਸ਼ਿਮਲੇ ਦੇ ਆਸ-ਪਾਸ ਕੁਫਰੀ ਦਾ ਜਿਹੜਾ ਏਰੀਆ ਗਾ ਉੱਥੇ ਸਾਰੇ ਬਰਫ਼ਬਾਰੀ ਪੈਣੀ ਸ਼ੁਰੂ ਹੋ ਗਈ। ਜੰਮੂ ਕਸ਼ਮੀਰ ਖੇਤਰ ਦੇ ਵਿੱਚ ਵੀ ਖਬਰਾਂ ਆ ਰਹੀਆਂ ਨੇ ਕਿ ਬਰਫੀਲੇ ਤੂਫਾਨ ਨੇ ਜਿਹੜੇ ਉਹ ਆ ਸਕਦੇ। ਤੇ ਨਵਕਿਰਨ, ਦੀਵਾਲੀ ਕਿਵੇਂ ਰਹੀ? ਦੀਵਾਲੀ ਦੇ ਦਿਨ ਦੀ ਕੋਈ ਘਟਨਾ ਸਵੇਰ ਨੂੰ ਦੂਜੇ ਦਿਨ ਪਿੰਡਾਂ 'ਚ ਆਮ ਅਕਸਰ ਪੁੱਛਦੇ ਦੂਜੇ ਪਾਸਿਓਂ ਤੁਰੇ ਆਉਂਦੇ ਬੰਦੇ ਨੂੰ, ਕਿਵੇਂ ਰਹੀ ਵੀ ਦੀਵਾਲੀ ਤੁਹਾਡੇ ਪਾਸੇ? ਪੰਜਾਬ ਦੀ ਓਵਰਆਲ ਦੀਵਾਲੀ ਕਿਵੇਂ ਰਹੀ? ਕੁਝ ਮੈਂ ਫਤਿਹਗੜ੍ਹ ਸਾਹਿਬ ਦੇ ਨੇੜੇ ਕਿਸੇ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਵੀ ਆਪਣੇ ਲਾਇਸੈਂਸੀ ਰਿਵਾਲਵਰ ਦੇ ਨਾਲ ਮੈਂ ਪੜ੍ਹ ਰਿਹਾ ਸਾਂ ਕਿ ਇਹੋ ਜਿਹੀਆਂ ਘਟਨਾਵਾਂ ਹੋਈਆਂ ਦੀਵਾਲੀ ਤੇ। ਜੀ ਗੱਲ ਸਾਹਿਬ, ਕਈ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਬੱਚੇ ਉੱਤੇ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ। ਜਿਵੇਂ ਅੰਮ੍ਰਿਤਸਰ ਸਾਹਿਬ ਦੇ ਵਿੱਚ 14 ਥਾਵਾਂ ਦੇ ਉੱਤੇ ਅੱਗ ਆ ਗਈ ਜਿਹੜੀ ਉਹ ਲੱਗੀ ਹੈਗੀ। ਇਸੇ ਤਰੀਕੇ ਦੇ ਨਾਲ ਸਾਹਿਬ ਇੱਕ ਥਾਂ ਬੱਚੀ ਆ ਜਿਹੜੀ ਚੌਥੀ ਕਲਾਸ 'ਚ ਪੜ੍ਹਦੀ, ਉਹ
ਪੱਠਿਆਂ ਵਾਲੀ ਕੁਤਰੇ ਵਾਲੀ ਮਸ਼ੀਨ ਦੀ ਲਪੇਟ ਦੇ ਵਿੱਚ ਆ ਕੇ ਦੀਵਾਲੀ ਵਾਲੇ ਦਿਨ ਉਹਦੀ ਮੌਤ ਹੋਈ। ਔਰ ਹੁਸ਼ਿਆਰਪੁਰ ਦੇ ਵਿੱਚ ਇੱਕ ਵਕੀਲ ਤੇ ਉਹ ਆਪਣੀ ਸਹਾਇਕ ਦੇ ਨਾਲ ਆ ਰਿਹਾ ਸੀ, ਅਚਾਨਕ ਕਾਰ ਆ ਜਿਹੜੀ ਰਾਤ ਨੂੰ 10 ਵਜੇ ਸੀਗੇ ਉਹ ਇੱਕ ਦਰਖਤ ਦੇ ਵਿੱਚ ਵੱਜੀ, ਜਿਸ ਤੋਂ ਬਾਅਦ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਦੋਨੇ ਵਕੀਲ ਤੇ ਉਹਦੀ ਸਹਾਇਕ ਕਾਰ ਦੇ ਵਿੱਚ ਹੀ ਜਿਉਂਦੇ ਬਚ ਕੇ ਬਿਲਕੁਲ ਸੜ ਗਏ। ਔਰ ਵਕੀਲ ਵੀ ਨਾਮੀ ਵਕੀਲ ਆ ਹੁਸ਼ਿਆਰਪੁਰ ਦਾ, ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਰਿਹਾ, ਭਗਵੰਤ ਕਿਸ਼ੋਰ ਗੁਪਤਾ। ਸੋ ਇਹ ਘਟਨਾ ਵੀ ਵਾਪਰੀ ਹੈ। ਇਸ ਤੋਂ ਇਲਾਵਾ ਗਿੱਲ ਸਾਹਿਬ ਹੋਰ ਬੜੀਆਂ ਘਟਨਾਵਾਂ ਵਾਪਰੀਆਂ ਨੇ, ਪਟਾਕਿਆਂ ਦੇ ਨਾਲ ਕਈ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ। ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬੱਚੇ ਦੇ ਜਿਹੜਾ ਉਹ ਪੇਟ ਦੇ ਵਿੱਚ ਹਵਾ ਭਰ ਦਿੱਤੀ ਗਈ, ਉਹਦੇ ਨਾਲ ਉਹਦੀ ਮੌਤ ਹੋਈ। ਸੋ ਕਈ ਥਾਵਾਂ ਦੇ ਉੱਤੇ ਜਿਹੜੀਆਂ ਅਜਿਹੀਆਂ ਘਟਨਾਵਾਂ ਨੇ ਦੀਵਾਲੀ ਵਾਲੇ ਦਿਨ ਉਹ ਵਾਪਰੀਆਂ। ਪੰਜਾਬ ਦਾ ਰਾਜਸੀ ਮਾਹੌਲ ਕੀ ਹੈ, ਕੀ ਹੋ ਰਿਹਾ ਹੈ? ਸਿੱਖ ਕਿਸਾਨੀ ਸੰਘਰਸ਼ ਕਿੱਧਰ ਨੂੰ ਜਾ ਰਿਹਾ ਹੈ, ਉਸ ਦੇ ਬਾਰੇ ਕੀ ਲੇਟੈਸਟ ਹੈ? ਜੀ ਗਿੱਲ ਸਾਹਿਬ, ਪੰਜਾਬ ਦਾ ਜਿਹੜਾ ਕਿਸਾਨ ਸੰਘਰਸ਼ ਹੈ ਉਹ ਲਗਾਤਾਰ ਜਿੱਤਾਂ ਦਰਜ ਕਰਦਾ ਹੋਇਆ ਅੱਗੇ ਵੱਧ ਰਿਹਾ ਹੈਗਾ। ਆਪਾਂ ਇਹ ਦੇਖੀਏ ਵੀ ਭਾਰਤੀ ਜਨਤਾ ਪਾਰਟੀ ਵਾਲੇ ਵੱਡੇ ਵੱਡੇ ਆਗੂ ਬਿਆਨ ਦਿੰਦੇ ਸੀ ਕਿ ਇਹ ਕਿਸਾਨ ਨਹੀਂ ਲੜ ਰਹੇ ਜੀ, ਇਹ ਤਾਂ ਕਾਂਗਰਸ ਪਾਰਟੀ ਇਹਨਾਂ ਨੂੰ ਚੱਕ ਰਹੀ ਹੈ, ਤਾਂ ਵਿਚੋਲੀਏ ਨੇ ਜੀ, ਇਹ ਤਾਂ ਕਿਸਾਨ ਹੈ ਹੀ ਨਹੀਂ, ਕਿਸਾਨ ਤਾਂ ਜਿਹੜੇ ਨੇ ਉਹ ਖੇਤਾਂ 'ਚ ਨੇ। ਉਹੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਮੀਟਿੰਗ ਬੁਲਾਉਣੀ ਪਈ, ਬਕਾਇਦਾ ਜਿਹੜੇ ਕਹਿੰਦੇ ਸੀ ਸਾਡੇ ਤਾਂ ਅਫਸਰ ਗੱਲ ਕਰਨਗੇ ਇਹਨਾਂ ਦੇ ਨਾਲ, ਚਿੱਠੀ ਜਾਰੀ ਕੀਤੀ 2 ਮੰਤਰੀਆਂ ਦੇ ਨਾਂ ਤੇ। ਔਰ ਜਦੋਂ ਮੀਟਿੰਗ ਸ਼ੁਰੂ ਹੋਈ 3 ਮੰਤਰੀ ਬਹਿ ਗਏ ਉਹਦੇ 'ਚ ਗਿੱਲ ਸਾਹਿਬ, ਇੱਕ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਇੱਕ ਰੇਲਵੇ ਮੰਤਰੀ ਪਿਊਸ਼ ਗੋਇਲ, ਇੱਕ ਆਪਣੇ ਪੰਜਾਬ 'ਚੋਂ ਹੁਸ਼ਿਆਰਪੁਰ ਏਰੀਏ ਦੇ ਵਿੱਚੋਂ ਮੰਤਰੀ ਹੈਗਾ, ਉਹ ਜਾ ਕੇ ਮੀਟਿੰਗ ਦੇ ਵਿੱਚ ਬੈਠ ਗਿਆ। 3 ਮੰਤਰੀਆਂ ਨੇ ਕਿਸਾਨਾਂ ਦੇ ਨਾਲ ਮੀਟਿੰਗ ਕੀਤੀ ਔਰ ਉਸ ਦੇ ਵਿੱਚ ਕਿਸਾਨਾਂ ਨੇ 2 ਟੁਕ ਕਹਿਤਾ ਕਿ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਖੇਤੀ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ। ਔਰ ਕਿਸਾਨਾਂ ਨੇ ਸਪਸ਼ਟ ਕਿਹਾ ਕਿ ਮਾਲ ਗੱਡੀਆਂ ਚਲਾ ਲਓ, ਕਿਉਂਕਿ ਮਾਲ ਗੱਡੀਆਂ ਬਿਨਾਂ ਗਿੱਲ ਸਾਹਿਬ ਜਿੱਥੇ ਕੋਲਾ ਸਾਰੇ ਥਰਮਲ ਬੰਦ ਨੇ ਪੰਜਾਬ ਦੇ, ਨੈਸ਼ਨਲ ਗ੍ਰਿਡ ਤੋਂ ਪੰਜਾਬ ਬਿਜਲੀ ਖਰੀਦ ਰਿਹਾ ਅੱਜ। ਇਸ ਤੋਂ ਇਲਾਵਾ ਪੰਜਾਬ 'ਚ DAP ਯੂਰੀਏ ਦੀ ਕਮੀ ਖੜੀ ਹੋ ਗਈ, ਖਾਦ ਹੈ ਨਹੀਂ ਖੇਤਾਂ 'ਚ ਪਾਉਣ ਨੂੰ। ਪੰਜਾਬ ਦੀ ਜਿੰਨੀ ਇੰਡਸਟਰੀ ਹੈ ਉਹ ਤਬਾਹੀ ਦੇ ਕੰਢੇ ਦੇ ਉੱਤੇ ਪਹੁੰਚ ਗਈ, ਕੱਚਾ ਮਾਲ ਪੰਜਾਬ ਦੀ ਇੰਡਸਟਰੀ ਨੂੰ ਨਹੀਂ ਆ ਰਿਹਾ। ਉਧਰੋਂ ਹੁਣ ਪਹਾੜਾਂ 'ਚ ਠੰਡ ਪੈਣ ਲੱਗ ਗਈ, ਜੰਮੂ ਕਸ਼ਮੀਰ ਦਾ ਲੇਹ ਲਦਾਖ ਦੇ ਏਰੀਏ 'ਚ ਸਮਾਨ ਨਹੀਂ, ਸਿਆਲਾਂ ਦਾ ਸਮਾਨ ਪਹੁੰਚਣਾ ਸੀ, ਫੌਜੀਆਂ ਦਾ ਜਿਹੜਾ ਆਰਮੀ ਦਾ ਹੋਰ ਬਹੁਤ ਸਾਰਾ, ਕਿਉਂਕਿ 6.5 ਲੱਖ ਦੇ ਲਗਭਗ ਤਾਂ ਆਰਮੀ ਆ ਜਿਹੜੀ ਉਹ ਜੰਮੂ ਕਸ਼ਮੀਰ 'ਚ ਡਿਪਲੋਏ ਕੀਤੀ ਹੋਈ ਹੈ। ਔਰ ਉੱਥੇ ਉਹਨਾਂ ਸਮਾਨ ਜਾ ਰਿਹਾ ਉਹ ਬਾਏ ਰੋਡ ਜਾ ਰਿਹਾ, ਬਾਏ ਰੋਡ ਤਾਂ ਵੱਡੀ ਆ ਇਹੀ ਮਾਲ ਗੱਡੀਆਂ ਲੈ ਜੋ, ਚਾਹੇ ਇੱਥੇ ਸਾਨੂੰ ਕੋੜਾ ਲਿਆਓ ਰੇਹ ਲਿਆਓ, ਪਰ ਪੈਸੇਂਜਰ ਟ੍ਰੇਨਾਂ ਅਸੀਂ ਨਹੀਂ ਚੱਲਣ ਦੇਵਾਂਗੇ। ਸੋ ਅੱਜ ਦੀ ਸਥਿਤੀ ਗਿੱਲ ਸਾਹਿਬ ਇਹ ਹੈ ਕਿ ਕਿਸਾਨ ਐਜੀਟੇਸ਼ਨ ਹੈ ਜਿਹੜੀ ਉਹ ਲਗਾਤਾਰ ਜਿੱਤਾਂ ਦਰਜ ਕਰਦੀ ਹੋਈ ਅੱਗੇ ਵੱਧ ਰਹੀ ਆ। ਹਕੂਮਤ ਨੂੰ ਤਰੇਲੀਆਂ ਲਿਆਂਦੀਆਂ ਪਈਆਂ ਨੇ। ਦੀਵਾਲੀ ਆ ਜਿਹੜੀ ਪਹਿਲਾਂ ਦੁਸ਼ਹਿਰੇ ਦੇ ਤਿਉਹਾਰ ਦੇ ਮੌਕੇ ਤੇ ਰਾਵਣ ਦੀ ਥਾਂ ਤੇ ਨਰਿੰਦਰ ਮੋਦੀ, ਅੰਬਾਨੀ ਤੇ ਅਡਾਨੀ ਦੇ ਪੁਤਲੇ ਫੂਕੇ। ਹੁਣ ਦੀਵਾਲੀ ਆ ਜਿਹੜੀ ਉਹਨਾਂ ਨੇ ਕਿਸਾਨ ਮੋਰਚਿਆਂ 'ਚ ਮਨਾਈ ਆ, ਜਲੇਬੀਆਂ ਬਣਾਈਆਂ ਨੇ ਉੱਥੇ ਔਰ ਉੱਥੇ ਬੈਠ ਕੇ ਮਸ਼ਾਲਾਂ ਬਾਲੀਆਂ ਨੇ, ਨਾਅਰੇ ਲਾਏ ਨੇ ਸਿੱਧੇ ਹਕੂਮਤ ਦੇ ਖਿਲਾਫ ਔਰ ਕਿਹਾ ਗਾ ਪੰਜਾਬ ਦੀ ਜਿਹੜੀ ਇਹ ਕਿਸਾਨ ਐਜੀਟੇਸ਼ਨ ਹੈ ਉਹ ਜਿੱਤ ਦਰਜ ਕਰੂਗੀ। ਹਰ ਹੀਲੀ ਵਾਲੇ ਦਿਨ ਅਸੀਂ ਤਹਈਆ ਕਰਦੇ ਹਾਂ। ਇਹ 27 ਦੀ ਤਿਆਰੀ ਹੈ ਗਿੱਲ ਸਾਹਿਬ। ਟਰਾਲੀਆਂ ਦੇ ਉੱਤੇ ਪੂਰੇ ਤੰਬੂ ਲੈ ਗਏ ਨੇ, ਪਿੰਡਾਂ 'ਚ ਇਕੱਠਾ ਕਰ ਲਿਆ, ਦਾਲਾਂ ਇਕੱਠੀਆਂ ਕਰ, ਪਿੰਡਾਂ 'ਚੋਂ ਸਿਲੰਡਰ ਬਾਲਣ ਇਕੱਠਾ ਕਰ ਲਿਆ। 26 ਤੇ 27 ਨਵੰਬਰ ਜਿਹੜੇ ਦਿਨ ਪਏ ਨੇ ਹਫ਼ਤੇ ਦੇ ਲਗਭਗ, ਲੇਕਿਨ ਕਿਸਾਨ ਇਸ ਤੋਂ ਪਹਿਲਾਂ ਉਹ ਕਹਿੰਦੇ ਦਿੱਲੀ ਨੂੰ ਕੂਚ ਕਰਾਂਗੇ। ਭਾਰਤੀ ਕਿਸਾਨ ਯੂਨੀਅਨ ਗਰਾਹਾਂ ਦੇਖ ਲਿਆ, ਉਹ ਕਹਿੰਦੇ ਅਸੀਂ ਪਾਸੇ ਖਨੌਰੀ ਤੋਂ ਇੱਕ ਡੱਬ ਵਾਲੇ ਤੋਂ ਵੱਡੀ ਥਾਵਾਂ ਮਿਸ ਲਈਆਂ। ਜਿਹੜੀ ਆਬਜ਼ਰਵੇਸ਼ਨ ਹੈ ਗਿੱਲ ਸਾਹਿਬ ਉਹ ਇਉਂ ਲੱਗਦੀ ਹੈ ਵੀ ਦਿੱਲੀ ਜਾਣ ਤੋਂ ਪਹਿਲਾਂ ਹਰਿਆਣਾ ਆਉਂਦਾ, ਹਰਿਆਣੇ 'ਚ ਜਿਹੜੀ ਹਕੂਮਤ ਆ ਉਹ ਭਾਜਪਾ ਦੀ ਆ, ਉਹਨਾਂ ਦਾ ਉਹ ਦਿੱਲੀ ਕਿਸੇ ਗਲਤ ਚੀਜ਼ ਜਾਣ ਦੇਣਗੇ। ਦਿੱਲੀ ਵਾਲੇ ਪਹਿਲੇ ਹੀ ਲਗਾਤਾਰ ਦੇ ਰਹੇ ਨੇ ਕਿ ਦਿੱਲੀ ਦੇ ਕਿਸਾਨ ਉਹਨਾਂ ਦਾ ਬਹਾਨਾ ਹੈਗਾ ਖੈਰ ਕੋਲੇ। ਸੋ ਇਸ ਕਰਕੇ ਹੁਣ ਸਥਿਤੀ ਸਾਹਿਬ ਇਹ ਬਣਨੀ ਹੈ ਵੀ 26-27 ਨਵੰਬਰ ਨੂੰ ਪੰਜਾਬ 'ਚੋਂ ਲੱਖਾਂ ਦੀ ਟਰੈਕਟਰ ਟਰਾਲੀਆਂ ਦਾ ਕੰਮ ਔਰ ਵਾਲੇ ਬਾਰਡਰ ਤੇ ਰੋਕਣਗੇ। ਕਿਸਾਨਾਂ ਨੇ ਵੀ ਤੈਅ ਕਰ ਲਿਆ ਵੀ ਵਾਪਸ ਨਹੀਂ ਹੁਣ ਮੁੜਦੇ, ਰਾਸ਼ਨ ਲੈ ਕੇ ਚੱਲੇ ਆ, ਸਾਜੋ ਸਮਾਨ ਲੈ ਕੇ ਚੱਲੇ ਆ। ਰੇਲਾਂ ਹੀ ਬੰਦ ਨੇ, ਜਿਹੜਾ ਸੜਕੀ ਆਵਾਜਾਈ ਆ ਜਿੰਨੇ ਨੇ ਦਿੱਲੀ ਕਣੀ ਨੂੰ ਆਉਂਦੇ ਨੇ, ਪੰਜਾਬ ਤੋਂ ਬਾਹਰ ਨਿਕਲਦੇ ਨੇ, ਉਹ ਸਾਰੇ ਬੰਦ ਕਰ ਦੇਣੇ ਨੇ ਅਣਮਿੱਥੇ ਸਮੇਂ ਲਈ। ਜਦੋਂ ਤਾਂ ਬੰਦ ਨਾ ਪੰਜਾਬ ਤੋਂ ਸਬਜ਼ੀਆਂ ਦਿੱਲੀ ਨੂੰ ਜਾਣ ਤੇ ਨਾ ਉਧਰੋਂ ਸਮਾਨ ਇੱਧਰ ਨੂੰ ਆਵੇ। ਜਦੋਂ ਜੰਮੂ ਕਸ਼ਮੀਰ ਦੇ ਨਾਲੋਂ ਤੇ
ਨੇ ਇੰਡੀਆ ਦਾ ਜਿਹੜਾ ਇੱਕ ਬੈਂਸ ਭਰਾਵਾਂ ਨੇ ਹਰੀਕੇ ਪੱਤਣ ਤੋਂ ਕੋਈ ਮਾਰਚ ਸ਼ੁਰੂ ਕੀਤਾ ਹੈ, ਉਹ ਕੀ ਕਹਿ ਰਹੇ ਨੇ? ਲੱਗਦਾ ਨਵਕਿਰਨ ਸਿੰਘ ਉਹਨਾਂ ਦੀ ਕੋਈ ਫੋਨ ਦੇ ਵਿੱਚ ਗੜਬੜ ਹੈ। ਦੁਬਾਰਾ ਟਰਾਈ ਕਰਦੇ ਹਾਂ ਜੀ, ਹੁਣੇ ਆਉਣਾ ਵਾਪਸ। ਨਵਕਿਰਨ ਸਿੰਘ ਪੱਤੀ ਉਹਨਾਂ ਨਾਲ ਪੰਜਾਬ 'ਚ ਗੱਲਬਾਤ ਚੱਲ ਰਹੀ ਸੀ ਤੇ ਕੁਛ ਮੁਸ਼ਕਲ ਸੀ ਲਾਈਨ ਦੇ ਵਿੱਚ। ਦੁਬਾਰਾ ਟਰਾਈ ਕਰਦੇ ਹਾਂ। ਨਵਕਿਰਨ, ਆਵਾਜ਼ ਕਲੀਅਰ ਆ ਹੁਣ? ਜੀ ਗੱਲ ਸਾਹਿਬ, ਹੁਣ ਆਵਾਜ਼ ਬਿਲਕੁਲ ਕਲੀਅਰ ਹੈ। ਠੀਕ ਹੈ। ਮੈਂ ਬੈਂਸ ਭਰਾਵਾਂ ਦੀ ਗੱਲ ਕਰ ਰਿਹਾ ਸੀ ਕਿ ਹਰੀਕੇ ਪੱਤਣ ਤੋਂ ਉਹਨਾਂ ਨੇ ਕੋਈ ਮਾਰਚ ਕੱਢਿਆ। ਜੀ ਗੱਲ ਸਾਹਿਬ, ਬੈਂਸ ਭਰਾਵਾਂ ਨੇ ਲੋਕ ਇਨਸਾਫ ਪਾਰਟੀ ਵੱਲੋਂ ਪੰਜਾਬ ਅਧਿਕਾਰ ਯਾਤਰਾ ਜਿਹੜੀ ਉਹ ਅੱਜ ਸ਼ੁਰੂ ਕੀਤੀ ਹੈ। ਹਰੀਕੇ ਪੱਤਣ ਤੋਂ ਚੰਡੀਗੜ੍ਹ ਤੱਕ ਇਹ ਯਾਤਰਾ ਚੱਲਣੀ ਹੈ। 16 ਨਵੰਬਰ ਤੋਂ 19 ਨਵੰਬਰ ਤੱਕ ਪੂਰੇ ਪੰਜਾਬ ਦਾ ਗੇੜਾ ਇਹਨਾਂ ਨੇ ਕੱਢਣਾ ਹੈ। ਗਿੱਲ ਸਾਹਿਬ ਅੱਜ ਇਹਨਾਂ ਨੇ ਹਰੀਕੇ ਪੱਤਣ ਤੋਂ ਚੱਲੇ ਸੀ, ਮਖੂ, ਫਿਰੋਜ਼ਪੁਰ, ਕੋਟੀ, ਸੇਖਾਂ, ਧਰਮਕੋਟ ਹੁੰਦੇ ਹੋਏ ਮੋਗੇ ਰਾਤ ਰੁਕੇ ਨੇ। ਸਵੇਰੇ 17 ਨਵੰਬਰ ਨੂੰ ਇਹ ਮੋਗੇ ਤੋਂ ਚੱਲਣਗੇ, ਨਿਹਾਲ ਸਿੰਘ ਵਾਲਾ, ਬਾਘਾ ਪੁਰਾਣਾ, ਮੁੱਦਕੀ ਹੁੰਦੇ ਹੋਏ ਆਉਣਗੇ। ਉਸ ਤੋਂ ਬਾਅਦ ਫਿਰ ਇਹ 18 ਨਵੰਬਰ ਨੂੰ ਦਮਦਮਾ ਸਾਹਿਬ ਤੋਂ ਚੱਲਣਗੇ। ਤੋਂ 19 ਨਵੰਬਰ ਤੋਂ ਜਿਹੜਾ ਇਹ ਪਟਿਆਲਾ ਤੋਂ ਬਹਾਦਰਗੜ੍ਹ, ਰਾਜਪੁਰਾ ਹੁੰਦੇ ਹੋਏ ਚੰਡੀਗੜ੍ਹ ਪਹੁੰਚਣਗੇ। ਸੋ ਇਹ ਵੱਡਾ ਕਾਫਲਾ ਲੈ ਕੇ ਜਾ ਰਹੇ। ਇਹਨਾਂ ਦੀ ਇੱਕੋ ਹੀ ਮੰਗ ਹੈ ਗਿੱਲ ਸਾਹਿਬ, ਜਿਹੜੀ ਇਹ ਪੰਜਾਬ ਅਧਿਕਾਰ ਯਾਤਰਾ ਇਹਨਾਂ ਨੇ ਸ਼ੁਰੂ ਕੀਤੀ ਹੈ, ਉਹਦਾ ਸਲੋਗਨ ਇਹਨਾਂ ਨੇ ਦਿੱਤਾ ਹੈ, ਸਾਡਾ ਖੇਤ, ਸਾਡਾ ਪਾਣੀ, ਸਾਡੇ ਹੱਕ। ਉਹਦੇ 'ਚ ਮੰਗ ਕਰ ਰਹੇ ਨੇ ਵੀ ਜਾਂ ਤਾਂ ਸਾਡੇ ਪਾਣੀ ਦਾ ਰਾਜਸਥਾਨ ਤੋਂ, ਦਿੱਲੀ ਤੋਂ ਮੁੱਲ ਵਸੂਲਿਆ ਜਾਵੇ, ਜੇ ਮੁੱਲ ਨਹੀਂ ਵਸੂਲਣਾ ਪਾਣੀ ਬੰਦ ਕਰ ਦਿਓ ਉਹਨਾਂ ਨੂੰ ਦੇਣਾ। ਸੋ ਇਹ ਸਿੱਧੀ ਇਹਨਾਂ ਦੀ ਇੱਕੋ ਇੱਕ ਮੰਗ ਜਿਹੜੀ ਲੈ ਕੇ ਬੈਂਸ ਭਰਾ ਤੁਰੇ ਨੇ। ਜੀ ਗਿੱਲ ਸਾਹਿਬ, ਮੇਰੇ ਪਿੰਡਾਂ ਦੇ ਬਿਲਕੁਲ ਨਾਲ 1 ਕਿਲੋਮੀਟਰ ਪਿੰਡ ਆ ਗੁਰਦੀਪ ਦਾ, ਰਾਣੋਂ ਦਾ। ਬਹੁਤ ਕੁਝ ਜ਼ਿੰਦਗੀ ਦਾ ਉਹਦਾ ਨੇੜਿਓਂ, ਕਿਉਂਕਿ ਪਿੰਡਾਂ ਦੇ ਹੋਣ ਕਰਕੇ ਸਾਨੂੰ ਪਤਾ ਕਿ 2010 ਤੋਂ 10 ਸਾਲਾਂ ਦਾ ਉਹਦਾ ਇਤਿਹਾਸ ਤੇ ਉਹਦੇ ਪਰਿਵਾਰ ਸਾਰੀ ਜਾਣਕਾਰੀ ਹੈ ਤੇ ਸਭ ਨੂੰ ਪਤਾ ਸੀ ਏਰੀਏ ਦੇ ਵਿੱਚ ਕੀ ਹੋ ਰਿਹਾ। ਪਹਿਲਾਂ 17 ਤੱਕ ਜਦ ਸਰਕਾਰ ਰਹੀ ਹੈ ਤਾਂ ਅਕਾਲੀ ਦਲ ਵੱਲੋਂ ਉਸ ਨੂੰ ਨੇੜੇ ਰੱਖਿਆ ਗਿਆ ਤੇ ਉਸ ਤੋਂ ਬਾਅਦ ਹੁਣ ਆਲਮੋਸਟ 4 ਸਾਲ ਹੋ ਗਏ ਪੋਲੀਟੀਕਲ ਪਾਰਟੀਆਂ ਦੇ ਵਿੱਚ ਉਹਦਾ ਸੈਟਅਪ ਸੀ। ਇਹ ਤਾਂ ਕੁਦਰਤ ਹੈ ਕਿ ਉਹ ਗੇਟ 'ਚ ਚੜ੍ਹ ਗਿਆ, ਨਹੀਂ ਤਾਂ ਜਿਵੇਂ ਬਾਬਿਆਂ ਦਾ ਉਹ ਚੇਲਾ ਤੇ ਬਾਬੇ ਉਹਦੇ ਆਲੇ ਦੁਆਲੇ ਨੇ ਤੇ ਬਾਬੇ ਉਹਦੀ ਆ ਕੇ ਕੋਠੀ ਦੀ ਰੱਖ ਕੇ ਗਏ ਨਹੀਂ, ਤੇ ਬਾਬਿਆਂ ਕਰਕੇ ਹੀ ਉਹ ਜਿਉਂ ਚੱਲਿਆ ਉਹਦਾ ਪੰਜਾਬ। ਸੌਰੀ, ਜਦ ਇੱਕ ਵਾਰ ਉਹ ਜੇਲ੍ਹ ਗਿਆ, ਆਮ ਇੱਕ ਘਰ ਦਾ ਮੁੰਡਾ ਕਰੋੜਾਂ 'ਚ ਚਲੇ ਗਿਆ ਤੇ ਆਪ ਐਡਿਕਟ ਵੀ ਹੋ ਗਿਆ। ਆਪ ਉਹ ਡਰੱਗ ਐਡਿਕਟ ਆ ਪਿਛਲੇ 4 ਸਾਲਾਂ ਦਾ, ਤੇ ਇਵੈਂਚੁਅਲੀ ਕਿਤੇ ਗੱਲ ਉਹ ਜਾਣੀ ਨਹੀਂ ਸੀ। ਜੇ ਨਾ ਫੜ ਹੁੰਦਾ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਉਹਦਾ ਹਾਲ ਮਾੜਾ ਸੀ। ਹੁਣ ਉਹਦੇ ਬਾਰੇ ਰਾਜਸੀ ਜਿਹੜੀਆਂ ਮੈਂ ਚੈਨਲ ਸੁਣਦਾ, 40 ਮਿੰਟ ਜੀ, 30 ਮਿੰਟ ਜੀ, ਮੈਂ ਅੰਮ੍ਰਿਤਸਰੋਂ ਚਲੇ ਗਿਆ, ਮੈਂ ਪਿੰਡ ਰਾਣੋਂ 'ਚ ਫਿਰਦਾ, ਮੈਂ ਉਹ ਰਾਤ ਜਿਹੜੇ ਪੱਤਰਕਾਰ ਨੇ, ਹੁਣ ਜਿਹੜਾ 150 ਕਿਲੋਮੀਟਰ ਦੂਰ ਬੈਠਾ ਉਹਨੇ ਕੀ ਕਰਨਾ ਹੈ ਕਿ ਉੱਥੇ ਕੀ ਪਤਾ? ਉਹ ਤਾਂ ਪਿੰਡ ਦੇ ਵਿੱਚ ਪਿੰਡ ਦੇ ਘੀਰਿਆਂ ਨੂੰ ਪਤਾ ਹੁੰਦਾ ਵੀ ਕੀ ਹੋ ਰਿਹਾ, ਕਿਵੇਂ ਹੋਇਆ ਤੇ ਕੀ ਕਹਾਣੀ ਹੈ। ਪਰਿਵਾਰ ਤੀਜੀ ਪੀੜ੍ਹੀ ਤੋਂ ਅਸੀਂ ਜਾਣਦੇ ਹਾਂ ਵੀ ਲੰਬੜਦਾਰਾਂ ਦਾ ਪਰਿਵਾਰ ਵਧੀਆ ਪਰਿਵਾਰ ਸੀ। ਉਹ ਨਹੀਂ ਹੈ ਪਰਿਵਾਰ ਮਾੜਾ ਸੀ, ਬਜ਼ੁਰਗ ਚੰਗੇ ਸੀ। ਦਰਸ਼ਨ ਸਿੰਘ ਲੰਬੜਦਾਰ ਉਹਨੀ ਚੰਗਾ ਪਰਿਵਾਰ ਸੀ, ਜ਼ਮੀਨ ਜਾਇਦਾਦ ਬਹੁਤ ਸੀ, ਰਫਲਾਂ ਰੱਖਣੀਆਂ, ਘੋੜੀਆਂ ਰੱਖਣੀਆਂ। ਅਖੀਰ ਜ਼ਮੀਨ ਥੋੜ੍ਹੀ ਬਹੁਤੀ ਵਿਕ ਗਈ, ਪਰ ਬਾਕੀ ਪਰਿਵਾਰ ਸਾਰਾ ਵਧੀਆ ਕੰਮ ਕਰ ਰਿਹਾ। ਇਹਦੇ ਹੱਥ ਕਹਾਣੀ ਆ ਗਈ ਤੇ ਜਿਹਦੇ ਹੱਥ ਉੱਥੇ ਕਹਾਣੀ ਆ ਜਾਂਦੀ ਆ ਉਹ ਰੇਸ ਪੂਰੀ ਦੱਬਦਾ ਤੇ ਅਖੀਰ ਵੱਡਾ ਘਰ ਕਹਿੰਦਾ। ਮੈਂ 2013 'ਚ ਮਿਲਿਆ, ਪਿੰਡ ਟੂਰਨਾਮੈਂਟ ਤੇ ਆਇਆ ਤੇ ਗੱਲਾਂ ਬੈਠਾ ਛੋਟਾ ਮੇਤੋਂ ਵੱਡੇ ਘਰ ਨਾਲ ਫਿਰ ਆਪਣੀ ਗੱਲ ਪੈ ਗਈ। ਬਾਦਲਾਂ ਦੇ ਪਰਿਵਾਰ ਨੂੰ ਵੱਡਾ ਘਰ ਕਹਿੰਦਾ ਹੁੰਦਾ ਸੀ ਤੇ ਆਪਣੇ ਜਲਾਲਾਬਾਦ ਦਾ ਅਕਾਲੀ ਲੀਡਰ, ਪਤਾ ਨਹੀਂ ਕੀ ਉਹਦਾ ਲਾਸਟ ਨੇਮ, ਮੁੰਡਾ ਜਿਹੜਾ ਉੱਥੇ ਮੇਨ ਇੰਚਾਰਜ ਆ, ਉਹਦੇ ਨਾਲ ਅਸੀਂ ਠੇਕੇ ਉੱਧਰ ਲੈਂਦੇ ਹਾਂ। ਫਿਰ ਵੱਡੇ ਘਰ ਨਾਲ ਬੜੇ ਭਾਈ ਆਪਣੀ ਸੱਥਰੀ ਪੈ ਗਈ, ਚਾਚਾ ਜੀ ਸੱਚ। ਤੇ ਇਵੈਂਚੁਅਲੀ ਇਹ ਗੜਬੜ ਹੋ ਗਈ। ਹੁਣ ਹਲੇ ਵੀ ਇਹਦੇ 'ਚੋਂ ਬਹੁਤ ਕੁਝ ਲੁਕ ਜਾਣਾ। STF ਦਾ ਮੁਖੀ ਜੇ ਸਿਰ ਤੇ ਖੜ ਗਿਆ ਹਰਪ੍ਰੀਤ ਸਿੱਧੂ ਤਾਂ ਕੁਝ ਹੋ ਜੂ, ਨਹੀਂ ਇਹ ਸਵਾ ਸ਼ੱਕਰ ਸੇਵੀਆਂ ਇਹ ਗੱਲ ਹੋ ਜਾਣੀ ਆ, ਮੈਨੂੰ ਜਿਵੇਂ ਲੱਗਦਾ। ਪਰ ਕੀ ਹੁਣ ਹਰਪਾਲ ਸਿੰਘ ਚੀਮੇ ਹੋਣੀ ਕੀ ਕਹਿੰਦੇ ਆ ਬਈ ਕੌਣ ਰਿਜ਼ਾਈਨ ਦਵੇ, ਕੀ ਗੱਲ ਚੱਲੀ ਹੈ? ਜੀ ਗੱਲ ਸਾਹਿਬ, ਦੇਖੋ ਹਰਪਾਲ ਸਿੰਘ ਚੀਮਾ ਨੇ ਅੱਜ ਹੀ ਕੁਝ ਘੰਟੇ ਪਹਿਲਾਂ ਜਦੋਂ ਆਪਾਂ ਗੱਲ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਉਹਨੇ ਫੋਟੋਆਂ ਨਸ਼ਰ ਕੀਤੀਆਂ। ਹਰਪਾਲ ਸਿੰਘ ਚੀਮਾ ਨੇ ਫੋਟੋਆਂ ਇਸੇ ਰਾਣੋਂ ਵਾਲੇ ਸਾਬਕਾ ਸਰਪੰਚ ਗੁਰਦੀਪ ਸਿੰਘ ਦੀਆਂ
ਬਿਕਰਮਜੀਤ ਮਜੀਠੀਏ ਦੇ ਨਾਲ, ਸੁਖਬੀਰ ਬਾਦਲ ਦੇ ਨਾਲ, ਵੱਡੇ ਵੱਡੇ ਅਕਾਲੀ ਆਗੂਆਂ ਦੇ ਨਾਲ ਤਸਵੀਰਾਂ, ਕਿਉਂਕਿ ਉਹ ਅਕਾਲੀ ਦਲ ਦਾ ਆਗੂ ਵੀ ਰਿਹਾਗਾ, ਉਹਨੇ ਜਨਤਕ ਕੀਤੀਆਂ। ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਉਹਨੇ ਹਰਪਾਲ ਸਿੰਘ ਚੀਮਾ ਨੇ ਰੱਖੀ, ਉਹ ਰੱਖੀ ਕਿ ਸਭ ਨੂੰ ਪਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਜਿਹੜਾ ਸਲਾਹਕਾਰ ਹੈ ਕੈਪਟਨ ਸੰਦੀਪ ਸੰਧੂ, ਮੁੱਲਾਪੁਰ ਦਾਖਾਂ ਵਾਲਾ ਏਰੀਆ ਉਹਨੂੰ ਸੰਭਾਇਆ ਹੋਇਆ, ਉਹਦੇ ਨਾਲ ਉਹਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਜਨਤਕ ਕੀਤੀਆਂ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ OSD ਹੈ ਅੰਕਿਤ ਬਾਂਸਲ, ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਦਾ ਹੀ ਫੋਨ ਚੱਕਦਾ ਦੱਸਦੇ ਆ, ਜਾਂ ਕੈਪਟਨ ਸੰਧੂ ਦਾ ਚੱਕਦਾ, ਤਾਂ ਇਹ ਦੋਨਾਂ ਦੇ ਨਾਲ ਉਹਦੀਆਂ ਤਸਵੀਰਾਂ ਨੇ, ਜਿਹਦੇ ਤੋਂ ਸਿੱਧਾ ਇਸ਼ਾਰਾ ਜਿਹੜਾ ਹਰਪਾਲ ਸਿੰਘ ਚੀਮਾ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਕਰੀ ਕਰਿਆ। ਉਹ ਕਹਿੰਦੇ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਗੁਟਕਾ ਸਾਹਿਬ ਦੇ ਉੱਤੇ ਹੱਥ ਰੱਖ ਕੇ, ਮੈਨੂੰ ਮੁੱਖ ਮੰਤਰੀ ਬਣਾ ਦਿਓ, 4 ਹਫ਼ਤਿਆਂ 'ਚ ਲੱਕ ਤੋੜ ਦੂੰ ਨਸ਼ਿਆਂ ਦਾ। 3.5 ਸਾਲ ਹੋ ਗਏ ਮੁੱਖ ਮੰਤਰੀ ਬਣਿਆ ਨੂੰ, 4ਥਾ ਸਾਲ ਚੱਲ ਰਿਹਾ। ਤਾਂ ਅਜਿਹੇ ਦੌਰ ਦੇ ਵਿੱਚ ਉਹਨਾਂ ਦੇ ਨੱਕ ਦੇ ਥੱਲੇ ਕਿਵੇਂ ਇੱਕ ਮੁੰਡੜਾ ਜਿਹਾ ਜਿਹੜਾ ਉਹ ਐਡਾ ਵੱਡਾ ਨਸ਼ੇ ਦਾ ਸੌਦਾਗਰ ਬਣਿਆ, ਔਰ ਉਹਨੂੰ ਪਾਇਲਟ ਜਿਪਸੀਆਂ ਲੰਘਦੀਆਂ ਉਹਦੇ ਗੱਡੀਆਂ ਦਾ ਸ਼ੌਕੀਨ, ਕਿੱਲੇ 'ਚ ਕੋਠੀ ਗਿੱਲ ਸਾਹਿਬ ਤੁਸੀਂ ਤਾਂ ਵੱਧ ਜਾਣਦੇ ਹੋਗੇ, ਨੇੜੇ ਤੁਹਾਡੇ ਤਾਂ ਬਿਲਕੁਲ। ਤਾਂ ਅਜਿਹੀ ਹਾਲਤ ਦੇ ਵਿੱਚ ਹੁਣ ਹਰਪਾਲ ਚੀਮੇ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ ਇਸ ਵਿਸ਼ੇ ਦੇ ਉੱਤੇ, ਔਰ ਜਿਹੜੇ ਉਹਨਾਂ ਦੇ ਅੰਕਿਤ ਬਾਂਸਲ ਤੇ ਕੈਪਟਨ ਸੰਦੀਪ ਸੰਧੂ ਨੇ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਸਭ ਤੋਂ ਨੇੜਲੇ 2 ਬੰਦੇ, ਉਹਨਾਂ ਦੋਨਾਂ ਦੇ ਉੱਤੇ ਇਹਦਾ ਕੇਸ ਚਲਾ ਕੇ ਮਸਲੇ ਦੀ ਜਾਂਚ ਹੈ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਕੁੱਲ ਮਿਲਾ ਕੇ ਹਰਪਾਲ ਚੀਮਾ ਕਹਿਣ ਨਾ ਕਹਿਣ, ਹਕੀਕਤ ਇਹ ਹੈ ਕਿ ਇਸ ਹਮਾਮ ਮੇ ਸਭ ਨੰਗੇ। ਜਿਹੜੇ ਸ਼ੈਲਟਰ ਆ ਉਹ ਅਕਾਲੀ ਹਕੂਮਤ ਵੀ ਕਰਦੀ ਆਈ ਹੈ, ਨਸ਼ੇ ਦੇ ਸੌਦਾਗਰਾਂ ਨੂੰ ਸ਼ੈਲਟਰ ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹਕੂਮਤ ਵੀ ਕਰ ਰਹੀ ਆ। ਜਗਜ਼ਾਰ ਹੋ ਰਹੀਆਂ ਨੇ ਗੱਲਾਂ ਜੀ। ਅੱਛਾ, ਪੰਜਾਬ ਤੋਂ ਬਾਹਰ ਨੂੰ ਚੱਲੀਏ। ਕਲੇਸ਼ ਜਿਹੜਾ ਸਿੱਬਲ ਤੇ ਗਲਹੋਤ ਦਾ ਕੀ ਪਿਆ, ਉਹਦੇ ਬਾਰੇ ਦੱਸੋ, ਤੇ ਫਿਰ ਨਿਤਿਸ਼ ਕੁਮਾਰ ਤੇ ਗੱਲ ਝਾੜਦੇ ਆ ਜਾ ਕੇ। ਜੀ ਗੱਲ ਸਾਹਿਬ, ਦੇਖੋ ਜਿਹੜਾ ਸਿੱਬਲ ਹੋਰਾਂ ਨੇ ਗੱਲ ਰੱਖੀ ਹੈ, ਅੱਜ ਤੋਂ ਕੁਝ ਮਹੀਨੇ ਪਹਿਲਾਂ ਵੀ ਸਿੱਬਲ ਹੋਰਾਂ ਨੇ ਗੱਲ ਰੱਖੀ ਸੀ, ਜਦੋਂ ਕਾਂਗਰਸ ਪਾਰਟੀ ਦਾ ਦੁਬਾਰੇ ਸੈਸ਼ਨ ਚੱਲ ਰਿਹਾ ਸੀਗਾ ਕਿ ਹੁਣ ਪ੍ਰਧਾਨ ਕਿਹਨੂੰ ਬਣਾਇਆ ਜਾਵੇ, ਤਾਂ ਕਪਿਲ ਸਿੱਬਲ ਨੇ ਗੱਲ ਰੱਖੀ ਸੀਗੀ ਕਿ ਪ੍ਰਧਾਨ ਬਣਾਉਣਾ ਗਾਂਧੀ ਪਰਿਵਾਰ ਤੋਂ ਬਾਹਰਲਾ ਬਣਾ ਲਓ ਜੇ ਕਾਂਗਰਸ ਬਚਾਉਣੀ ਆ। ਤਾਂ ਕਪਿਲ ਸਿੱਬਲ ਦੇ ਪੱਖ ਦੇ ਵਿੱਚ ਪੰਜਾਬ 'ਚ ਤਾਂ ਇੱਕੋ ਹੀ ਚਿਹਰਾ ਆਇਆ ਸੀ, ਉਹ ਸੀ ਬੀਬੀ ਰਜਿੰਦਰ ਕੌਰ ਭੱਠਲ, ਤੇ ਪੰਜਾਬ ਤੋਂ ਬਾਹਰੋਂ ਕਾਫੀ ਗਿਣਤੀ ਦੇ ਵਿੱਚ ਜਿਹੜੇ ਚਿਹਰੇ ਨੇ ਉਹ ਕਪਿਲ ਸਿੱਬਲ ਨਾਲ ਜੁੜ ਗਏ ਸੀ। ਤੇ ਉਦੋਂ ਬਾਅਦ ਪ੍ਰਧਾਨ ਤਾਂ ਗਾਂਧੀ ਪਰਿਵਾਰ 'ਚੋਂ ਕਿਹਨੂੰ ਬਣਾਉਣਾ ਸੀ, ਲਿਆ ਕੇ ਸੋਨੀਆ ਗਾਂਧੀ ਤੇ ਫਿਰ ਗੁਨਾਹ ਪੈ ਗਿਆ। ਪਰ ਫਿਰ ਉਸ ਤੋਂ ਬਾਅਦ ਹੀ ਕਪਿਲ ਸਿੱਬਲ ਹੋਰਾਂ ਨੂੰ ਕਾਰਨਰ ਕਰ ਦਿੱਤਾ ਗਿਆ। ਹੁਣ ਜਦੋਂ ਇਹਨਾਂ ਨੂੰ 19 ਸੀਟਾਂ ਮਿਲੀਆਂ ਨੇ ਸਿਰਫ ਬਿਹਾਰ ਦੇ ਵਿੱਚ, ਔਰ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਵੀ ਬਾਰ-ਬਾਰ ਉਹਨੂੰ ਇਹੀ ਲੱਗੀ ਜਾਂਦਾ ਵੀ ਕਾਂਗਰਸ ਨਾਲ ਮੈਂ ਆੜੀ ਪਾ ਕੇ ਆਪਦੀਆਂ ਜਿਹੜੀਆਂ ਸੀਟਾਂ 4 ਆਉਣੀਆਂ ਸੀ ਉਹ ਵੀ ਗਵਾ ਲਈਆਂ, 17 'ਚ 19 ਲੈ ਕੇ ਗਏ। ਉੱਥੇ ਗੱਲ ਸਭ ਆਪਾਂ ਨਿਤਿਸ਼ ਕੁਮਾਰ ਦੀ ਅੱਗੇ ਚੱਲ ਕੇ ਗੱਲ ਕਰਦੇ ਹਾਂ ਵੀ ਕਾਂਗਰਸ ਵਾਲੇ ਜਦੋਂ 19 'ਚੋਂ ਪ੍ਰਧਾਨ ਚੁਣਦੇ ਸੀ ਕੌਣ ਹੋਵੇ, ਇੱਕ ਦੂਜੇ ਨਾਲ ਲਪੜੋ ਲਪੜੀ ਹੋ ਗਏ, ਇਹ ਕੱਲ ਦੀ ਗੱਲ ਹੈ। ਤਾਂ ਉਸ ਤੋਂ ਬਾਅਦ ਹੁਣ ਕਪਿਲ ਸਿੱਬਲ ਨੇ ਜਿਹੜਾ ਬਿਆਨ ਦਿੱਤਾ, ਕਪਿਲ ਸਿੱਬਲ ਕਹਿੰਦਾ ਅਜੇ ਵੀ ਮੰਥਨ ਕਰ ਲਓ, ਅਜੇ ਵੀ ਸੋਚ ਲਓ ਕਿ ਕਾਂਗਰਸ ਪਾਰਟੀ ਨੂੰ ਜੇ ਬਚਾਉਣਾ ਗਾ, ਜੇ ਇਸ ਹਾਲਤ ਦੇ ਵਿੱਚ ਦੁਬਾਰੇ ਆਉਣਾ, ਤਾਂ ਘੱਟੋ ਘੱਟ ਜਿਹੜੇ ਚਿਹਰੇ ਅਜਿਹੇ ਅੱਗੇ ਲਿਆਓ ਜਿਹੜੇ ਐਨਰਜੈਟਿਕ ਨੇ। ਕਿਉਂਕਿ ਹੁਣ ਤਾਂ ਗੱਲਾਂ ਬਰਾਕ ਓਬਾਮਾ ਨੇ ਵੀ ਚੱਕ ਜ਼ਾਹਰ ਕਰਤੀਆਂ। ਬਰਾਕ ਓਬਾਮਾ ਨੇ ਜਿਹੜਾ ਕਮੈਂਟ ਕੀਤਾ, ਆਪਦੀ ਕਿਤਾਬ ਉਹਨਾਂ ਦੀ ਕੱਲ ਨੂੰ ਰਿਲੀਜ਼ ਹੋਣੀ ਹੈ ਹਜੇ, ਉਹਦਾ ਰਿਵਿਊ ਨਿਊਯਾਰਕ ਟਾਈਮਜ਼ ਵਿੱਚ ਛਪਿਆ, ਉਹਦੇ 'ਚ ਉਹਨੇ ਕਹਿਤਾ, ਕਹਿੰਦਾ ਵੀ ਰਾਹੁਲ ਗਾਂਧੀ ਇੱਕ ਅਜਿਹਾ ਸਟੂਡੈਂਟ ਹੈ ਜਿਹੜਾ ਐਨਰਜੈਟਿਕ ਨਹੀਂ ਹੈਗਾ, ਜਿਹਦੇ ਕੋਲ ਨਾ ਯੋਗਤਾ ਨਾ ਸਮਰੱਥਾ ਹੈਗੀ, ਔਰ ਉਹ ਇਸ ਹਾਲਤ ਦੇ ਵਿੱਚ ਹੈ। ਤਾਂ ਅਜਿਹੇ ਦੇ ਵਿੱਚ ਕਪਿਲ ਸਿੱਬਲ ਨੇ ਕਮੈਂਟ ਕੀਤਾ। ਲੇਕਿਨ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਆ ਜਿਹੜਾ, ਉਹ ਇਸ ਵਿਸ਼ੇ ਦੇ ਉੱਤੇ ਗਾਂਧੀ ਪਰਿਵਾਰ ਦੇ ਪੱਖ 'ਚ ਉਤਰਿਆ। ਉਹ ਕਹਿੰਦਾ ਵੀ ਪਹਿਲਾਂ ਵੀ ਏਦਾਂ ਦੇ ਹਾਲਤ ਆਏ, ਉਹ 68 ਵੇਲੇ ਹੋਇਆ, 99 ਵੇਲੇ ਹੋਇਆ, 70 ਵੇਲੇ ਹੋਇਆ, ਲੇਕਿਨ ਕਾਂਗਰਸ ਫਿਰ ਰਿਵਾਈਵ ਹੋਈ। ਕਹਿੰਦਾ ਇਸ ਕਰਕੇ ਅੰਦਰਲੀਆਂ ਗੱਲਾਂ ਨੇ ਕਪਿਲ ਸਿੱਬਲ ਦੇ, ਸਗੋਂ ਦੀ ਉਹਨੇ ਕਮੈਂਟ ਆ ਜਿਹੜੇ ਸ਼ੁਰੂ ਕਰਤੇ। ਕੋਈ ਵਾਦ ਵਿਵਾਦ ਲੱਗਦਾ ਆਉਣ ਵਾਲੇ ਦਿਨਾਂ 'ਚ ਵਧੂਗਾ। ਹੁਣ ਚਰਚਾ ਤਾਂ ਇਹ ਵੀ ਚੱਲ ਪਈ ਕਿ ਕੀ ਕਾਂਗਰਸ ਭਾਜਪਾ ਦਾ ਬਦਲ ਹੋ ਸਕਦੀ ਆ। ਜੀ ਗੱਲ ਸਾਹਿਬ, ਬਿਹਾਰ ਦੀਆਂ ਜਿਹੜੀਆਂ ਚੋਣਾਂ 'ਚ ਨਿਤਿਸ਼ ਨੂੰ ਜਿਹੜਾ ਸਾਈਡ ਲਾਈਨ ਕਰ ਦਿੱਤਾ ਹੈ, ਬੀਜੇਪੀ ਦੀ ਇੱਕ ਹੋਰ ਰਣਨੀਤੀ ਹੈ, ਇਹਦੇ ਹਿਸਾਬ ਨਾਲ ਉਹ ਕਰਨਗੇ। ਜਿਵੇਂ ਬੰਬੇ ਦੇ ਵਿੱਚ ਅਰਣਬ ਗੋਸਵਾਮੀ ਬਿਠਾਇਆ ਹੋਇਆ, ਉੱਥੇ ਸ਼ੁਰੂ ਕੀਤਾ ਹੈ। ਪੰਜਾਬ ਦੇ ਵਿੱਚ ਵੀ ਇੱਕ ਬਹੁਤ ਵੱਡੀ ਜਿਹੜੀ ਹੈ ਮੁਹਿੰਮ ਪਰਦੇ ਦੇ ਪਿੱਛੇ ਚੱਲ ਰਹੀ ਹੈ, ਜਿਹਦਾ ਓਵਰਸੀਜ਼ ਜਿਹਦੀ ਕਹਾਣੀ ਹੈ, ਤੇ ਅਗਲੇ ਸਾਲ ਦੇ ਜੂਨ ਜੁਲਾਈ ਦੇ ਵਿੱਚ ਜਾ ਕੇ ਪਤਾ ਲੱਗੂ ਬੀਜੇਪੀ ਕਿੱਥੇ ਖੜਦੀ ਹੈ। ਪਰ 22 ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਵੱਡੀ ਇੱਕ ਗੱਲਬਾਤ ਚੱਲੇਗੀ। ਹਾਲੇ ਕੁਛ ਨਹੀਂ ਦਿਖ ਰਿਹਾ, ਉੱਥੇ ਆਪਣੀ ਆਪਣੀ ਡੱਫ ਵੱਜ ਰਹੀ ਹੈ, ਪਰ ਬਹੁਤ ਕੁਝ ਚੱਲ ਰਿਹਾ। ਇੰਨੇ ਛੇਤੀ ਕੀਤੇ ਜ਼ਿਆਦਾ ਇੰਨੇ ਜ਼ੋਰ ਦੇ ਵਿੱਚ ਬੀਜੇਪੀ ਹੋਵੇ ਉਹ ਹੱਥ ਨਹੀਂ ਫੜਾਉਂਦੀ। ਤੇ ਬਿਹਾਰ ਦੇ ਵਿੱਚ ਫਿਰ ਉਹਦਾ ਮੁਲਾਂਕਣ ਕਿਵੇਂ ਕਰਦੇ ਹੋ? ਨਿਤਿਸ਼ ਕਿੱਥੇ ਖੜਾ ਹੁਣ?
ਜੀ ਗਿੱਲ ਸਾਹਿਬ, ਦੇਖੋ ਅੱਜ ਨਿਤਿਸ਼ ਕੁਮਾਰ ਨੇ ਭਾਵੇਂ ਬਤੌਰ ਮੁੱਖ ਮੰਤਰੀ ਸਹੁੰ ਚੱਕ ਲਈ, ਨਿਤਿਸ਼ ਕੁਮਾਰ 7ਵੀਂ ਵਾਰ ਬਿਹਾਰ ਦਾ ਅੱਜ ਮੁੱਖ ਮੰਤਰੀ ਬਣ ਗਿਆ, ਪਰ ਨਿਤਿਸ਼ ਕੁਮਾਰ ਦੇ ਇਸ ਹਾਲਤ ਦੇ ਵਿੱਚ ਨਹੀਂ ਹੈਗਾ ਕਿ ਹੁਣ ਉਹਦੀਆਂ ਪੌਂਵਾਰਾਂ ਨੇ, ਕਿਉਂਕਿ ਜਦੋਂ ਮੁੱਖ ਮੰਤਰੀ ਦੀ ਸਹੁੰ ਚੱਕ ਰਿਹਾ ਸੀ ਨਾਲ ਹੀ 2 ਉਪ ਮੁੱਖ ਮੰਤਰੀ ਭਾਜਪਾ ਦੇ ਸਹੁੰ ਚੱਕ ਰਹੇ ਸੀ। ਸੋ ਨਿਤਿਸ਼ ਕੁਮਾਰ ਦੇ ਖੱਬੇ ਸੱਜੇ ਭਾਜਪਾ ਨੇ 2 ਉਪ ਮੁੱਖ ਮੰਤਰੀ ਨੇ ਜਿਹੜੇ ਡਿਪਟੀ ਚੀਫ ਮਿਨਿਸਟਰ ਉਹ ਲਾ ਦਿੱਤੇ ਨੇ। ਔਰ ਅਗਲੀ ਗੱਲ ਇਹ ਕਿ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਆਗੂ ਸੀ ਬਿਹਾਰ ਦਾ ਲਲਿਤ ਮੋਦੀ, ਉਹਨੂੰ ਚੱਕ ਕੇ ਜਿਹੜਾ ਉਹ ਪਾਸੇ ਕਰ ਦਿੱਤਾ। ਔਰ ਅਜਿਹੇ ਦੇ ਵਿੱਚ ਜਿਹੜੀ ਹਾਲਤ ਇਹ ਬਣਾਤੀ ਗਿੱਲ ਸਾਹਿਬ ਵੀ ਉਹ 4 ਵਾਰ ਮੋਦੀ ਆ ਜਿਹੜਾ ਉਹ ਉਪ ਮੁੱਖ ਮੰਤਰੀ ਰਿਹਾ। ਪਿਛਲੇ 15 ਸਾਲਾਂ ਤੋਂ ਨਿਤਿਸ਼ ਕੁਮਾਰ ਜਦੋਂ ਮੁੱਖ ਮੰਤਰੀ ਬਣਦਾ ਸੀ ਮੋਦੀ ਨਾਲ ਉਪ ਮੁੱਖ ਮੰਤਰੀ ਬਣਦਾ ਸੀ, ਹੁਣ ਉਹਨੂੰ ਪਾਸੇ ਕਰਤਾ। ਉਹਦੀ ਥਾਂ ਦੇ ਉੱਤੇ ਅਜਿਹੇ ਚਿਹਰੇ ਨੂੰ ਲਿਆ ਕੇ ਉਪ ਮੁੱਖ ਮੰਤਰੀ ਬਣਾਤਾ ਜਿਹੜਾ ਕਦੇ ਮੰਤਰੀ ਵੀ ਨਹੀਂ ਬਣਿਆ, ਉਹਨੂੰ ਸਿੱਧਾ ਲਿਆ ਕੇ ਪੈਰਾਸ਼ੂਟ ਰਾਹੀਂ ਉਪ ਮੁੱਖ ਮੰਤਰੀ ਬਣਾਤਾ। ਔਰ ਮੋਦੀ ਨੂੰ ਕਹਤਾ ਕਿ ਤੂੰ ਭਾਈ ਚੱਲ ਹੁਣ ਜਾਂ ਤਾਂ ਉਹਨੂੰ ਕੇਂਦਰ ਚ ਲਿਜਾਣਗੇ ਜਾਂ ਫਿਰ ਗਿੱਲ ਸਾਹਿਬ ਇਉਂ ਲੱਗਦਾ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਤਾਂ ਸਾਡੀ ਮਾਰਗਦਰਸ਼ਕ ਟੀਮ ਹੈ, ਇੱਕ ਸ਼ੋਅ ਪੀਸ ਚ ਰੱਖਣ ਵਾਲੇ ਜਿਵੇਂ ਲਾਲ ਕ੍ਰਿਸ਼ਨ ਅਡਵਾਨੀ ਨੂੰ, ਜੋਸ਼ੀ ਨੂੰ, ਇੱਕ ਪੂਰੀ ਦੀ ਪੂਰੀ ਟੀਮ ਜਿਹੜੀ ਇਹਨਾਂ ਨੇ ਪੁਰਾਣੇ ਬਜ਼ੁਰਗਾਂ ਦੀ, ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਆਗੂਆਂ ਦੀ ਉਹ ਰੱਖੀ ਆ, ਉਹਦੇ ਚ ਲਿਜਾ ਕੇ ਸ਼ਾਮਲ ਕਰ ਲਿਆ। ਤਾਂ ਹੁਣ ਭਾਵੇਂ ਨਿਤਿਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਸਹੁੰ ਚੱਕ ਲਈ, ਲੇਕਿਨ ਅੰਕੜਿਆਂ ਦੇ ਵਿੱਚ ਵੀ ਬਹੁਤ ਫਰਕ ਦਿੰਦਾ ਹੈ। ਭਾਰਤੀ ਜਨਤਾ ਪਾਰਟੀ ਦੇ 74 MLA ਜਿੱਤੇ ਨੇ ਔਰ ਨਿਤਿਸ਼ ਕੁਮਾਰ ਦੇ ਨੇ ਜਿਹੜੇ 43 MLA ਨੇ। ਤਾਂ ਇਹ ਜਿਹੀ ਹਾਲਤ ਵੀ ਆ। ਦੂਸਰਾ ਇਹ ਕਿ ਜਦੋਂ ਅੱਜ 15 ਮੰਤਰੀਆਂ ਨੂੰ ਸਹੁੰ ਚੁਕਾਈ ਹੈ, ਉਹਦੇ ਚ ਨਿਤਿਸ਼ ਕੁਮਾਰ ਦਾ ਜਿਹੜਾ ਸਭ ਤੋਂ ਵਿਰੋਧੀ ਜਤਨ ਰਾਮ ਮਾਝੀ, ਉਹਦੇ ਮੁੰਡੇ ਨੂੰ ਵੀ ਜਿਹੜੀ ਚੱਕ ਕੇ ਸਹੁੰ ਮੰਤਰੀ ਦੀ ਚੁਕਾਤੀ, ਜਿਹਦੇ ਤੋਂ ਇਉਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨਿਤਿਸ਼ ਕੁਮਾਰ ਨੂੰ ਹੁਣ ਮੁੱਖ ਮੰਤਰੀ ਤਾਂ ਇਹਨਾਂ ਨੇ ਬਣਾ ਲਿਆ, ਪਰ ਐਨਡੀਏ ਦੇ ਵਿੱਚੋਂ ਅਜੇ ਤੱਕ ਉਹ ਪਾਸਵਾਨ ਦਾ ਮੁੰਡਾ ਗਾ ਜਿਹੜਾ ਚਿਰਾਗ ਪਾਸਵਾਨ, ਉਹਨੂੰ ਵੀ ਬਾਹਰ ਦਾ ਰਸਤਾ ਨਹੀਂ ਦਿਖਾਇਆ, ਕਿਉਂਕਿ ਨਿਤਿਸ਼ ਕੁਮਾਰ ਨੂੰ ਸਭ ਤੋਂ ਵੱਧ ਸੀਟਾਂ ਦੇ ਉੱਤੇ ਹਰਾਉਣ ਵਾਲਾ ਚਿਰਾਗ ਪਾਸਵਾਨ ਦੀ ਟੀਮ ਆ। ਉਹ ਆਪ ਭਾਵੇਂ ਨਹੀਂ ਜਿੱਤਿਆ, ਲੇਕਿਨ ਜਿਸ ਤਰੀਕੇ ਦੇ ਨਾਲ ਗੁਰਚਰਨ ਸਿੰਘ ਟੌਹੜਾ ਹੋਰਾਂ ਨੇ ਬਾਦਲਾਂ ਦੇ ਖਿਲਾਫ 13 ਬੰਦੇ ਖੜੇ ਕੀਤੇ ਸੀ, ਉਵੇਂ ਲਿਜਾ ਕੇ ਉਹਨੇ ਬੰਦੇ ਖੜੇ ਕੀਤੇ ਬਿਹਾਰ ਦੇ ਵਿੱਚ, ਔਰ ਉਸੇ ਤਰੀਕੇ ਦੇ ਨਾਲ ਉਹਨੇ ਨਿਤਿਸ਼ ਕੁਮਾਰ ਨੂੰ ਜਿਹੜਾ ਕਾਰਨਰ ਕਰਤਾ। ਸੋ ਬੀਜੇਪੀ ਇਸ ਹਾਲਤ ਦੇ ਵਿੱਚ ਅਮਰਵੇਲ ਦੀ ਤਰ੍ਹਾਂ ਗਿੱਲ ਸਾਹਿਬ ਵੀ ਜਿਹੜੀ ਵੀ ਪਾਰਟੀ ਨਾਲ ਉਹ ਗੱਠਜੋੜ ਕਰਦੀ ਹੈ ਉਹਨੂੰ ਕਾਰਨਰ ਕਰ ਦਿੰਦੀ ਹੈ। ਸੋ ਹੁਣ ਨਿਤਿਸ਼ ਕੁਮਾਰ ਭਾਵੇਂ ਮੁੱਖ ਮੰਤਰੀ ਬਣ ਗਿਆ, ਪਰ ਉਹਦੀ ਹਾਲਤ ਪਹਿਲਾਂ ਵਾਲੀ ਨਹੀਂ ਹੈ। ਨਿਤਿਸ਼ ਕੁਮਾਰ ਦੇ ਮੁੱਖ ਮੰਤਰੀ ਬਣਨ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਅੱਜ ਟਵੀਟ ਕੀਤੇ, ਜਿਹਦੇ ਸਭ ਤੋਂ ਨੇੜਲਾ ਜਿਹੜਾ ਵਿਅਕਤੀ ਰਿਹਾ ਗਾ ਕਿਸੇ ਸਮੇਂ ਪ੍ਰਸ਼ਾਂਤ ਕਿਸ਼ੋਰ, ਜਿਹੜਾ ਨੂੰ ਇਹ ਵੀ ਕਿਹਾ ਜਾਂਦਾ ਵੀ ਉਹ ਤਾਂ ਜੀ ਬੜਾ ਤਕੜਾ ਖਿਡਾਰੀ ਹੈ ਸਿਆਸਤ ਦਾ, ਉਹਨੇ ਵੀ ਟਵੀਟ ਕੀਤਾ। ਉਹ ਕਹਿੰਦਾ ਵੀ ਇਹ ਸਿਰਫ ਤੇ ਸਿਰਫ ਇੱਕ ਨਾਂ ਦਾ ਮੁੱਖ ਮੰਤਰੀ ਹੋਊਗਾ ਨਿਤਿਸ਼ ਕੁਮਾਰ, ਭਾਰਤੀ ਜਨਤਾ ਪਾਰਟੀ ਦਾ ਮਨੋਨੀਤ ਮੁੱਖ ਮੰਤਰੀ ਹੋਊਗਾ। ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਨੇ ਵੀ ਕਮੈਂਟ ਕੀਤਾ, ਈਵਨ ਚਿਰਾਗ ਪਾਸਵਾਨ ਨੇ ਵੀ ਕਮੈਂਟ ਕੀਤਾ ਕਿ ਦੇਖਦੇ ਆ ਵੀ ਤੁਸੀਂ ਐਨਡੀਏ ਰਾਹੀਂ ਹੀ ਆਪਣਾ ਕਾਰਜਕਾਲ ਸਮਾਪਤ ਕਰੋਗੇ। ਨਿਤਿਸ਼ ਕੁਮਾਰ ਬਾਰੇ ਇਹ ਵੀ ਚੱਲਦਾ ਵੀ ਜੇ ਭਾਜਪਾ ਵਾਲਿਆਂ ਨੇ ਉਹਨੂੰ ਬਾਹਲਾ ਤੰਗ ਕੀਤਾ, ਉਹਨੇ ਕੋਈ ਬਾਹਲਾ ਪ੍ਰੈਸ਼ਰ ਵੀ ਨਹੀਂ ਮੰਨਣਾ, ਫਿਰ ਉਹਨੇ ਜਾ ਕੇ ਲਾਲੂ ਦੇ ਮੁੰਡੇ ਨੂੰ ਕਹਿ ਦੇਣਾ ਵੀ ਅੱਜ ਆਪਾਂ ਸਰਕਾਰ ਬਣਾਈਏ। ਕੀ ਗੱਲ ਸਾਹਿਬ? ਬਿਲਕੁਲ, ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੋ ਸਕਦਾ ਉੱਥੇ। ਧੰਨਵਾਦ ਅੱਜ ਦੇ ਇਸ ਸੈਗਮੈਂਟ ਲਈ, ਤੇ ਕੱਲ ਨੂੰ ਫਿਰ ਦੁਬਾਰਾ ਗੱਲਬਾਤ ਹੋਏਗੀ। ਸ਼ੁਭ ਸ਼ਾਮਾਂ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਖਬਰਾਂ ਦੇ ਵਿੱਚ ਪਿਛਲੇ 10 ਦਿਨਾਂ ਦੇ ਵਿੱਚ ਜਿਹੜੀ ਖਬਰ ਬਹੁਤ ਚੱਲ ਰਹੀ ਹੈ ਤੇ ਬਹੁਤ ਗੱਲਾਂ ਬਾਤਾਂ ਹੋ ਰਹੀਆਂ ਨੇ ਗੁਰਦੀਪ ਸਿੰਘ ਸਰਪੰਚ ਰਾਣੋ ਦੀ। ਉਹ ਪੰਜਾਬ ਦੇ ਵਿੱਚੋਂ ਪੱਤਰਕਾਰ ਤੇ ਜਿੰਨੇ ਚੈਨਲ ਨੇ ਉਹ ਆਪਣੇ ਵੱਲੋਂ ਜਿੰਨਾ ਕੁ ਉਹਨਾਂ ਨੂੰ ਮਿਲਦਾ ਹੈ ਉਹ ਛਾਪੀ ਜਾਂਦੇ ਨੇ। ਕੀ ਹੋਇਆ, ਜਿਵੇਂ ਮਤਲਬ ਸਾਹ ਲੈ ਕੇ ਜਿਹੜਾ ਸਾਹ ਜਿਹਾ ਕੱਢ ਕੇ ਬੋਲਦੇ ਹੁੰਦੇ ਨੇ, ਇੱਕੋ ਤਰੀਕੇ ਨਾਲ ਬੋਲਦੇ ਆ, ਸਾਰੇ ਪਿੰਡ 'ਚ ਤੁਰੇ ਫਿਰਦੇ ਆ। ਗੱਲ ਇਹ ਆ ਵੀ ਪੰਜਾਬ ਦੇ ਉਸ ਸੈਟਅਪ ਦੇ ਵਿੱਚ ਨਾ ਪੈਸੇ ਦਾ ਤੇ VVIP ਕਲਚਰ ਦਾ ਜ਼ੋਰ ਇੰਨਾ ਵੀ ਜਿਹਦੇ ਵੀ ਉੱਥੇ ਪੈਰ 'ਚ ਬਟੇਰਾ ਆ ਜਾਂਦਾ ਉਹ ਫਿਰ ਤਰੀ ਨਾਲ ਰੋਟੀ ਖਾਂਦਾ। ਹੁਣ ਇਹ ਮੁੰਡੂ ਜਿਹੜਾ ਹੁਣ 35 ਕੁ ਸਾਲ ਉਮਰ ਹੋਊ, 38 ਹੋਊ ਵੱਧ ਤੋਂ ਵੱਧ, ਵਧੀਆ ਪਰਿਵਾਰ ਰਾਣੋ ਗਿੱਲਾਂ ਦੇ ਘਰ ਨੇ, 20-25 ਛੋਟਾ ਪਿੰਡ ਹੈ ਤੇ ਬਿਲਕੁਲ ਨਾਲ ਗੁੱਠ ਤੇ ਆ ਸਾਡੇ 1 ਕਿਲੋਮੀਟਰ ਤੇ 1.5 ਕਿਲੋਮੀਟਰ ਪਿੰਡ ਤੋਂ, ਤੇ ਮੇਨ ਕੋਲ ਦੀ ਸੜਕ ਜਿਹੜੀ ਆਪਣੇ ਖੰਨਾ ਤੋਂ ਅਹਿਮਦਗੜ੍ਹ ਵਾਲੀ ਸੜਕ ਲੰਘਦੀ ਹੈ। ਮੇਨ ਵੱਡਾ ਪੁਲ ਹੈ ਗੋਰਿਆਂ ਦਾ ਬਣਾਇਆ, ਡੂਮ ਦਾ ਪੁਲ ਜਿਹਨੂੰ ਕਹਿੰਦੇ ਸੀ। ਨਹਿਰ ਦੇ ਉੱਪਰ ਪਿੰਡ ਹੈ, ਖੱਬੇ ਬੰਨੇ ਜਦੋਂ ਪਾਣੀ ਵੱਲ ਨੂੰ ਤੁਰੇ ਜਾਂਦੇ ਆ, ਖੱਬੇ ਬੰਨੇ ਛੋਟੀ ਕਢਾਣੀ ਆ, ਸੱਜੇ ਬੰਨੇ ਰਾਣੋ ਹੈ, ਪਿਛਲੇ ਪਾਸੇ ਮੇਰਾ ਪਿੰਡ ਨਾਲ ਵੱਡੀ ਕਢਾਣੀ ਹੈ। ਸਾਹਿਬ ਪਾਤਸ਼ਾਹ 6ਵੇਂ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਨੇ ਇਸ ਧਰਤ ਨੂੰ ਜਿਹੜਾ ਚਰਨ ਛੋਹ ਪ੍ਰਾਪਤ ਹੈ
ਤੇ ਛੋਟੇ ਗਿੱਲਾਂ ਦੇ 25 ਪਰਿਵਾਰ ਨੇ, ਬਹੁਤ ਵਧੀਆ ਪਰਿਵਾਰ ਨੇ, ਇੱਥੇ ਵੀ ਵਸਦੇ ਨੇ ਤੇ ਬਹੁਤ ਸਤਿਕਾਰਤ ਲੋਕ ਨੇ। ਇਹ ਵੀ ਲੰਬੜਦਾਰ ਪਰਿਵਾਰ ਵੱਜਦਾ ਸੀ। ਸਰਦਾਰ ਦਰਸ਼ਨ ਸਿੰਘ ਲੰਬੜਦਾਰ, ਉਹਨਾਂ ਦਾ ਵਧੀਆ ਨਾਂ ਸੀ ਏਰੀਏ 'ਚ। ਇਸ ਦੇ ਦਾਦੇ ਦੇ ਭਾਈ ਉਹ ਜੇ ਮੁੰਡੇ ਦੇ ਗੁਰਦੀਪ ਦੇ ਨੇ। ਇਹਦੇ ਦਾਦਾ ਜੀ ਵੀ ਬਹੁਤ ਸਾਊ, ਇਹਦਾ ਫਾਦਰ ਲਾਲੀ ਮੁੰਡਾ ਹੈ ਉਹ ਵੀ ਬਹੁਤ ਸਾਊ, ਰਘਵੀਰ ਇਹਦਾ ਚਾਚਾ ਤੇ ਰਾਜੀ। ਵਧੀਆ ਪਰਿਵਾਰ ਹੈ। ਪਿਓ ਦੇ ਨਾਨਕੇ ਬਹੁਤ ਵਧੀਆ ਪਰਿਵਾਰ 'ਚ ਨੇ, ਖੰਨੇ ਤਕੜੇ, ਖੰਨੇ ਦੇ ਨੇੜੇ। ਹੁਣ ਬਜ਼ੁਰਗਾਂ ਨੇ ਲੰਬੜਦਾਰੀ ਤੇ ਜ਼ਮੀਨਾਂ ਘਟ ਗਈਆਂ ਗਾਹਾਂ ਭਾਈਆਂ 'ਚ ਜਦ ਵੰਡ ਪੈ ਗਈ। ਤੇ ਇਹ 2013 'ਚ ਮੈਂ ਇਹਨੂੰ ਮਿਲਿਆ 7 ਵਰ੍ਹੇ ਪਹਿਲਾਂ। ਸਰਪੰਚ ਆ ਜੀ ਮੁੰਡਾ, ਸਰਪੰਚ ਆ ਜੀ, ਪੈਸੇ ਬਹੁਤ ਵੰਡਦਾ ਹੈ ਤੇ ਤਿਆਰੀ ਬਹੁਤ ਆ। DSP ਇਹਦੇ ਘਰੇ ਹੀ ਰਹਿੰਦਾ ਤੇ DSPਆਂ ਨੇ, ਇੰਸਪੈਕਟਰਾਂ ਨੇ ਕੀ ਕਰਨਾ ਹੁੰਦਾ, ਰੋਟੀ ਜਿੱਥੇ ਮਰਜ਼ੀ ਟੁੱਕੜ ਸਿੱਟਦੇ ਉੱਥੇ ਆ ਕੇ ਬਹਿ ਜਾਣਾ ਉਹਨਾਂ ਨੇ। ਇਹਨੂੰ ਮੈਂ 13 'ਚ ਮਿਲਿਆ 7 ਵਰ੍ਹੇ ਪਹਿਲਾਂ, ਕਿਉਂਕਿ ਪਰਿਵਾਰ ਦੇ ਨਾਲ ਬਹੁਤ ਨੇੜੇ ਦੇ ਮੇਰੇ ਸਾਡੇ ਸੰਬੰਧ ਸਨ। ਤੇ ਜਦ ਉਹ ਇੰਟਰੋਡਿਊਸ ਹੋ ਕੇ ਮਿਲੇ ਤਾਂ ਬਹੁਤ ਉਹ ਸਤਿਕਾਰ ਨਾਲ ਮਿਲਿਆ। ਤੇ ਟਿਪੀਕਲ ਕੁੜਤਾ ਪਜਾਮਾ ਤੇ ਚੱਕਵੀਂ ਪੱਗ ਤੇ ਗਲ ਦੇ ਵਿੱਚ ਜਿਹੜਾ ਮਫਲਰ ਜਿਹਾ ਸਿੱਟਦੇ ਹੁੰਦੇ ਰਾਜਨੀਤੀ ਟਾਈਪ, ਤੇ ਨੋਰਮਲ ਇਨੋਵਾ ਗੱਡੀ ਸੀ ਉਹਦੇ ਕੋਲ। ਤੇ ਗੱਲਾਂ ਬਾਤਾਂ 'ਚ ਮੈਂ ਕਿਹਾ ਵੀ ਪੁੱਤਰਾ ਕੰਮ ਕੀ ਕਰਦਾ ਤੂੰ? ਕਹਿੰਦਾ ਮੈਂ ਪਹਿਲਾਂ 2010 ਦੇ ਵਿੱਚ ਕਾਰਾਂ ਕੂਰਾਂ ਖੰਨੇ ਵੇਚਦਾ ਸੀ, ਫਿਰ ਇਹ ਜੇਲ੍ਹ ਚਲੇ ਗਿਆ। ਇੱਕ ਭੰਗੜਾ ਪਾਉਂਦੇ ਗੋਲੀ ਚੱਲ ਪਈ ਤੇ ਸਾਲੇ ਹਾਰ ਦੀ ਮੌਤ ਹੋ ਗਈ। ਜੇਲ੍ਹ ਦੇ ਵਿੱਚ ਕਨੈਕਸ਼ਨ ਹੋ ਗਏ ਬਸ। ਜੇਲ੍ਹ 'ਚ ਲੁਧਿਆਣੇ ਜਦ ਮੁੜ ਕੇ ਆਇਆ, ਫਿਰ ਇੱਕ ਬਾਬਾ ਨਾਨਕ ਸਰੀਆ, ਉਹਦੇ ਨਾਂ ਬਾਬਾ ਕਾਲਾ ਜੀ। ਬਾਬਾ ਕਾਲੇ ਨਾਲ ਬਹੁਤ ਇਹਦਾ ਪਿਆਰ ਹੈ, ਬਾਬਾ ਕਾਲਾ। ਤੇ ਫਿਰ ਆ ਕੇ ਬਾਬਾ ਕਾਲਾ ਆ ਕੇ ਰੱਖ ਕੇ ਗਿਆ ਆਪਣੀ ਕੋਠੀ ਦੀ ਜਿਹੜੀ ਨਿਊ ਕੋਠੀ ਪਿੰਡ ਤੋਂ ਬਾਹਰ 2 ਕਿੱਲੇ ਦੇ ਵਿੱਚ ਬਣਾਤੀ। ਮੈਨੂੰ ਕਹਿੰਦਾ ਵੀ ਆਇਓ ਜ਼ਰੂਰ, ਘਰੇ ਮਿਲ ਕੇ ਜਾਇਓ, ਬਾਪੂ ਜੀ ਨੂੰ ਮਿਲਿਓ ਜੇ। ਤੇ ਮੈਂ ਗਿਆ ਵੀ, ਵੇਖ ਕੇ ਵੀ ਆਇਆ। ਮੈਂ ਕਿਹਾ ਬਈ ਇਹ ਕਹਾਣੀ, ਮੈਂ ਕਿਹਾ ਵੀ ਕਰਦਾ ਕੀ ਆ? ਬਾ ਵੱਡੇ ਘਰ ਦੇ ਨਾਲ ਸੱਥਰੀ ਪੈ ਗਈ ਚਾਚਾ ਜੀ, ਵੱਡੇ ਘਰ ਨਾਲ ਸੱਥਰੀ ਪੈ ਗਈ। ਵੱਡਾ ਘਰ ਕਹੇ? ਮੈਂ ਕਿਹਾ ਕਿਹੜੇ ਵੱਡੇ ਘਰ ਨਾਲ ਤੇਰੀ ਸੱਥਰੀ ਪੈ ਗਈ? ਬਾਦਲਾਂ ਦੇ ਬਾਈ ਜੀ। ਫਿਰ ਉੱਥੇ, ਕਿਉਂਕਿ ਮੈਂ ਨਾਂ ਭੁੱਲ ਰਿਹਾ, ਉਹ ਪੋਲੀਟੀਕਲ ਆਗੂ ਦਾ ਜਿਹੜਾ ਜਲਾਲਾਬਾਦ ਦੇ ਵਿੱਚ ਮੇਨ ਇੰਚਾਰਜ ਸੀ, ਉਹਦੇ ਨਾਲ ਮਿੱਠਾ ਖਾਨੀ, ਪਤਾ ਨਹੀਂ ਮੇਰੇ ਯਾਦ ਨਹੀਂ ਆ ਰਿਹਾ ਕਈ ਦਿਨਾਂ ਦਾ, ਉਹਦੇ ਨਾਲ ਆਪਣੇ ਠੇਕੇ ਸਾਂਝੇ ਨੇ। ਬਾ ਉੱਧਰ ਫਿਰ ਦੁਕਾਨਾਂ ਆਪਾਂ ਲੈ ਲਈਆਂ, ਦੁਕਾਨਾਂ ਚੱਲਦੀਆਂ ਨੇ ਬਸ। ਦਾਤੇ ਦੀ ਕਿਰਪਾ ਹੋ ਗਈ, ਬਾਬਾ ਜੀ ਦੀ ਕਿਰਪਾ ਹੋ ਗਈ। ਆਹ ਫੋਟੋ ਦੇਖ ਲਓ, ਤੇ ਬਾਬਾ ਜੀ ਨੇ ਸਾਰਾ ਕੁਝ ਕਰਤਾ। ਤੇ ਵਾਕਈ ਮੈਂ ਪੰਜਾਬ ਦੇ ਵਿੱਚ ਉਹੋ ਜਿਹੀ ਕੋਠੀ ਕਿਤੇ ਨਹੀਂ ਦੇਖੀ। ਚੰਡੀਗੜ੍ਹ ਵਗੈਰਾ ਹੋਏਗੀ, ਮਤਲਬ ਸਟੇਟ ਆਫ ਆਰਟ, ਫੁੱਲੀ ਏਅਰ ਕੰਡੀਸ਼ਨ। ਅੱਧਾ ਪੌਣਾ ਘੰਟਾ ਬੈਠੇ ਤੇ ਲੱਖਣ ਮੈਂ ਲਾ ਲਿਆ। ਮੈਂ ਕਿਹਾ ਵੀ ਇਹ ਵੱਡੇ ਘਰਾਂ ਦੀਆਂ ਸੱਥਰੀਆਂ ਖੁੱਲ੍ਹ ਜਾਣੀਆਂ ਨੇ। 2013 ਦੀ ਗੱਲ ਆ। ਤੇ ਫਿਰ ਅਸਲ ਜਿਹੜਾ ਉਹਦਾ ਏਰੀਏ 'ਚ ਹੋਇਆ, ਇੱਕ DSP ਉਹਦੀ ਉਮਰ ਦਾ, ਅੱਲੜ ਉਮਰ ਦਾ, ਥਿੰਦ ਗੋਦ ਦਾ, ਹਰਪ੍ਰੀਤ ਸ਼ਾਇਦ ਨਾਂ ਉਹਦਾ ਮੁੰਡੇ ਦਾ, ਜਾਂ ਇੰਦਰਵੀਰ ਇਹੋ ਜਿਹਾ ਕੁਛ SP ਕਿਤੇ ਲੱਗਿਆ ਹੋਊ ਹੁਣ, ਉਹ ਆ ਗਿਆ। ਉਹ ਹਮ ਉਮਰ ਸੀ, ਮਾਨਸਾ ਕੋਲ ਦਾ ਮੁੰਡਾ ਸੀ, ਵਧੀਆ ਘਰ ਦਾ ਮੁੰਡਾ ਹੈ ਉਹ। ਤੇ ਉਹ ਮੇਰਾ ਖਿਆਲ ਸਪੋਰਟਸ ਕੋਟੇ 'ਚ ਭਰਤੀ ਹੋ ਗਿਆ। ਦੋਨਾਂ ਦੀ ਯਾਰੀ ਪੈ ਗਈ। ਤੇ ਉਹ ਮੁੰਡਾ, ਉਹਦਾ DSP ਦਾ ਦਫ਼ਤਰ ਇਹਦੇ ਘਰੇ ਹੀ ਰਹਿੰਦਾ, ਇਕੱਠੇ ਹੀ ਰਹਿੰਦੇ ਦਿਨ ਰਾਤ। ਤੇ ਬਸ ਚੜ੍ਹ ਮੱਚੀਆਂ। ਫਿਰ ਡਿਪਟੀ ਨਾਲ ਬੈਠੇ ਗੱਡੀ 'ਚ, ਤੇ ਪਾਇਲਟ ਜਿਪਸੀ ਮੂਹਰੇ ਚੱਲੇ ਡਿਪਟੀ ਦੀ, ਤੇ ਯਾਰੀ ਪੈਂਦੀ ਗਈ। ਤੇ ਬਸ ਉੱਧਰੋਂ ਸੱਥਰੀ ਜਿਹੜੀ ਵੱਡੇ ਘਰ ਦੀ ਪਾਈ ਸੀ, ਉਹਦੇ 'ਚ ਹੁਣ ਜਿਹੜੀਆਂ ਫੋਟੋਆਂ ਨੇ, ਦੇਖੋ ਗੱਲ ਦੀ ਤਹਿ ਤੱਕ ਜੇ ਜਾਈਏ, ਸਿਆਣਪ ਇਹ ਆ ਵੀ ਫੋਟੋਆਂ ਤਾਂ ਉੱਥੇ ਪੋਲੀਟੀਕਲ ਬੰਦਿਆਂ ਨਾਲ ਸਾਰੇ ਖਿਚਾ ਲੈਂਦੇ। ਏਰੀਏ ਦਾ ਬੰਦਾ, ਪੈਸਾ ਕੋਲ ਹੈ, ਕਿਹਨੂੰ ਪਤਾ ਹੈ ਕਿਹੜੇ ਪੋਲੀਟੀਕਲ ਬੰਦੇ ਨੂੰ ਪਤਾ? ਹੁਣ ਕੋਈ ਅੰਮ੍ਰਿਤਸਰ ਦਾ, ਕੋਈ ਮਾਝੇ ਦਾ, ਉਹਨੂੰ ਕੀ ਪਤਾ ਹੈ ਕੀ ਕਰਦਾ? ਹਜ਼ਾਰਾਂ ਹੀ ਬੰਦੇ ਫੋਟੋਆਂ ਖਿਚਾਉਂਦੇ ਨੇ। ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਫੋਟੋ ਖਿਚਾਉਣ ਦੇ ਨਾਲ, ਉਹਦੇ ਨਾਲ ਹੁਣ ਪੋਲੀਟੀਕਲ ਆਗੂਆਂ ਨੂੰ ਨਹੀਂ ਤੁਸੀਂ ਕਹਿ ਸਕਦੇ, ਚਾਹੇ ਕਾਂਗਰਸੀ ਹੋਣ, ਅਕਾਲੀ ਹੋਣ। ਇਹ ਗੱਲ ਦਾ ਕੋਈ ਇਹ ਦੂਜੀ ਰਾਏ ਨਹੀਂ। ਇੱਥੋਂ ਚਲੇ ਜਾਓ, ਜਿਹੜਾ ਮਰਜ਼ੀ ਦੁਨੀਆ 'ਚ ਫੋਟੋ ਖਿਚਾ ਲਓ, ਖੜ ਕੇ ਉੱਥੇ ਮੂੰਹ ਮੱਥੇ ਲੱਗਦਾ ਹੋਵੇ ਬੰਦਾ, 5-10 ਹਜ਼ਾਰ ਰੁਪਈਆ ਦਿਓ ਤੇ ਫੋਟੋ ਖਿਚਾ ਲਓ ਉੱਥੇ। ਤੇ ਇਵੈਂਚੁਅਲੀ ਆਹ ਹੁਣ ਜਿਹੜੀ ਗੱਲ ਫਸੀ ਹੈ, ਉੱਥੋਂ ਪਤਾ ਲੱਗਿਆ। ਤੇ ਉਹਦੀ ਐਡਿਕਸ਼ਨ ਦਾ ਜ਼ਰੂਰ ਪਤਾ ਸੀ ਪਿਛਲੇ 4 ਸਾਲਾਂ ਤੋਂ, ਬਈ ਉਹ ਜਿਹੜਾ ਹੀਰੋਇਨ ਸਮੋਕ ਕਰਦਾ ਬਹੁਤ। ਜਿਹੜੇ ਉਹਦੇ ਨੇੜੇ ਦੇ ਦੋਸਤ ਸੀ ਪਿੰਡ ਦੇ ਮੇਰੇ, 1-2 ਉਹ ਵੀ ਦੱਸ ਕੇ ਗਏ। ਸਾਬਕਾ ਸਰਪੰਚ ਸੀ ਮੁੰਡਾ, ਉਹ ਕਹਿੰਦਾ ਬਾਈ ਜੀ ਬਹੁਤ ਬੁਰਾ ਹਾਲ ਹੈ, ਤੇ ਬਈ ਹੁਣ ਗੜਬੜ ਹੋਣੀ ਹੈ। ਉਹ ਹੁਣ ਕੰਮ ਜਿਹੜਾ ਜਿਹਦਾ ਬੇਸ ਗਲਤ ਹੈ, ਉਸਨੇ ਗਲਤ ਕਰਨਾ ਹੀ ਹੈ। ਬੰਦੇ 2 ਗਨਮੈਨ ਮਿਲ ਗਏ ਮੂਹਰੇ, ਪਾਇਲਟ ਜਿਪਸੀ 'ਚ ਪੈਟਰੋਲ ਆਪਣਾ ਪਾ ਲਿਆ, ਜਿਪਸੀ ਆਪਣੀ ਲੈ ਲਈ। ਉੱਥੇ ਕੌਣ ਪੁੱਛਦਾ?
ਕਿਹੜਾ ਖਿਲਾ ਕੇ ਪੁੱਛਦਾ ਵੀ ਭਾਈ ਤੂੰ ਕੌਣ ਹੈ, ਕਿਹੜੀ ਗੱਡੀ ਲਈ ਫਿਰਦਾ? ਉੱਥੇ ਲਈ ਫਿਰਦੇ ਨੇ ਸਾਰੇ, ਕੋਈ ਨਹੀਂ ਪੁੱਛਦਾ ਉੱਥੇ ਖੜਾ ਕੇ, ਕੋਈ ਇੰਨਾ ਹੀਹਾ ਹੀ ਨਹੀਂ ਕਰਦਾ ਕਿ ਪਤਾ ਕਰੇ ਉਹ ਬਈ ਭਾਈ ਤੂੰ ਕੌਣ ਹੈ। ਹੁਣ ਉਹ ਇਹਦੇ ਵਿੱਚ ਫਸ ਗਿਆ, ਗੱਲ ਨਿਬੜ ਗਈ ਬਸ। ਟੱਬਰ ਵਧੀਆ ਪਰਿਵਾਰ, ਮੈਂ ਫੇਰ ਕਹਿਣਾ ਜਵਾਕ ਦੇ ਲਈ ਮਾਪੇ ਕੀ ਕਰ ਸਕਦੇ, ਤੇ ਉਹ ਬਾਉਂਸਰ ਰੱਖ ਲਏ ਜੀ, ਇਹ ਰੱਖ ਲਏ। ਗੱਲ 25 30 50 ਹਜ਼ਾਰ ਲੱਖ ਰੁਪਏ ਦੀ ਹੈ ਮਹੀਨੇ ਦੀ, ਜਿਹਦੇ ਕਰਕੇ ਉੱਥੇ ਗੱਲਾਂ ਵੱਡੀਆਂ ਹੋ ਜਾਂਦੇ। ਪੋਲੀਟੀਕਲ ਪਾਰਟੀਆਂ, ਅਕਾਲੀਆਂ ਦੀ ਸਰਕਾਰ ਰਹੀ ਹੈ 7 ਤੋਂ 17 ਤੱਕ, ਲੋਕਲ MLA ਜਿਹੜੇ ਅਕਾਲੀ ਰਹੇ ਨੇ ਉਹਨਾਂ ਦੇ ਨਾਲ ਉਹਦਾ ਓਬਵੀਅਸਲੀ ਹੁਣ ਉਹ ਤੁਰਦਾ ਫਿਰਦਾ ਸੀ, ਉਹਨਾਂ ਪਾਰਟੀ ਵੱਲੋਂ ਸੀ ਪਹਿਲਾਂ ਤੋਂ ਪਰਿਵਾਰ ਇਹ ਅਕਾਲੀ ਹੈ ਲੰਬੜਦਾਰਾਂ ਦਾ। ਹੁਣ 17 ਤੋਂ 21 ਤੱਕ ਹੁਣ ਕਾਂਗਰਸ ਦਾ MLA ਆ ਲੱਖਾ। ਹੁਣ ਕਿਹੜਾ ਕੁਛ ਬਦਲ ਹੋ ਗਿਆ? ਕੋਈ ਉਹਦੀ ਕੋਈ ਗੱਲ ਹੋ ਗਈ, ਉਹਦੇ ਕੋਈ VIP ਕਲਚਰ 'ਚ ਫਰਕ ਹੋ ਗਿਆ, ਜਾਂ ਉਹ 'ਤੇ ਪੇਪਰ ਹੋ ਗਿਆ, ਕੋਈ ਪਰਚਾ ਹੋ ਗਿਆ, ਕੁਛ ਨਹੀਂ ਹੋਇਆ। ਸੋ ਹੁਣ ਇਹ ਨਿਕਲੂਗਾ ਜਿਹੜਾ ਕੁਛ ਵੀ ਉਹਦਾ, ਜਿਵੇਂ ਉਹ ਫਸਿਆ ਤੇ ਉਹ ਫਸਣ ਤੋਂ ਬਾਅਦ ਗੱਲ, ਪਰ ਅਸਲ ਇੰਨੀ ਹੋਈ ਹੈ। ਬਾਕੀ ਉਹਦੀਆਂ ਗੱਡੀਆਂ ਗੁੱਡੀਆਂ ਜਿਹੜੀਆਂ ਨੇ ਉਹਨੇ ਲਈਆਂ 2-2.5 ਕਰੋੜ ਦੀਆਂ, ਜਿਹੋ ਜਿਹਾ ਪੈਸਾ ਉਹ ਜਿਹਾ ਖਰੀਦੀ ਜਾਂਦੇ ਨੇ ਲੋਕ, 25 ਦੀ ਲੈ ਲਈ, 40 ਦੀ ਲੈ ਲਈ, 50 ਦੀ ਕੋਠੀ ਉਹਨੇ ਬਣਾਈ ਆ। ਇਹ ਚੀਜ਼ਾਂ ਹੋਰ ਜਾਇਦਾਦ ਆ ਜਿਹੜੀ ਹੈ ਉਹ ਲੱਭਦੀ ਹੈ ਪਾਰਟੀ, ਅੱਗੇ ਜਾ ਕੇ ਕਿਵੇਂ ਇਹਦਾ ਪਤਾ ਲੱਗੂ। ਪਰ ਐਡੀ ਕੀ ਗੱਲ ਹੈ, ਅੱਗੇ ਜਿਉਂ-ਜਿਉਂ ਹੁਣ STF ਵਾਲੇ ਕੁਛ ਪਤਾ ਕਰਨਗੇ ਫਿਰ ਪਤਾ ਲੱਗੇਗਾ। ਵਪਾਰਕ ਸੰਦੇਸ਼ ਵਾਪਸ ਆਉਂਦੇ ਆ, ਤੇ ਉਸ ਖਬਰਾਂ ਤੋਂ ਬਾਅਦ ਫਿਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜਾਂ 1-2 ਖਬਰਾਂ ਹੋਰ ਉਦੋਂ ਪਹਿਲਾਂ ਸ਼ੁਰੂ ਕਰਾਂਗਾ। ਧੰਨਵਾਦ ਜੀ ਸਾਰਿਆਂ ਦਾ, ਜਿੰਨੇ ਵੀ ਪ੍ਰੋਗਰਾਮ ਸੁਣ ਰਹੇ ਹੋ। ਖਬਰਾਂ ਦੀ ਕੋਈ ਸਾਂਝ ਪਾ ਕੇ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਾਂਗਾ। ਪਹਿਲੀ ਤਾਂ ਗੱਲ ਹੈ, ਸਰਪੰਚ ਉਹਨਾਂ ਦੀ ਇਲੈਕਸ਼ਨ ਦੇ ਵੇਲੇ ਤੁਹਾਡੇ ਨਾਲ ਗੱਲਬਾਤ ਨਹੀਂ ਹੋਈ। ਹੁਣ ਸੁਰ ਦੇ ਵਿੱਚ ਤਾਂ ਕੋਈ ਫਰਕ ਪਾਉਂਦਾ ਹੈ, ਪਰ ਮੰਨਣ ਨੂੰ ਤਿਆਰ ਨਹੀਂ, ਕਹਿੰਦਾ ਕੰਸੀਡ ਨਹੀਂ ਕਰਨਾ, ਵੈਲਿਡ ਨਹੀਂ ਕਰ ਰਿਹਾ ਵੀ ਬਾਈਡਨ ਜਿੱਤ ਗਿਆ। ਜਿੱਤ ਹਾਰ ਤੋਂ ਬਿਨਾਂ ਜਿਹੜੀ ਵੱਡੀ ਮੁਸ਼ਕਲ ਅਮਰੀਕਾ ਵਾਲੇ ਪਾਸੇ COVID-19 ਦੀ ਆ, ਉਹ ਬਹੁਤ ਜ਼ਿਆਦਾ ਹੋ ਰਹੀ ਹੈ। 1.5 ਲੱਖ ਪੌਣੇ 2 ਲੱਖ ਮਰੀਜ਼ ਜਿਹੜੇ ਨੇ ਹਰ ਰੋਜ਼ ਦੇ। ਬਜ਼ੁਰਗਾਂ ਦੀ ਸ਼ਾਮਤ ਆ ਜਾਣੀ ਆ, ਖਾਲੀ ਹੋ ਜਾਣਾ ਦੇਸ਼। ਪਹਿਲਾਂ ਵੀ 2.5 3 ਲੱਖ ਦੇ ਵਿੱਚ ਬਹੁਤ ਵੱਡੀ ਗਿਣਤੀ ਉਹਨਾਂ ਬਜ਼ੁਰਗਾਂ ਦੀ ਹੈ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ, ਪਰ ਹੁਣ ਆਹ ਸਮਾਂ ਜਿਹੜਾ ਆਰਾਮ ਦਾ ਹੈ ਉਹ ਨਹੀਂ ਭੋਗ ਸਕੇ। ਇੱਕ ਬੇਨਤੀ ਕਰਾਂ ਕਮਿਊਨਿਟੀ ਨੂੰ, ਇੱਥੇ ਜਾਂ ਉਹ ਜਿੱਥੇ ਵੀ ਬੈਠੇ ਸੁਣਦੇ ਹੋ, ਬੇਨਤੀ ਇਹ ਮੰਨ ਲਿਓ ਕਿ ਇਸ ਵਾਇਰਸ ਨੂੰ ਇਸ ਤਰ੍ਹਾਂ ਨਾ ਮੰਨਿਓ ਕਿ ਪੰਜਾਬੀਆਂ ਨੂੰ ਇਹ ਹੁੰਦਾ ਨਹੀਂ। ਇਹ ਜੇ ਹੋਵੇ ਤਾਂ ਫਿਰ ਇੱਥੇ ਗਲ ਕਥਾ ਕਰਕੇ ਜੀ ਦਾਰੂ ਪੀ ਲਓ, ਇਹ ਵੋਡਕਾ ਪੀ ਲਓ ਜੀ, ਇਹ ਰੰਮ ਪੀ ਲਓ, ਇਹ ਗਰਮ ਤੇ ਇਹ ਖਰੌੜਿਆਂ ਦਾ ਸੂਪ ਪੀ ਲਓ ਜੀ, ਪਾਲਕ ਉਬਾਲ ਲਓ। ਇਹ ਗੱਲਾਂ ਨੇ ਸਭ, ਬਿਲਕੁਲ ਗੱਲਾਂ। ਇੱਕ ਤਾਂ ਹੈ ਦੁੱਖ, ਉਹ ਦੁੱਖ ਦੇ ਸਮੇਂ ਤੁਹਾਨੂੰ ਸਹੂਲਤ ਮਿਲ ਜਾਏ। ਇਹ ਉਹ ਦੁੱਖ ਆ ਜਿਹਦੇ 'ਚ ਤੁਹਾਨੂੰ ਕੋਈ ਸਹੂਲਤ ਨਹੀਂ, ਨਾ ਹਸਪਤਾਲ ਵੱਲੋਂ ਨਾ ਡਾਕਟਰ ਵੱਲੋਂ, ਕਿਉਂਕਿ ਉਹ ਕਰੇ ਕੁਛ ਨਹੀਂ ਸਕਦੇ। ਇਹਦੇ 'ਚ ਕੋਈ ਦਵਾਈ ਨਹੀਂ। 911 ਕਾਲ ਕਰੋਗੇ, ਲੈ ਜਾਣਗੇ ਚੱਕ ਕੇ ਕੁਰਸੀ ਤੇ ਬਿਠਾ ਦੇਣਗੇ, ਕੁਰਸੀ ਤੇ ਬੈਠੇ ਮੰਜਾ ਉਡੀਕੋਗੇ ਵੀ ਕਦ ਘਰ ਮੁੜ ਜਾਵਾਂ। ਕੋਲ ਨਹੀਂ ਆਉਂਦੇ, ਜਿਵੇਂ ਪਿੱਟੇ ਹੋਏ ਬੰਦਿਆਂ ਦੇ ਪਿੰਡਾਂ ਦੇ ਵਿੱਚ ਆਪਾਂ ਜ਼ਾਤ ਪਾਤ ਦਾ ਕੋੜ ਸਾਨੂੰ ਖਾਂਦਾ, ਇਹ ਕੋਲ ਨਹੀਂ ਆਉਂਦੇ। ਕੋਲ ਜਿਵੇਂ ਬਾਟੀ ਪਰਾਂ ਰੱਖ ਦਿੰਦੇ ਤੁਹਾਡੀ। ਘਰੇ ਸੱਦ ਲਓ, ਮੈਂ ਫੇਂਟ ਹੁੰਨਾ, ਮੈਂ ਮਰਦਾ, ਮੇਰਾ ਸਾਹ ਮੁੱਕਦਾ, ਕਹਿੰਦੇ ਆਉਣੇ ਚੈੱਕ ਕਰਦੇ ਆ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਆਕਸੀਜਨ ਲੈਵਲ ਤੇਰਾ ਠੀਕ ਆ, ਤੈਨੂੰ ਕੁਛ ਨਹੀਂ ਹੋਇਆ, ਟਿਕ ਜਾ। ਜੇ ਚਾਹੇ ਉਹ ਜਗ੍ਹਾ ਤੇ ਖੜਾ ਦਿੰਦੇ ਨੇ, ਕਹਿੰਦੇ ਦਸਤਖਤ ਕਰਦੇ, ਮੈਂ ਅਸੀਂ ਰੋਕ ਨਹੀਂ ਰਹੇ ਤੈਨੂੰ, ਜਾਣਾ ਚੱਲ, ਉੱਥੇ ਕੁਛ ਨਹੀਂ ਹੈ। ਹੋ ਸਕਦਾ ਤੂੰ ਠੀਕ ਹੋਵੇਂ, ਤੈਨੂੰ ਪੋਜ਼ਿਟਿਵ ਹੋ ਜਾਵੇ। ਔਰ ਰਿਜ਼ਲਟਸ ਨੇ ਜਿਹੜੇ, ਰਿਜ਼ਲਟਸ ਤੁਹਾਡੇ ਨੈਗੇਟਿਵ ਰਹਿੰਦੇ ਨੇ 60%। ਪਰ ਇਹਦੇ ਵਾਇਰਸ, ਕਿਉਂਕਿ ਹੁਣ ਜਿੰਨੀ ਕੁ ਗੱਲ ਸਾਇੰਸਦਾਨਾਂ ਨੂੰ ਪਤਾ, ਡਾਕਟਰ ਨੂੰ ਪਤਾ, ਉਹ ਦੱਸੀ ਜਾ ਰਹੇ ਨੇ। ਜਿੱਥੇ ਨਹੀਂ ਉਹਨਾਂ ਨੂੰ ਪਤਾ, ਨਹੀਂ ਪਤਾ ਤਾਂ ਨਹੀਂ ਪਤਾ। ਵੈਕਸੀਨ ਆ ਰਹੀ ਆ, ਕਦ ਆਏਗੀ ਨਹੀਂ, ਪਰ ਇਹਦੇ ਨਾਲ ਜੂਝਣ ਦੇ ਲਈ ਕੁਛ ਵੀ ਨਹੀਂ ਹੈ। ਤੁਸੀਂ ਸਿਹਤ ਆਪਣੀ, ਖਾਣ ਪੀਣ ਦਾ ਖਿਆਲ ਤੇ ਐਕਸਰਸਾਈਜ਼, ਘੱਟੋ ਘੱਟ ਸੈਰ ਤੁਹਾਡੀ 1 ਘੰਟੇ ਦੀ, ਤਾਜ਼ੀ ਆਕਸੀਜਨ ਜਾਵੇ, ਤੇ ਆਪਣੇ ਆਪ ਨੂੰ ਜਿੰਨਾ ਨੋਰਮਲ ਰੱਖ ਸਕਦੇ ਹੋ ਰੱਖ ਲਓ। ਇਹ ਸਮਾਂ ਬਹੁਤ ਮਾੜਾ, ਤੇ ਜਦ ਇਹ ਹੋ ਜਾਂਦਾ ਹੈ ਉਹਦੇ ਬਾਅਦ ਐਡਾ ਇਹਦਾ ਸਟਿਗਮਾ ਇੱਕ ਦੂਜੇ ਤੇ ਇੱਕ ਦੂਜਾ ਪਰਿਵਾਰ ਦਾ ਜੀ ਤੁਹਾਡੇ ਵਾਲੇ ਉਹ ਝਾਕਦਾ ਵੀ ਕੋਲ ਨਹੀਂ ਆਉਣਾ। ਉਹ ਕਰਨਗੇ ਵੀ ਕੀ, ਕੋਈ ਵੀ ਇਹਦੇ 'ਚ ਮਦਦ ਨਹੀਂ ਕਰ ਸਕਦਾ। ਤੇ ਇਸ ਤੋਂ
ਜਿੰਨਾ ਬਚਤ ਰੱਖ ਸਕਦੇ ਹੋ ਰੱਖੋ। ਹੁਣ ਜਿਹੜਾ ਅਮਰੀਕਾ ਵਾਲੇ ਪਾਸੇ ਹੋ ਰਿਹਾ ਗੱਲ ਬਾਈਡਨ ਜਾਂ ਗੱਲ ਟਰੰਪ ਦੀ ਨਹੀਂ, ਟਰੰਪ ਆ ਚਲੇ ਜਾਓ ਬਾਈਡਨ ਆ ਜਾਊ, ਪਹਿਲਾਂ ਵੀ ਬਰਾਕ ਓਬਾਮਾ ਰਿਹਾ, ਉਦੋਂ ਪਹਿਲਾਂ ਬੁਸ਼ ਰਿਹਾ, ਬੁਸ਼ ਤੋਂ ਪਹਿਲਾਂ ਕਲਿੰਟਨ ਰਿਹਾ, ਸਾਰੇ ਉਹਦੇ ਨਾਲ ਕਿੰਨਾ ਕੁ ਫਰਕ ਪੈ ਜਾਣਾ ਦੁਨੀਆ ਦੀਆਂ ਪਾਲਿਸੀਜ਼, ਪੈਸਾ ਧੇਲੇ ਦਾ ਫਰਕ। ਪਰ ਜਿਹੜੀ ਲੋਕਾਂ ਦੇ ਉੱਪਰ ਦੁੱਖ ਦਾ ਸਮਾਂ ਉਹ ਬਹੁਤ ਖਤਰਨਾਕ ਚੱਲ ਰਿਹਾ। ਗੱਲ ਜਿਹੜੇ ਮਰ ਗਏ ਉਹਦੇ ਹਿਸਾਬ ਨਾਲ ਟਰੰਪ ਬੈਠਾ ਵਾਈਟ ਹਾਊਸ 'ਚ, ਬਾਈਡਨ ਬੈਠਾ, ਕੀ ਫਰਕ ਪੈ ਜਾਣਾ? ਲਾਸ਼ਾਂ ਇਕੱਠੀਆਂ ਕਰ ਕਰਕੇ ਜਦ ਕੱਢ ਰਹੇ ਨੇ ਸਟ੍ਰੈਚਰ ਤੇ ਆ ਕੇ, ਦੇਖਿਓ ਹਾਲ ਕੀ ਹੈ। ਐਡਾ ਦੇਸ਼, ਦੁਨੀਆ ਦਾ ਧਨੰਤਰ ਦੇਸ਼, ਦੁਨੀਆ ਦੀ ਪਾਵਰ, ਉਹਦਾ ਹਾਲ ਕੀ ਹੋਇਆ ਪਿਆ। ਉਹ ਆਪਾਂ ਬਚੇ ਹੋਏ ਹਾਂ ਤੇ ਪਰ ਭਾਈਚਾਰਾ ਹਲੇ ਵੀ ਇਹਨਾਂ ਨੂੰ ਦੀਵਾਲੀਆਂ, ਦੁਸਹਿਰੇ ਤੇ ਜਾਗੋਆਂ ਤੇ ਰਿਸੈਪਸ਼ਨਾਂ ਤੋਂ ਬੇਲ ਨਹੀਂ ਮਿਲਦਾ। ਕੱਢ ਕੇ ਗਬਲੀਆਂ ਫੈਂਸਾਂ ਤੇ ਤੁਸੀਂ ਨੱਚਦੇ ਹੋ, ਜਦ ਇਹ ਹੁੰਦਾ ਪਤਾ ਫੇਰ ਲੱਗਦਾ। ਜਿਮ ਦੇ ਵਿੱਚ ਜੀ ਸਾਡੇ ਇਹ ਜਿਮ ਨੇ ਅੱਧੇ ਨੰਗੇ ਹੋ ਕੇ ਦਿਖਾ ਕੇ ਫੋਟੋਆਂ, ਕਿਹਨੂੰ ਦਿਖਾਉਂਦੇ ਹੋ ਤੁਸੀਂ? ਕੀ ਕਰਨਾ ਕੀ ਚਾਹੁੰਦੇ ਹੋ? ਹੁਣ ਉਹ ਇਹ ਕਹਿਣ ਆ ਕੇ ਵੀ ਪੰਜਾਬੀਓ ਤੁਹਾਡੇ ਕਰਕੇ ਬਰਬਾਦੀ ਹੋ ਰਹੀ ਹੈ, ਫੇਰ ਸਵਾਦ ਆਊਗੀ। ਫੇਰ ਰੇਸਿਜ਼ਮ ਦਾ ਕਹੋਗੇ, ਰੇਸਿਸਟ ਨੇ ਜੀ ਆਹ ਨੇ ਤੇ ਉਹ। ਹੁਣ ਕਿੰਨਾ ਕਹਿ ਦੇਣ, ਸਾਊਥ ਏਸ਼ੀਅਨ ਕਹਿਤਾ, ਸਰੀ ਕਹਿਤਾ, ਪਰ ਸਾਡਾ ਹਾਲ ਨਹੀਂ। 3 ਬਲਾਕਾਂ ਤੱਕ ਲਾਈਨ ਤੁਹਾਡੀ ਮਠਿਆਈ ਦੀ ਦੀਵਾਲੀ ਵਾਲੇ ਦਿਨ। ਮੈਨੂੰ ਕੋਈ ਦੱਸ ਸਕਦਾ ਵੀ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ ਸਵਰਗਾਂ ਤੋਂ ਆਈ ਹੈ, ਜਿਹੜੀ 2 ਦਿਨ ਮਿਲਣੀ ਆ, ਬਾਕੀ 363 ਦਿਨ ਨਹੀਂ ਮਿਲਣੀ? ਉਹ ਪੰਜਾਬ ਦੀ ਟ੍ਰੈਡੀਸ਼ਨ ਜਿੱਥੇ ਸਾਲ ਬਾਅਦ ਇੱਕ ਵਾਰ ਦੁਕਾਨ ਤੇ ਬਾਣੀਏ ਦੇ ਜਾਂਦੇ ਸੀ, ਉਹਨੂੰ ਇੱਥੇ ਦਿਖਾ ਕੇ ਤੁਸੀਂ ਕੀ ਮਹਿਸੂਸ ਕਰਾਉਣਾ ਚਾਹੁੰਦੇ ਹੋ? ਕੀ ਦੱਸਣਾ ਚਾਹੁੰਦੇ ਹੋ ਤੁਸੀਂ ਬਈ ਮੈਂ 10 ਪਾਉਂਡ ਮਠਿਆਈ ਲੈ ਕੇ ਆਇਆ ਘਰੇ, ਇਹ ਦੱਸਣਾ ਚਾਹੁੰਦੇ ਹੋ? ਜਾਂ ਮੈਂ ਲਾਈਨ 'ਚ ਲੱਗਿਆ, ਪਛਾਣ ਲਾ ਵੀ ਆਹ ਤੇ $100 ਦੀਆਂ ਲੈ ਕੇ ਚੱਲਣਾ ਫੁੱਲ ਝੜੀਆਂ? ਮਤਲਬ ਸਮਝਣ ਦੀ, ਕਿਉਂਕਿ ਸੁਣਦੇ ਤੁਸੀਂ ਹੋ, ਗੱਲ ਤੁਹਾਡੇ ਨਾਲ ਹੀ ਮੈਂ ਤਾਂ ਕਰ ਸਕਦਾ। ਉਹ ਬਾਕੀ ਮਰਜ਼ੀ ਤੁਹਾਡੀ ਹੈ, ਪਰ ਇਹ ਬਹੁਤ ਖਤਰਨਾਕ ਵਾਇਰਸ ਹੈ। ਇਹ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਜਿੰਨਾ ਬਚਾ ਸਕਦੇ ਹੋ। ਜਦ ਇਹ ਕਿਸੇ ਨੂੰ ਹੋ ਗਿਆ ਉਹਦੇ ਬਾਅਦ ਤੁਹਾਡੇ ਕੋਲ ਕੁਛ ਨਹੀਂ ਹੈ ਇਹਦੇ ਬਾਰੇ, ਨਾ ਤੁਹਾਨੂੰ ਕੋਈ ਸਹੂਲਤ ਹੈ, ਨਾ ਕੋਈ ਸਹੂਲਤ ਦੇ ਸਕਦੇ ਨੇ ਉਹ, ਨਾ ਉਹਨਾਂ ਕੋਲ ਤੁਹਾਨੂੰ ਕੁਝ ਦੇਣ ਨੂੰ ਆ। ਗੱਲਾਂ ਨੇ। ਫੈਮਿਲੀ ਫਿਜ਼ੀਸ਼ੀਅਨ ਨੂੰ ਕਹੀ ਚੱਲੋ, ਵਿਚਾਰਾ ਕੀ ਕਹੂਗਾ? ਗਰਮ ਪਾਣੀ ਪੀ ਲਾ, ਸੂਪ ਪੀ ਲਾ, ਆਹ ਪੀ ਲਾ, ਵਿਟਾਮਿਨ ਸੀ ਲੈ ਲਾ, ਵਿਟਾਮਿਨ ਡੀ, ਤਾਂ ਬਸ ਇਹ ਉਹਨੇ ਕੁਛ ਤਾਂ ਕਹਿਣਾ ਨਾ ਤੁਹਾਨੂੰ। ਸੋ ਇਹ ਥੋੜ੍ਹਾ ਜਿਹਾ ਬੇਨਤੀ ਮੰਨ ਲਓ ਬਈ ਇਹ ਬਹੁਤ ਖਤਰਨਾਕ ਹੈ, ਇਸ ਤੋਂ ਬਚੋ। ਦੂਸਰੀ ਗੱਲ ਜਿਹੜੀ ਵੱਡੀ, SpaceX ਨੇ ਵੀਕਐਂਡ ਤੇ ਆਪਣੇ ਡਰੈਗਨ ਕੈਪਸੂਲ ਦੇ ਰਾਹੀਂ 4 ਹੁਣ ਪੁਲਾੜ ਵਿਗਿਆਨੀ ਭੇਜੇ ਨੇ, ਜਿਹਦੇ ਵਿੱਚ ਪਹਿਲੀ ਵਾਰ ਇੱਕ ਸਿਆਹ ਰੰਗ ਦਾ ਬੰਦਾ ਵਿਕਟਰ ਗਲੋਵਰ ਹੈ, ਜਿਹੜਾ ਅਮਰੀਕਨ ਨੇਵੀ ਦਾ ਕਮਾਂਡਰ ਹੈ, ਸ਼ੈਨਨ ਵਾਕਰ ਹੈ, ਫਿਜ਼ੀਸਟ ਹੈ, ਤੇ ਮਾਈਕਲ ਹੌਪਕਿੰਸ ਹੈ, ਤੇ ਉਸ ਤੋਂ ਬਾਅਦ ਇੱਕ ਜੈਪਨੀਜ਼ ਬੰਦਾ ਜਿਹੜਾ ਜਾ ਰਹੇ ਨੇ। ਕੱਲ੍ਹ ਕੇਪ ਕਾਰਨਵਾਲ ਤੋਂ ਐਤਵਾਰ ਦੀ ਰਾਤ ਨੂੰ ਛੱਡੇ ਨੇ। 2 ਜਣੇ ਪਹਿਲਾਂ ਗਏ ਸੀ, ਇਸ ਵਾਰ 4 ਜਾ ਰਹੇ ਨੇ, ਫਿਰ 7 ਜਾਣਗੇ। ਬਹੁਤ ਇੱਕ ਨਵਾਂ ਅਧਿਆਇ ਇਲੌਨ ਮਸਕ ਨੇ। ਬੰਦੇ ਜੰਮਦੇ ਨੇ, ਆਮ ਨੋਰਮਲ ਬੰਦਾ ਵੀ ਹੈ, ਕੁਛ ਕੰਪਿਊਟਰ ਜ਼ਿੰਦਗੀ ਦੇ ਵਿੱਚ ਉੱਪਰ ਵਾਲਾ ਫਿੱਟ ਕਰਕੇ ਭੇਜਦਾ ਇਲੌਨ ਮਸਕ, ਉਹਨਾਂ ਦੇ ਵਿੱਚੋਂ ਹੈ। ਬੂਸਟਰ ਰਾਕਟ ਆਪਣਾ ਫਾਲਕਨ ਲਾ ਲੈਂਦਾ, ਦੁਬਾਰਾ ਚੜ੍ਹਾ ਦਿੰਦਾ। $90 ਮਿਲੀਅਨ ਇੱਕ ਸੀਟ ਦਾ ਖਰਚਾ ਰੂਸ ਦੇ ਵਿੱਚ ਸੀ, ਜਿਹੜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਲਿਜਾਂਦੇ ਸੀ। ਬਹੁਤ ਬਿਲੀਅਨਸ ਆਫ ਡਾਲਰ ਅਮਰੀਕਾ ਨੇ ਦਿੱਤੇ ਨੇ ਪਿਛਲੇ 2011 ਤੋਂ, ਜਦ ਦਾ ਸਪੇਸ ਸ਼ਟਲ ਪ੍ਰੋਗਰਾਮ ਬੰਦ ਕੀਤਾ। ਤੇ ਹੁਣ ਇਸ ਨੇ ਮਸਕ ਨੇ ਤਾਂ ਮਤਲਬ ਬਸ ਬਾਹਰਲਾ ਘਰ ਬਣਾਤਾ। 2011 ਦੇ ਵਿੱਚ ਜਦ ਉਸਨੇ SpaceX ਸ਼ੁਰੂ ਕੀਤਾ, ਇੰਟਰਨੈਸ਼ਨਲ ਸਪੇਸ ਸਟੇਸ਼ਨ ਤੋਂ ਸਮਾਨ ਜਾ ਕੇ ਦੇ ਕੇ ਆਉਣਾ, ਉੱਥੋਂ ਗਾਰਬੇਜ ਲੈ ਕੇ ਆਉਣਾ, ਉਹਨੂੰ ਬਦਲਦਾ ਅਜਿਹਾ ਹੁਣ ਬਣਾਇਆ, ਜਿਹਦੇ 'ਚ ਪਹਿਲਾਂ 2 ਵਿਗਿਆਨੀ ਜਾ ਕੇ ਆਏ ਨੇ, ਰਹਿ ਕੇ ਆਏ ਨੇ। ਹੁਣ ਇਹਨਾਂ ਨੇ 6 ਮਹੀਨੇ ਰਹਿਣਾ ਤੇ 6 ਮਹੀਨੇ ਬਾਅਦ ਆਉਣਗੇ। 4 ਜਣੇ ਜਾ ਰਹੇ ਨੇ। ਅੱਜ ਰਾਤ ਨੂੰ ਉਹਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਚਲੇ ਜਾਣਾ, ਜ਼ੀਰੋ ਗ੍ਰੈਵਿਟੀ ਦੇ ਵਿੱਚ ਚਲੇ ਗਿਆ, ਮੀਕੋ ਹੋ ਗਿਆ, ਮੇਨ ਇੰਜਨ ਕੱਟ ਆਫ ਹੋ ਗਿਆ। ਤੇ ਉਹ ਇੱਕ ਪ੍ਰਕਿਰਿਆ ਹੈ ਇਹ ਵੇਖਣ ਦੀ, ਇਹਨੂੰ ਪਲੀਜ਼ ਵੇਖੋ, ਬਹੁਤ ਆਨੰਦ ਆਊ ਜੇ ਤੁਸੀਂ ਪੁਲਾੜ ਨੂੰ ਦੇ ਵਿੱਚ ਵਿਗਿਆਨ ਨੂੰ ਪਿਆਰ ਕਰਨ ਵਾਲੇ। ਪਰ ਇਹ ਉਪਕਰਨ ਜਿਹੜੇ ਨੇ, ਜਿਹੜਾ ਸਮਾਨ ਆ ਜਿਹੜਾ ਜਾ ਰਿਹਾ, ਇਹਦੇ 'ਤੇ ਕੇਂਦਰਿਤ ਰਹਿ ਕੇ ਬਸ ਜੇ ਵੜ ਜਾਓਗੇ ਖਲਾਅ ਦੇ ਵਿੱਚ, ਭਟਕ ਜਾਓਗੇ ਗਲੈਕਸੀਆਂ ਦੇ ਵਿੱਚ, ਬਿਲੀਅਨਸ ਤਾਰੇ ਦੇ ਵਿੱਚੋਂ ਤੁਹਾਡਾ ਇੱਕ ਸੌਰ ਮੰਡਲ ਚਟਾਕ, ਤੇ
ਸੋਚੋਗੇ ਵੀ ਯਾਰ ਕਮਾਲ ਹੈ, ਸਾਡੇ ਤਾਂ ਪੱਲੇ ਹੀ ਕੱਖ ਨਹੀਂ, ਆ ਕੀ ਹੈ, ਕੁਛ ਵੀ ਨਹੀਂ ਹੈ। ਇੱਕ ਲੈਵਲ ਤੇ ਜਾ ਕੇ ਬੰਦਾ ਬੌਲਾ ਹੋ ਜਾਂਦਾ ਜਾਂ ਤੁਸੀਂ ਉਸ ਕੁਦਰਤ ਦੇ ਮਾਲਕ ਦੀਆਂ ਚੀਜ਼ਾਂ ਨੂੰ ਦੇਖਦੇ ਹੋ ਵੀ ਕੌਣ ਬੰਨੀ ਬੈਠਾ, ਕੌਣ ਹਵਾ 'ਚ ਖੜਾਈ ਬੈਠਾ, ਨਾ ਕੋਈ ਤੰਦ, ਨਾ ਕੋਈ ਤੱਥੀ, ਨਾ ਕੋਈ ਰੱਸੀ, ਨਾ ਕੋਈ ਸਲਿੰਗ, ਕਿਵੇਂ ਘੁੰਮ ਰਹੇ ਨੇ ਇੱਕ ਦੂਜੇ ਦੇ ਆਲੇ ਦੁਆਲੇ, ਆਪਣੇ ਧੁਰੇ ਦੇ ਆਲੇ ਦੁਆਲੇ ਵੀ ਘੁੰਮਦੇ ਨੇ, ਸੂਰਜ ਦੇ ਆਲੇ ਦੁਆਲੇ ਵੀ ਘੁੰਮਦੇ ਨੇ। ਹਾਲੇ ਤਾਂ 5-7 ਦਾ ਹੀ ਪਤਾ ਲੱਗਿਆ ਜਿਹੜਾ ਆਪਣੇ ਸੌਰ ਮੰਡਲ ਆਲੇ ਦੁਆਲੇ ਗੁਆਂਢ ਦੇ ਵਿੱਚ ਕਿਹੜਾ ਸੋਲਰ ਸਿਸਟਮ, ਉੱਥੇ ਕਿੰਨੇ ਸੋਲਰ ਸਿਸਟਮ ਨੇ, ਕਿੰਨੀਆਂ ਗਲੈਕਸੀਆਂ ਨੇ, ਮਤਲਬ ਉਹ ਤਾਂ ਸੋਚਣ ਦੀ ਉਹ ਲੋੜ ਨਹੀਂ, ਤੁਸੀਂ ਹਿੱਲ ਜਾਓਗੇ। ਪਰ ਜਿਹੜੀ ਟੈਕਨੋਲੋਜੀ ਸ਼ੁਰੂ ਕੀਤੀ ਇਲਾਨ ਮਸਕ ਨੂੰ ਸਲੂਟ ਹੈ। 4 ਜਣੇ ਜਾ ਰਹੇ ਨੇ ਅਤੇ ਇੰਟਰਨੈਸ਼ਨਲ ਸਪੇਸ ਸਟੇਸ਼ਨ 'ਤੇ ਅੱਜ ਰਾਤ ਨੂੰ ਉਹਨਾਂ ਨੇ ਲੱਗ ਜਾਣਾ। 3 ਬੰਦੇ ਦੂਸਰੇ ਬੰਨੇ ਗਏ ਨੇ, 7 ਨੇ ਉੱਥੇ ਰਹਿਣਾ। ਸੋਯੂਜ਼ ਦੇ ਰਾਹੀਂ ਵੀ 3 ਗਏ ਨੇ, ਫਿਰ ਮੁੜ ਕੇ ਆਉਣਗੇ ਅਤੇ ਡੌਕ ਹੋ ਕੇ ਰਹਿੰਦਾ ਇੰਟਰਨੈਸ਼ਨਲ ਸਪੇਸ ਸਟੇਸ਼ਨ। ਬਹੁਤ ਵੱਡੀ ਪ੍ਰਯੋਗਸ਼ਾਲਾ ਜਿਹੜੀ 450 ਕਿਲੋਮੀਟਰ ਸਾਡੀ ਧਰਤੀ ਤੋਂ ਉੱਚਾ, ਧਰਤੀ ਤੋਂ ਵੀ ਹਵਾ ਦੇ ਵਿੱਚ ਬੈਠੇ ਆ। ਆਪਣੀ ਧਰਤੀ ਤੋਂ ਹੀ ਆਪਾਂ ਕਹਿੰਦੇ ਹਾਂ, ਧਰਤੀ ਕਿਹੜਾ ਸਥਿਰ ਆ ਵੀ ਸੋਲਿਡ ਇੱਕ ਜਗ੍ਹਾ ਖੜੀ ਹੈ, ਅਤੇ ਉਹਦੇ ਤੋਂ ਧਰਤੀ ਵੀ ਤੁਰੀ ਫਿਰਦੀ ਆ। 7 ਹਿਸਾਬ ਲਾ ਕੇ ਕਿ 400 ਕਿਲੋਮੀਟਰ ਉੱਪਰ ਉੱਡ ਰਿਹਾ ਅਤੇ ਬਹੁਤ ਤੇਜ਼ ਉਹਦੀ ਰਫ਼ਤਾਰ ਆ, ਪਰ ਉਹਨਾਂ ਨੂੰ ਨਹੀਂ ਲੱਗਦੀ ਕਿਉਂਕਿ ਗ੍ਰੈਵਿਟੀ ਕੋਈ ਹੈ ਨਹੀਂ। ਲੋਕ ਰਹਿੰਦੇ ਨੇ ਉੱਥੇ ਅਤੇ ਜ਼ਿੰਦਗੀ ਬਹੁਤ ਅਲੱਗ ਹੈ। ਅਤੇ ਸਾਡੀ ਇੱਥੇ ਦੀ ਮਨੁੱਖਤਾ ਦੇ ਲਈ ਦਿਨ ਰਾਤ ਉਹ ਪ੍ਰਯੋਗਸ਼ਾਲਾ ਕਰ ਰਹੇ ਨੇ, ਵੇਖ ਰਹੇ ਨੇ ਧਰਤੀ ਨੂੰ ਅਤੇ ਕੀ ਹੋ ਰਿਹਾ, ਕੀ ਨਹੀਂ ਹੋ ਰਿਹਾ, ਅਤੇ ਬਹੁਤ ਕੁਝ ਹੋ ਰਿਹਾ। ਪਰ ਇਲੌਨ ਮਸਕ ਦਾ ਇਹ ਸਪੇਸ ਐਕਸ ਦੇ ਲਾਂਚ ਨੇ ਪਹਿਲੀ ਵਾਰ ਜਿਹੜੇ ਸ਼ਟਲਸ ਦੇ ਵਿੱਚ ਤਾਂ 5-5, 6-6 ਜਾਂਦੇ ਰਹੇ ਨੇ। ਸ਼ਟਲਸ ਤੋਂ ਬਾਅਦ ਇਹ ਪਹਿਲਾ ਜਿਹੜਾ ਵੱਡਾ ਇੱਕ ਨਵਾਂ ਅਧਿਆਇ ਜੁੜਿਆ, ਜਿਹਦੇ ਵਿੱਚ 4 ਜਿਹੜੇ ਨੇ ਉਹ ਪੁਲਾੜ ਵਿਗਿਆਨੀ ਜਾ ਰਹੇ ਨੇ। ਰਸਤੇ 'ਚ ਨੇ, 17-18 ਘੰਟੇ ਦਾ ਸਮਾਂ ਲੱਗਣ ਦੀ ਗੱਲ ਹੈ, ਅਤੇ 17-18 ਤੋਂ ਵੱਧ ਵੀ ਹੋ ਸਕਦਾ। ਅਤੇ ਉੱਥੇ ਜਾ ਕੇ ਫਿਰ ਹੁਣ ਰੁਕਣਗੇ ਅਤੇ ਡੌਕ ਹੋ ਜਾਣਾ। ਉਸ ਤੋਂ ਬਾਅਦ ਡਰੈਗਨ, ਅਤੇ ਉਸ ਤੋਂ ਬਾਅਦ ਫਿਰ ਉੱਥੇ ਇਹ ਰੁਕੇਗਾ। ਅਗਲੇ ਹਿੱਸੇ ਦੇ ਵਿੱਚ ਸਰਦਾਰ ਕਰਤਾਰ ਸਿੰਘ ਸਰਾਭੇ ਦੀ ਗੱਲ, ਉਦੋਂ ਪਹਿਲਾਂ ਇੱਕ ਕਾਲਰ ਸਰਦਾਰ ਜਸਵੀਰ ਸਿੰਘ ਜੀ ਗੱਲਬਾਤ ਕਰਨੀ ਚਾਹੁੰਦੇ ਨੇ। ਸਰਦਾਰ ਸਾਹਿਬ ਸਵਾਗਤ ਜੀ, ਲਾਈਨ ਨੰਬਰ 2, ਤੁਸੀਂ ਏਅਰ 'ਤੇ ਹੋ। ਧੰਨਵਾਦ ਸਰਦਾਰ ਜੀ, ਪਹਿਲਾਂ ਤਾਂ ਤੁਹਾਡੀ ਸਿਹਤਯਾਬੀ ਲਈ ਬਹੁਤ ਬਹੁਤ ਵਧਾਈ ਤੁਹਾਨੂੰ। ਧੰਨਵਾਦ ਜੀ। ਮਾਲਕ ਨੇ ਤੰਦਰੁਸਤੀ ਦਿੱਤੀ ਆ, ਤੁਹਾਡੀ ਦੇਰ ਬਾਅਦ ਆਵਾਜ਼ ਸੁਣੀ ਆ, ਖਾਸੇ ਚਿਰਾਂ ਬਾਅਦ, ਔਰ ਤੰਦਰੁਸਤ ਰਹੋ। ਤੁਸੀਂ ਤੰਦਰੁਸਤੀ ਦਾ ਹੋਕਾ ਦੇ ਰਹੇ ਹੋ। ਮੈਂ ਕੁਝ ਸ਼ਬਦ ਕਹਿਣੇ ਚਾਹੁੰਦਾ, ਮੈਂ ਪਰ ਕੌੜੇ ਨੇ, ਹੋ ਸਕਦਾ ਕਈਆਂ ਨੂੰ ਫਿੱਟ ਨਾ ਬੈਠਣ ਜੀ। ਜਦੋਂ ਮਾਨਸਿਕਤਾ ਦੇ ਵਿੱਚ ਮਨੁੱਖ ਗੁਲਾਮੀ ਨੂੰ ਮਹਿਸੂਸ ਕਰਕੇ ਜਿਉਣ ਦੀ ਆਦਤ ਪਾ ਲਵੇ, ਉਸ ਨੂੰ ਫਿਰ ਆਜ਼ਾਦੀ ਦੀਆਂ ਜਿਹੜੀਆਂ ਖੁੱਲ੍ਹਾਂ ਨੇ ਜਾਂ ਆਜ਼ਾਦੀ ਦੀਆਂ ਜਿਹੜੀਆਂ ਉਡਾਰੀਆਂ ਨੇ ਜੀ, ਉਹਨਾਂ ਦਾ ਅਹਿਸਾਸ ਨਹੀਂ ਹੁੰਦਾ। ਇਹ ਇੱਕ ਬਹੁਤ ਵੱਡੀ ਸਾਡੀ ਤਰਾਸਦੀ ਹੈ। ਤੁਸੀਂ ਜੇ ਆਪਾਂ ਨਜ਼ਰ ਮਾਰੀਏ 30-40 ਸਾਲ ਤੋਂ ਪੰਜਾਬ ਦੇ ਹਾਲਾਤਾਂ ਨੂੰ ਵੇਖੀਏ, ਰਾਜਨੀਤੀ, ਸਮਾਜਿਕ, ਸਾਡਾ ਆਰਥਿਕ ਵਿਹਾਰ, ਸਾਡਾ ਪਰਿਵਾਰਕ ਢਾਂਚਾ ਜਿਹੜਾ, ਉਹਦੇ ਟੁੱਟਣ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਮਾਨਸਿਕ ਨਪੁੰਸਕਤਾ ਹੈ ਜੀ। ਜਦੋਂ ਮਨੁੱਖ ਆਪਣੀਆਂ ਦਿਮਾਗ ਦੀਆਂ ਜਿਹੜੀਆਂ ਪੂਰੀਆਂ ਤਾਣੀਆਂ ਨੂੰ ਕੱਸ ਕੇ ਤੁਰਨ ਦੀ ਜਾਂਚ ਨਹੀਂ ਨਾ ਸਿੱਖਦਾ, ਓਨੀ ਦੇਰ ਤੱਕ ਇਹ ਬਿਲਕੁਲ ਗੱਲ ਠੀਕ ਹੈ ਕਿ ਅਸੀਂ ਬਹੁਤਾ ਕੰਮ ਉੱਥੇ ਤਾਂ ਕਰਦੇ ਸੀਗੇ, ਇੱਥੇ ਵੀ ਅਸੀਂ ਪਿਛਲਕ ਤੌਰ ਦੇ ਉੱਤੇ, ਵਿਖਾਵੇ ਦੇ ਤੌਰ ਦੇ ਉੱਤੇ, ਪਰਿਵਾਰਾਂ ਦੇ ਵਿੱਚ ਇੱਕ ਦੂਸਰੇ ਨਾਲ ਕਲੇਸ਼ ਦਾ ਜਿਹੜਾ ਮੇਨ ਕਾਰਨ ਹੈ ਉਹ, ਇਹ ਸਾਰਿਆਂ ਦੇ ਪਿਛੋਕੜ ਵਿੱਚ ਸਾਡੀ ਮਾਨਸਿਕਤਾ ਕੰਮ ਕਰਦੀ ਹੈ ਜੀ। ਹੁਣ ਮਾਨਸਿਕਤਾ ਇੰਨੀ ਦੇਰ ਬਦਲਣ ਦੇ ਵਿੱਚ ਕਈ 100 ਸਾਲ ਲੱਗੇ ਨੇ। ਗਿਰਾਵਟ ਦੇ ਵਿੱਚ ਅਸੀਂ ਪਹੁੰਚ ਗਏ ਹਾਂ, ਇਹ ਸਿਰੇ ਦੀ ਗਿਰਾਵਟ ਹੈ। ਬਿਲਕੁਲ। ਇਹਦੇ ਵਿੱਚ ਸਭ ਤੋਂ ਵੱਡੀ ਗਿਰਾਵਟ ਦਾ ਨਿਸ਼ਾਨੀ ਜੇ ਬੰਦੇ ਨੇ ਵੇਖਣੀ ਹੋਵੇ, ਅਸੀਂ ਬਾਕੀ ਤਾਂ ਕਹਿ ਲੈਂਦੇ ਹਾਂ ਜੀ ਦੂਜਾ ਕਰਦਾ, ਤੀਜਾ ਕਰਦਾ, ਤਾਂ ਕਰਦੇ ਹਾਂ। ਸਭ ਤੋਂ ਵੱਡੀ ਗਿਰਾਵਟ ਨੂੰ ਜੇ ਪ੍ਰਦਰਸ਼ਨੀ ਦੇ ਤੌਰ ਤੇ ਅਸੀਂ ਵੇਖਣਾ ਹੋਵੇ, ਉਹ ਆ ਸਾਡਾ ਧਾਰਮਿਕ ਪਹਿਲੂ। ਜਿਹੜਾ ਮਨੁੱਖ ਆਪਣੇ ਆਪ ਨੂੰ ਬਹੁਤਾ ਤੌਰ ਵਿੱਚ ਮੇਰੇ ਵਰਗਾ ਧਾਰਮਿਕ ਵਿਖਾਉਣ ਦੀ ਕੋਸ਼ਿਸ਼ ਕਰਦਾ, ਸਭ ਤੋਂ ਜ਼ਿਆਦਾ ਨਖਿੱਧ ਔਰ ਸਭ ਤੋਂ ਜ਼ਿਆਦਾ ਕਰਪਟ ਔਰ ਸਭ ਤੋਂ ਜ਼ਿਆਦਾ ਹੰਕਾਰੀ, ਉਹਦੇ ਪਹਿਲੂ ਤੁਸੀਂ ਦੇਖਦੇ ਹੋ। ਜਿਹੜਾ ਕੁਝ ਵੀ ਸਾਡੇ ਸਾਹਮਣੇ ਆ ਰਿਹਾ, ਇੰਨੇ ਪਾਠ ਹੋ ਰਹੇ ਨੇ, ਇੰਨੇ ਗੁਰਦੁਆਰੇ ਨੇ, ਇੰਨਾ ਕਿਰਿਆ ਕਰਮ ਹੋ ਰਿਹਾ, ਲੇਕਿਨ ਮਨੁੱਖ ਦਾ ਜਿਹੜਾ ਜੀਵਨ ਪੱਧਰ ਹੈ
ਉਹ ਜਾਨਵਰਾਂ ਤੋਂ ਵੀ ਥੱਲੇ ਚਲਾ ਗਿਆ। ਬਿਲਕੁਲ ਠੀਕ ਹੈ। ਹੁਣ ਇਹ ਸਮਾਜ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ, ਹਰ ਇੱਕ ਮਨੁੱਖ ਦੀ ਇੱਕ ਜ਼ਿੰਮੇਵਾਰੀ ਹੈ ਜੀ। ਜ਼ਿੰਮੇਵਾਰੀ ਦਾ ਅਹਿਸਾਸ ਮਨੁੱਖ ਨੂੰ ਵੇਖ ਕੇ ਹੋ ਜਾਣਾ ਚਾਹੀਦਾ। ਜਿਹੜੇ ਚੇਤੰਨ ਲੋਕ ਨੇ ਜਾਂ ਜਿਹੜੇ ਅਸੀਂ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਵਿਲੱਖਣ ਮਹਿਸੂਸ ਕਰਦੇ ਹਾਂ ਜਾਂ ਕਹਿੰਦੇ ਹਾਂ, ਇਹ ਸਿਰਫ ਅਸੀਂ ਲੋਕਾਂ ਨੂੰ ਵਿਖਾਉਣ ਦੀ ਖਾਤਰ ਕਰਦੇ ਹਾਂ। ਪਰ ਚਾਹੀਦਾ ਤਾਂ ਸਾਨੂੰ ਇਹ ਸੀ ਕਿ ਜੇ ਅਸੀਂ ਵਿਲੱਖਣ ਆ ਤਾਂ ਅਸੀਂ ਵਿਲੱਖਣ ਕੰਮ ਪ੍ਰੈਕਟੀਕਲ ਤੌਰ ਤੇ ਕਰੀਏ ਜੀ। ਪਰ ਅਸੀਂ ਇਹ ਕਰ ਨਹੀਂ ਰਹੇ। ਜਿਹੜੀਆਂ ਵਾਰ-ਵਾਰ ਤੁਸੀਂ ਜਾਂ ਸਮਾਜ ਦੇ ਵਿੱਚ ਸਾਡੀ ਗੌਰਮੈਂਟ ਤੁਹਾਡੀ ਜਾਂ ਬਾਹਰ ਵੀ, ਇੱਥੇ ਵੀ ਸਾਡੇ ਵੀ ਇਹੀ ਹਾਲ ਹੈ। ਹੁਣ ਬਿਲਕੁਲ ਗੱਲ ਸਹੀ ਹੈ, ਸਭ ਤੋਂ ਜ਼ਿਆਦਾ ਸ਼ੂਗਰ ਰੋਗ ਜਿਹੜਾ ਉਹ ਸਾਡੀ ਕਮਿਊਨਿਟੀ ਦੇ ਵਿੱਚ ਹੈ ਜੀ। ਔਰ ਸਭ ਤੋਂ ਜ਼ਿਆਦਾ ਸ਼ੂਗਰ ਅਸੀਂ ਖਾਣ ਦੀ ਖਾਤਰ 4-4 ਕਿਲੋਮੀਟਰ ਦੀਆਂ ਲਾਈਨਾਂ 'ਚ ਖੜੇ ਹਾਂ। ਬਿਲਕੁਲ। ਫਿਰ ਅਸੀਂ ਡਾਕਟਰ ਨੂੰ ਲੱਭਦੇ ਹਾਂ। ਬਿਲਕੁਲ। ਇਹ ਕਾਰਨ ਜਿਹੜਾ ਵੱਡਾ ਹੈ, ਇਹਦੇ ਪਿਛੋਕੜ 'ਚ ਇਹ ਤਾਂ ਹੈਗੀਆਂ ਨੇ, ਇਹਦੇ ਸਿੰਪਟਮਸ ਨੇ, ਇਹਦਾ ਵਿਖਾਵਾ ਜਿਹੜੇ ਟਾਈਪ ਦੇ ਲੱਛਣ ਸਾਨੂੰ ਦਿੰਦੇ ਨੇ, ਪਰ ਇਹਦੇ ਪਿਛੋਕੜ ਵਿੱਚ ਜਿਹੜੀ ਬਿਮਾਰੀ ਜੜ ਦੇ ਵਿੱਚ ਬੈਠੀ ਹੈ ਉਹ ਹੈ ਸਾਡਾ ਮਾਨਸਿਕ ਰੋਗ ਦੀ ਵੱਡੀ ਜਿਹੜੀ ਨਲਾਇਕੀ, ਜਿਹਨੂੰ ਅਸੀਂ ਇਹ ਕਹਿ ਲਈਏ ਕਿ ਸਾਡਾ ਮਾਨਸਿਕ ਸੰਤੁਲਨ ਜਿਹੜਾ ਉਹ ਟੋਟਲੀ ਤੌਰ ਤੇ ਵਿਗੜ ਚੁੱਕਿਆ ਜੀ। ਸੋ ਸਾਨੂੰ ਮਾਨਸਿਕ ਸੰਤੁਲਨ ਨੂੰ ਬਣਾਉਣ ਦੀ ਖਾਤਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਸੀਂ ਹੋਕਾ ਦਿੰਦੇ ਹੋ, ਧੰਨਵਾਦ ਤੁਹਾਡਾ। ਪਰ ਮੈਨੂੰ ਇਹ ਲੱਗਦਾ ਵੀ ਇਸ ਦਾ ਇਲਾਜ ਕਹਿਣ ਦੀ ਬਜਾਏ ਨੁਕਸਾਨ ਉਠਾਉਣ ਤੋਂ ਬਾਅਦ ਹੋਣਾ ਸ਼ੁਰੂ ਹੋਣਾ, ਅਦਰਵਾਈਜ਼ ਇਹ ਹੋਣਾ ਨਹੀਂ। ਜਿਹੜੇ ਚੰਗੇ ਸੁਚੱਜੇ ਵਿਚਾਰ ਧਾਰਨ ਕਰਨ ਦੀ ਵਿਰਤੀ ਹੁੰਦੀ ਹੈ ਉਹ ਸਾਡੀ ਟੁੱਟ ਗਈ। ਉਹਨੂੰ ਬਣਾਉਣ ਲਈ ਧਰਮ ਜਿਹੜਾ ਅਗਵਾਈ ਕਰਦਾ, ਤੇ ਧਰਮ ਜਿਹੜਾ ਹੈ ਉਹ ਅੱਜ ਕੱਲ੍ਹ ਨਖੇਧੀ ਤੌਰ ਦੇ ਉੱਤੇ ਵਿਚਰ ਰਿਹਾ ਹੈ, ਉਹ ਸਿਰਫ ਤੇ ਸਿਰਫ ਇੱਕ ਦੁਕਾਨਦਾਰੀ ਹੋ ਗਈ ਹੈ। ਧੰਨਵਾਦ ਸਮਾਂ ਦੇਣ ਲਈ, ਔਰ ਅਰਦਾਸ ਹੈ ਤੁਸੀਂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ, ਆਪਦੀ ਸਿਹਤ ਦਾ ਧਿਆਨ ਰੱਖੋ, ਸਮਾਜ ਦੀ ਔਰ ਮਨੁੱਖਤਾ ਦੀ ਸੇਵਾ ਵਿੱਚ ਯੋਗਦਾਨ ਪਾ ਰਹੇ ਹੋ। ਫਰਜ਼ ਬਣਦਾ ਯੋਗਦਾਨ ਪਾਉਣਾ, ਬਾਕੀ ਉਹਦੇ ਨਤੀਜੇ ਕੀ ਨੇ ਇਹ ਮਾਲਕ ਜਾਣਦਾ। ਮਿਹਰਬਾਨੀ ਸਰਦਾਰ ਜੀ। ਧੰਨਵਾਦ ਜੀ, ਬਹੁਤ ਬਹੁਤ ਸਟਾਰ ਸਾਹਿਬ, ਜਿਉਂਦੇ ਵਸਦੇ ਰਹੋ। ਥੈਂਕ ਯੂ। ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਤੁਸੀਂ ਮੇਰੇ ਨਾਲ ਸ਼ਾਮਲ ਹੋ ਜੀ। ਅੱਜ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਣਾ ਦੀ ਵਰਸੀ ਹੈ ਜੀ। ਅੱਜ ਦੇ ਦਿਨ 16 ਨਵੰਬਰ 1915 ਨੂੰ 19.5 ਸਾਲ ਦੀ ਉਮਰ 'ਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਫਾਂਸੀ ਦਾ ਰੱਸਾ ਚੁੰਮਿਆ। ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਬਚਪਨ ਪਿੰਡ ਸਰਾਭੇ ਤੋਂ ਉੜੀਸਾ ਦੇ ਬਾਅਦ ਫਿਰ 1912 ਦੇ ਵਿੱਚ ਜਨਵਰੀ ਦੇ ਵਿੱਚ ਉਹ ਸੈਨ ਫਰਾਂਸਿਸਕੋ ਪਹੁੰਚਦੇ ਨੇ। ਬਹੁਤ ਛੋਟੀ ਉਮਰ ਹੈ, 96 ਦਾ ਜਿਹੜਾ ਜਨਮ ਹੈ, 16 ਵਰ੍ਹਿਆਂ ਦੀ ਉਮਰ। ਉਸ ਤੋਂ ਬਾਅਦ ਇੱਥੇ ਦਾ ਸਫ਼ਰ ਤੇ ਵਾਪਸੀ, ਇਸ ਤੇ ਨਾਲ ਤੁਹਾਡੇ ਨਾਲ ਮੈਂ ਗੱਲਬਾਤ ਕਰਾਂਗਾ, ਪਰ ਇੱਕ ਕਾਲਰ ਵੇਟ ਕਰ ਰਹੇ ਨੇ, ਉਹਨਾਂ ਨਾਲ ਗੱਲਬਾਤ ਕਰਕੇ ਅੱਗੇ ਚੱਲਦੇ ਹਾਂ। ਸੁਨੀਲ ਜੀ, ਤੁਸੀਂ 에ਅਰ ਤੇ ਹੋ, ਲਾਈਨ ਨੰਬਰ 1। ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਵੈਲਕਮ ਬੈਕ। ਥੈਂਕ ਯੂ। ਇੱਕ ਮੈਂ ਗੱਲ ਜਿਹੜੀ ਤੁਸੀਂ ਪਹਿਲਾਂ ਕੀਤੀ ਹੈ ਨਾ ਕੋਵਿਡ ਬਾਰੇ, ਜੀ ਮੈਂ ਨਾਂ ਨਹੀਂ ਲੈਂਦਾ, ਪਰ ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ, ਫਰੇਜ਼ਰ ਹੈਲਥ ਅਥਾਰਟੀ ਦੇ ਵਿੱਚ ਕੇਸ ਆਇਆ ਜਿਹਦੇ ਵਿੱਚ ਦੀਵਾਲੀ ਮਨਾਈ ਗਈ ਆ ਇੱਕ ਓਲਡ ਏਜ ਕੇਅਰ ਫੈਸਿਲਿਟੀਜ਼। ਅੱਛਾ ਜੀ। ਪਰ ਉਹਨਾਂ ਨੇ ਉੱਥੇ ਹੁਣ ਸਸਪੈਂਸ਼ਨ ਚੱਲ ਰਹੀ ਹੈ, ਔਰ ਉਹਦੇ ਜ਼ਿਆਦਾ ਜਿਹੜੇ ਬੰਦੇ ਸੀ ਉਹ ਆਪਣੇ ਸ਼ਾਮਲ ਸੀਗੇ। ਚਲ ਹੁਣ ਤੁਸੀਂ ਸੀਨੀਅਰ ਕੇਅਰ ਹੋਮ ਸੈਂਟਰ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਕਰਨੀ ਆ, ਬਚਾਣਾ, ਉੱਥੇ ਦੀਵਾਲੀ ਦਾ ਕੀ ਕੰਮ ਹੈ? ਵੈਸੇ ਮੈਂ ਗੱਲ ਕਰਦਾ, ਇਸੇ ਤਰੀਕੇ ਨਾਲ ਕੋਈ ਕ੍ਰਿਸਮਸ ਦਾ ਕੋਈ ਕੰਮ ਨਹੀਂ, ਮੈਂ ਵੀ ਨਾਲ ਕਹਿਣਾ, ਪਰ ਉਦੋਂ ਜ਼ਰੂਰ ਮਨਾ ਲੈਣੇ ਚਾਹੀਦੇ ਆ ਜਦੋਂ ਕੋਈ ਇਹੋ ਜਿਹੀ ਐਮਰਜੈਂਸੀ ਜਾਂ ਹੈਲਥ ਐਮਰਜੈਂਸੀ ਨਾ ਹੋਣ। ਪਰ ਜਦੋਂ ਖਾਸ ਕਰਕੇ ਜੇਕਰ ਉਹ ਬੰਦੇ ਜਿਹੜੇ ਕਿ ਰਿਸਪੌਂਸੀਬਲ ਨੇ ਜੀ ਉਹ ਕਰ ਰਹੇ ਨੇ, ਤੇ ਫਿਰ ਜਦੋਂ ਉਸ ਤੋਂ ਬਾਅਦ ਕੋਈ ਗੱਲ ਚੱਲਦੀ ਹੈ, ਫਿਰ ਆਪਾਂ ਜਦੋਂ ਤੁਸੀਂ ਗੱਲ ਕਹੀ ਸੀ, ਆਪਾਂ ਜਲਦੀ ਰੇਸਿਜ਼ਮ ਦੀ ਇੱਕ ਚਾਦਰ ਜੀ ਤੁਰ ਚੁੱਕੀ ਫਿਰਦੇ ਨੇ ਹਰ ਜਗ੍ਹਾ ਦੇ ਉੱਤੇ। ਬਿਲਕੁਲ, ਮੈਂ ਇਹ ਨਹੀਂ ਕਹਿੰਦਾ ਰੇਸਿਜ਼ਮ ਹੈ ਨਹੀਂ, ਸਿਸਟੈਮਿਕ ਰੇਸਿਜ਼ਮ ਵੀ ਹੈਗਾ, ਓਬਵੀਅਸ ਰੇਸਿਜ਼ਮ ਘੱਟ ਆ, ਪਰ ਹਰ ਜਗ੍ਹਾ ਰੇਸਿਜ਼ਮ ਦੀ ਚਾਦਰ ਨੂੰ ਪਾ ਲੈਣ ਦਾ ਕੋਈ ਵਧੀਆ ਤਰੀਕਾ ਨਹੀਂ ਹੈਗਾ। ਕਈ ਵਾਰੀ ਆਪਣੀ ਖੁਦ ਦੀ ਵੀ ਰਿਸਪੌਂਸਿਬਿਲਿਟੀ ਹੁੰਦੀ ਜਿਹਨੂੰ ਆਪਾਂ ਇਗਨੋਰ ਕਰਦੇ ਹਾਂ ਜੀ। ਇਹ ਜਿਹੜੀਆਂ ਇਗਨੋਰੈਂਸਿਸ ਨੇ ਇਹ ਵਾਈਡ ਸਪਰੈਡ ਹੋ ਜਾਂਦੀਆਂ ਨੇ ਇੱਕ ਦੂਜੇ ਨੂੰ ਦੇਖ ਕੇ। ਲੈਟਸ ਸੇ ਤੁਸੀਂ ਕਿਤੇ ਬਾਹਰ ਗਏ ਹੋ, 6 ਫੁੱਟ ਦੀ ਦੂਰੀ ਤੁਸੀਂ ਨਹੀਂ ਮੇਨਟੇਨ ਕਰਦੇ, ਤਾਂ ਜਿਹੜੇ ਤੁਹਾਡੇ ਪਿੱਛੇ ਆਉਂਦੇ ਆ ਉਹ ਵੀ 3-3 ਫੁੱਟ ਤੇ ਹੀ ਖੜੇ ਹੁੰਦੇ ਆ। ਇਹ ਆਪਾਂ ਨੂੰ, ਮੈਂ ਇਹ ਨਹੀਂ ਕਹਿੰਦਾ, ਨਾ ਤਾਂ ਮੈਂ ਕੋਈ ਐਪੀਡੈਮੀਓਲੋਜਿਸਟ ਹਾਂ, ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ, ਪਰ ਜੇਕਰ ਸਰਕਾਰ ਕੋਈ ਕਹਿੰਦੀ ਆ ਵੀ ਪ੍ਰੀਕਾਸ਼ਨਸ ਲੈ ਲਓ, ਕਾਸ਼ਨਰੀ ਸਟੈਪ ਕੋਈ ਸਮੇਂ ਵਾਸਤੇ ਲੈ ਲਓ, ਉਹ ਆਪਾਂ ਨੂੰ ਲੈ ਲੈਣੇ ਚਾਹੀਦੇ ਆ, ਬਜਾਏ ਕਿ ਫਿਰ ਆਪਾਂ ਨੂੰ ਇਹ ਲੱਗੇ ਕਿ ਮੀਡੀਆ ਜਾਂ ਕੁਝ ਹੋਰ ਬੰਦੇ
ਆਪਣੀ ਬੈਕਗ੍ਰਾਉਂਡ ਦੇ ਬੰਦਿਆਂ ਨੂੰ ਸਾਰਿਆਂ ਨੂੰ ਟਾਰਗੇਟ ਕਰਦੇ ਨੇ। ਇਹ ਤਾਂ ਬੇਨਤੀ ਉਹਦੇ ਵਾਸਤੇ ਹੈਗੀ ਹੈ। ਦੂਜੀ, ਤੁਸੀਂ ਐਲਨ ਮਸਕ ਦੀ ਗੱਲ ਕੀਤੀ ਆ, ਮੇਰਾ ਇੱਕ ਛੋਟਾ ਜਿਹਾ ਡਿਫਰੈਂਸ ਆਫ ਓਪੀਨੀਅਨ ਹੈ, ਪਰ ਮੈਂ ਦੇਣਾ ਚਾਹੂੰਗਾ ਜ਼ਰੂਰ ਜੀ। ਜਿਹੜਾ ਐਲਨ ਮਸਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਇੱਕ ਅਗਾਂਹਵਧੂ ਬਿਜ਼ਨਸਮੈਨ ਆ ਜਿਹਦੀ ਕਿ ਵਿਜ਼ਨ ਕਾਫੀ ਲੰਬੀ ਆ, ਕਿਉਂਕਿ 2011 'ਚ ਮੈਂ ਕਾਰ ਦੇਖੀ ਸੀ ਸਿਆਟਲ 'ਚ, ਜਿਹੜੀ ਅੱਜ ਕੱਲ੍ਹ ਸੜਕਾਂ ਤੇ ਭੱਜੀ ਫਿਰਦੀ ਆ ਹੁਣ। ਬਿਲਕੁਲ। ਸੋ ਇਹਦਾ ਮਤਲਬ ਦੂਰ ਅੰਦੇਸ਼ੀ ਆ, ਵਧੀਆ ਕੰਮ ਕੀਤਾ। ਜਿਹੜੀ ਉਹਦੀ ਆ ਸੈਕਿੰਡ ਹੈਗੀ ਆ ਨਾ ਅੱਜ ਕੱਲ੍ਹ ਚੱਲ ਰਹੀ ਆ, ਜਿਹੜੀ SpaceX ਵਾਲੀ ਆ ਜੀ, ਇਹਦੇ ਬਿਹਾਈਂਡ ਇੱਕ ਹੋਰ ਚੀਜ਼ ਹੈਗੀ ਆ, ਉਹ ਵੀ ਤੁਸੀਂ ਕਿਸੇ ਦਿਨ ਲਿਆਇਓ ਅੱਗੇ। ਉਹ ਹੈਗੀ ਜਿਵੇਂ ਕਿ ਸੈਟੇਲਾਈਟ ਜਿਹੜੀ ਇੰਡਸਟਰੀ ਆ, ਉਹ ਅੱਗੇ ਗਵਰਨਮੈਂਟ ਦੇ ਕੰਟਰੋਲ 'ਚ ਸੀਗੀ ਜੀ। ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਗਵਰਨਮੈਂਟ ਦੀਆਂ ਏਜੰਸੀਆਂ, ਚਾਹੇ ਉਹ ਰਸ਼ੀਆ ਆ, ਚਾਹੇ ਉਹ ਅਮਰੀਕਾ ਆ, ਯੂਰਪੀਅਨ ਯੂਨੀਅਨ ਆ, ਜਾਂ ਇੰਡੀਆ ਆ। ਜਿਹੜਾ ਇਹਨੇ ਇੱਕ ਡਿਫਰੈਂਟ ਕੰਮ ਕੀਤਾ ਨਾ, ਇਹਨੇ ਸੈਟੇਲਾਈਟ ਛੱਡੇ ਸੀ ਥੋੜੇ ਦਿਨ ਪਹਿਲਾਂ। ਹਾਂ, ਸਟਾਰਲਿੰਕ। ਹਾਂਜੀ, ਅਪਰੋਕਸੀਮੇਟਲੀ ਮੇਰੇ ਖਿਆਲ ਨਾਲ 40 ਤੋਂ ਉੱਪਰ ਸੀ ਉਹਨਾਂ ਦੀ। ਹਾਂਜੀ ਹਾਂਜੀ। ਉਹ ਕੀ ਕਰਨ ਦੀ ਕੋਸ਼ਿਸ਼ ਚ ਆ ਕਿ ਜਿਹੜਾ ਇੰਟਰਨੈਟ ਹੈ, ਜਿਹੜਾ ਕਿ ਅੱਜ ਕੱਲ ਇੱਕ ਬਹੁਤ ਵੱਡਾ ਟੂਲ ਹੈਗਾ ਲੋਕਾਂ ਦੇ ਹੱਥਾਂ 'ਚ, ਜਿਹਦੀ ਹਜੇ ਤੱਕ ਜ਼ਿਆਦਾਤਰ ਬੇਸਿਕ ਕੰਟਰੋਲਿੰਗ ਗਵਰਨਮੈਂਟ ਦੇ ਕੋਲ ਆ, ਉਹ ਪ੍ਰਾਈਵੇਟ ਹੱਥ 'ਚ ਚਲੇ ਜਾਣੀ ਆ ਸੈਟੇਲਾਈਟ ਦੇ ਥਰੂ। ਬਿਲਕੁਲ। ਉਸ ਤੋਂ ਬਾਅਦ ਉਹ ਕਿਵੇਂ, ਜਿਵੇਂ ਹੁਣ ਫੇਸਬੁੱਕ ਜਾਂ ਗੂਗਲ ਜਾਂ ਟਵਿੱਟਰ ਜਿਵੇਂ ਆਪਣੀਆਂ ਪਰਪੈਂਸਿਟੀਜ਼ ਨੂੰ ਕੰਟਰੋਲ ਕਰਦੇ ਆ ਥਰੂ ਇੰਜੀਨੀਅਰਿੰਗ, ਉਹਦੇ ਨਾਲ ਆਪਣੀ ਜਿਹੜੀ ਲਾਈਫ ਸਟਾਈਲ, ਆਪਣਾ ਸੋਚਣ ਦਾ ਤਰੀਕਾ, ਉਹਨੂੰ ਬਦਲਣ ਦੀ ਕੋਸ਼ਿਸ਼ ਹੋ ਸਕਦੀ ਹੈ। ਮੇਰਾ ਇਹ ਸ਼ੱਕ ਜਾਂ ਮੇਰਾ ਇਹ ਖਦਸ਼ਾ ਹੈ ਕੰਟਰੋਲ ਕਰੋ। ਸੋ ਮੈਨੂੰ ਉੱਥੇ ਲੱਗਦਾ ਵੀ ਇਹ ਕੁਛ ਚੀਜ਼ ਜਿਹੜੀ ਆ ਆਪਾਂ ਨੂੰ ਐਜ਼ ਏ ਸਿਟੀਜ਼ਨ ਐਕਸਪਲੋਰ ਕਰਨੀ ਚਾਹੀਦੀ ਹੈ ਕਿ ਉਹ ਚੀਜ਼ ਨਾ ਹੋਵੇ। ਹਾਂ, ਉਦਾਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਉਹਨੇ ਨਵੀਆਂ ਡੋਰਸ ਓਪਨ ਕਰ ਦਿੱਤੇ ਆ, ਪਰ ਮੈਨੂੰ ਉਹਦੇ ਦੂਜੇ ਪਾਸੇ ਬਾਰੇ ਥੋੜਾ ਜਿਹਾ ਸ਼ੱਕ ਆ ਵੀਰ ਜੀ। ਥੈਂਕ ਯੂ। ਬਿਲਕੁਲ। ਉਹ ਸਟਾਰਲਿੰਕ ਦਾ ਜਿਹੜਾ ਇੰਟਰਨੈਟ ਦੀਆਂ ਉਹ 3 ਤੋਂ 4 ਲੋਡ ਜਿਹੜੇ ਉਹ ਛੱਡ ਚੁੱਕੇ ਆ, ਇਕੱਠੀਆਂ ਛੱਡਦਾ, ਅਤੇ ਉਹਦੇ 'ਚ ਇਵੈਂਚੁਅਲੀ ਦੁਨੀਆ ਦਾ ਇੰਟਰਨੈਟ ਉਹਦੇ ਕੰਟਰੋਲ 'ਚ ਹੋਣਾ। ਉਹਨੇ ਸੈਟੇਲਾਈਟ ਰਾਹੀਂ ਇੰਟਰਨੈਟ ਕੰਟਰੋਲ ਕਰਨਾ। ਦੇਖੋ ਉਹ ਜਿਹੜਾ ਕੁਛ ਕਰ ਰਿਹਾ ਹੈ, ਇਵੈਂਚੁਅਲੀ ਹੈ ਤਾਂ ਉਹ ਬਿਜ਼ਨਸਮੈਨ ਹੀ ਹੈ, ਵਪਾਰੀ ਹੈ। ਉਹ ਵਪਾਰ ਦੇ ਵਿੱਚੋਂ ਹੀ ਉਹਦਾ ਪੇਪਾਲ ਸੀ, ਵਪਾਰ 'ਚੋਂ ਟੈਸਲਾ, ਵਪਾਰ ਦੇ ਵਿੱਚੋਂ ਹੀ, ਔਰ ਉਹਨੇ ਆਪਣੇ ਕੰਟਰੋਲ 'ਚ ਰੱਖਣਾ ਸਭ ਕੁਛ ਵਪਾਰ ਦੇ। ਹੁਣ ਇੱਕੋ ਹੀ ਟੈਸਲਾ 80,000 ਦੀ 80,000 ਤੋਂ 1.5 ਲੱਖ ਤੱਕ ਉਹ ਕਰ ਦਿੰਦਾ, ਉਹਦੇ ਵਿੱਚੇ ਫੰਕਸ਼ਨ ਨੇ, ਉਹ ਫੰਕਸ਼ਨ ਔਨ ਕਰ ਦਿੰਦਾ, ਉਹ ਮਹਿੰਗੀ ਹੋ ਜਾਂਦੀ ਹੈ। ਸੋ ਉਹਨੇ ਰੱਖਣਾ ਹੈ ਤਾਂ ਉਹਦਾ ਸਿਰਫ, ਜੇ ਉਹ ਕਹੇ ਚੈਰਿਟੀ ਤਾਂ ਉਹ ਕਰ ਨਹੀਂ ਰਿਹਾ, ਬਿਜ਼ਨਸ ਇਹ ਕਰ ਰਿਹਾ। ਪਰ ਇਸ ਬਿਜ਼ਨਸ ਦੇ ਥੱਲੇ ਆਹ ਜਿਹੜੀ ਗੱਲ ਸੁਨੀਲ ਜੀ ਉਹਨਾਂ ਨੇ ਕਹੀ ਆ, ਉਹ ਇੱਕ ਬਿਲਕੁਲ ਧਿਆਨ ਦੀ ਮੰਗ ਕਰਦੀ ਹੈ। ਸਰਦਾਰ ਕਰਤਾਰ ਸਿੰਘ ਸਰਾਭਾ ਉਹਨਾਂ ਬਾਰੇ ਤੁਸੀਂ ਅੱਜ ਕੋਈ ਗੱਲਬਾਤ ਕਰਨੀ ਚਾਹੋ ਤਾਂ 604 204 0600 24 ਮਈ 1896 ਨੂੰ ਜਨਮ ਉਹਨਾਂ ਦਾ ਹੁੰਦਾ ਹੈ। ਕਿਤਾਬਾਂ ਉਹਨਾਂ ਦੇ ਬਾਰੇ ਬਹੁਤ ਲਿਖੀਆਂ ਗਈਆਂ, ਖਾਸ ਤੌਰ 'ਤੇ ਕਿਤਾਬਾਂ ਜਿਹੜੀ ਸਰਦਾਰ ਅਜਮੇਰ ਸਿੰਘ ਦੀ ਸ਼ਾਹਾਂ ਦਾ ਤੂਫਾਨਾਂ ਦਾ ਸ਼ਾਹ ਅਸਵਾਰ ਸਰਦਾਰ ਕਰਤਾਰ ਸਿੰਘ। ਅੱਜ ਇੱਕ ਮੈਂ ਬੇਨਤੀ ਕਰਾਂ ਕਿ YouTube 'ਤੇ ਜਾ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਦੇ ਬਾਰੇ ਇਹਨਾਂ ਜਿਹੜੇ ਆ ਲੇਖਕਾਂ ਨੇ, ਅਜਮੇਰ ਸਿੰਘ ਹੋਣਾ ਨੇ ਜਾਂ ਹੋਰ ਸਿੱਖ ਬੁੱਧੀਜੀਵੀਆਂ ਨੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ 40-45 ਮਿੰਟ ਦੀਆਂ ਵੀਡੀਓਜ਼ ਨੇ, ਉਹ ਸੁਣ ਲਿਓ। ਪੜ੍ਹਨ ਦੀ ਤਾਂ ਚਲੋ ਆਪਾਂ ਨੂੰ ਆਦਤ ਨਹੀਂ। ਗਦਰੀ ਬਾਬਿਆਂ ਕੌਣ ਸਨ, ਉਸ ਤੋਂ ਸ਼ੁਰੂਆਤ ਕਰਕੇ ਜਿਹੜੀ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਕਿਤਾਬ ਆ ਉਹਨਾਂ ਦੀ, ਅਤੇ ਉਹ ਜਾਂ ਰਾਜਵਿੰਦਰ ਸਿੰਘ ਰਾਹੀ ਦਾ ਕੰਮ, ਉਹਦੇ 'ਚ ਉਹਨਾਂ ਨੇ ਇੱਕ ਨਵਾਂ ਪ੍ਰਪੇਖ ਸਰਦਾਰ ਸਰਾਭੇ ਦਾ ਸਨਮੁਖ ਕੀਤਾ ਜਿਹੜਾ ਲੋਕਾਂ ਨੂੰ ਨਹੀਂ ਸੀ ਪਤਾ ਵੀ ਸਰਾਭਾ ਹੈ ਕਿੱਥੇ, ਸਰਾਭੇ ਨੂੰ ਮਨਫੀ ਕਿਉਂ ਕੀਤਾ, ਸਰਾਭੇ ਨੂੰ ਜਿਹੜਾ ਇਸ ਗਦਰੀਆਂ ਦੇ ਇਤਿਹਾਸ 'ਚੋਂ ਪਰਾਂ ਕਿਉਂ ਕੀਤਾ, ਕਾਰਨ ਕੀ? ਉਹਦਾ ਕਾਰਨ ਇਹ ਸੀ ਕਿ ਉਹਦਾ ਸਿੱਖੀ ਦੇ ਉੱਪਰ ਪਰਪੱਕ ਰਹਿਣਾ, ਸਿੱਖੀ ਰਹੁ ਰੀਤਾਂ 'ਚ ਰਹਿਣਾ, ਅਤੇ ਸਿੱਖੀ ਦੇ ਵਿੱਚ ਉਹਦੀ ਪਾਲਣ ਪੋਸ਼ਣ, ਉਸ ਧਰਮ ਨੂੰ ਉਹਨੇ ਅਡੈਪਟ ਕੀਤਾ। ਬਹੁਤ ਗੱਲਾਂ ਬਾਤਾਂ ਜ਼ਿੰਦਗੀ ਦੀਆਂ ਨੇ ਉਹਨਾਂ ਦੀਆਂ। ਵੱਡੀ ਗੱਲ ਇਹ ਹੋਈ ਹੈ ਜਿਹੜੀ ਲੁਧਿਆਣੇ ਸਕੂਲ ਦੇ ਵਿੱਚ ਉਹਨਾਂ ਦਾ ਪੜ੍ਹਨਾ, ਹੌਸਟਲਾਂ 'ਚ ਰਹਿਣਾ, ਅਤੇ ਉਹਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ ਦੇ ਨਾਲ ਸਰਦਾਰ ਕਰਤਾਰ ਸਿੰਘ ਸਰਾਭਾ ਰਹੇ ਨੇ, ਜਿਸ ਸਰਦਾਰ ਬਾਬਾ ਸੋਹਣ ਸਿੰਘ ਭਕਨਾ। ਤਾਂ ਇੱਕ ਗੱਲ ਹੈ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਹਨਾਂ ਨੂੰ ਮਿਲਣਾ, ਉਸ ਤੋਂ ਬਾਅਦ ਚਾਚੇ ਨੂੰ ਸਕੇ ਚਾਚੇ ਦੇ ਨਾਲ ਸਿੱਧੀ ਗੱਲਬਾਤ ਹੋਣੀ। ਚਾਚਾ ਫਰੰਗੀਆਂ ਦਾ ਨੌਕਰ ਸੀ, ਚਾਚੇ ਨੂੰ ਜਾਂ ਚਿੱਠੀਆਂ ਲਿਖਣੀਆਂ, ਚਾਚੇ ਨੇ ਚੱਕ ਚੱਕ ਕੇ ਚਿੱਠੀਆਂ ਅੰਗਰੇਜ਼ਾਂ ਨੂੰ ਦੇਣੀਆਂ ਵੀ ਮੇਰਾ ਭਤੀਜਾ ਬਾਗੀ ਹੈ ਸੈਨ ਫਰਾਂਸਿਸਕੋ ਤੋਂ। ਅਤੇ ਇੱਥੇ ਉਤਰ ਕੇ ਬਰਕਲੀ ਦੇ ਵਿੱਚ ਪੜ੍ਹਾਈ ਦੇ ਵੇਲੇ ਜਦ ਦੇਖਿਆ ਕਿ ਨਹੀਂ ਯਾਰ, ਇਹ ਤਾਂ ਹੋਰ ਇਹ ਕੁਛ ਹੈ, ਅਸੀਂ ਬ੍ਰਿਟਿਸ਼ ਸਬਜੈਕਟ ਤਾਂ ਹੈ ਪਰ ਇੱਥੇ ਸਤਿਕਾਰ ਨਹੀਂ ਹੈ। ਉਦੋਂ ਪਹਿਲਾਂ ਬਜ਼ੁਰਗ ਵੱਡੇ
ਜਿਹੜੇ ਸੀ ਗਦਰੀ ਬਾਬੇ ਇੱਥੇ ਮੌਜੂਦ ਸਨ। ਸੈਨ ਫਰਾਂਸਿਸਕੋ ਤੋਂ ਲੈ ਕੇ ਸਟਾਕਟਨ ਦੀ ਇਹ ਧਰਤੀ, ਫ੍ਰਿਜ਼ਨੋ ਦੀ ਧਰਤੀ ਬਹੁਤ ਇਤਿਹਾਸਕ, ਉਹ ਚੁੰਮਣ ਵਾਲੀ ਧਰਤੀ ਹੈ। ਆਸਟਰੀਆ ਤੱਕ, ਪੋਰਟਲੈਂਡ ਤੱਕ ਸਰਦਾਰ ਕਰਤਾਰ ਸਿੰਘ ਸਰਾਭਾ ਜਿਹੜਾ ਇੱਥੇ ਮਿੱਲਾਂ 'ਚ ਕੰਮ ਕਰਦਾ ਰਿਹਾ। 4-5 ਮਹੀਨੇ ਲਾਲੇ ਹਰਦਿਆਲ ਨੇ ਸੰਪਾਦਕੀ ਕੀਤੀ ਤੇ ਲਾਲੇ ਹਰਦਿਆਲ ਨੂੰ ਗਦਰ ਪਾਰਟੀ ਦਾ ਸਾਰਾ ਕੁਝ ਕਹਿ ਦੇਣਾ। ਇਹ ਵੀ ਨੰਗਾ ਸਰਦਾਰ ਅਜਮੇਰ ਸਿੰਘ ਨੇ ਉਸ ਨੂੰ ਕਰ ਦਿੱਤਾ ਸੀ ਕਿ ਅਸਲ ਕਹਾਣੀ ਕੀ ਸੀ। ਉਸ ਤੋਂ ਬਾਅਦ ਜਦ ਮੁੜਨਾ, ਉਡਨੇ ਸੱਪ ਦਾ ਖਿਤਾਬ ਬਾਬਾ ਸੋਹਣ ਸਿੰਘ ਭਕਨੇ ਨੇ ਤੇ ਨਾਲ ਦੇ ਦਿੰਦੇ ਵੀ ਕਿਵੇਂ ਇੱਥੋਂ ਬਾਬੇ ਨੂੰ ਭੇਜਿਆ ਜਾਪਾਨ ਦੀ ਬੰਦਰਗਾਹ ਤੇ ਬਾਬਾ ਸੋਚਦਾ ਸੋਹਣ ਸਿੰਘ ਭਕਨਾ ਕਿ ਸਰਾਭਾ ਕਿੱਥੇ, ਤੇ ਮੂਹਰੇ ਸਰਾਭਾ ਤੁਰਿਆ ਆਵੇ ਤੇ ਬਾਬਾ ਸੋਹਣ ਸਿੰਘ ਭਕਨੇ ਨੂੰ ਫੜਿਆ, ਕੋਲ ਦੀ ਟੱਲੀਆਂ ਵਜਾਉਂਦਾ ਸਾਈਕਲ ਤੇ ਲੰਘ ਗਿਆ। ਤੇ ਅੱਜ ਇੱਕ ਪੈਰ ਬੰਗਾਲ 'ਚ ਹੈ, ਦੂਜਾ ਮੀਆਂ ਮੀਰ ਦੀ ਛਾਉਣੀ ਆ, ਤੀਜਾ ਜਲੰਧਰ ਬੈਠਾ ਸਰਾਭਾ ਹੀ ਸਰਾਭਾ, ਸਰਾਭਾ ਹੀ ਸਰਾਭਾ ਹੁੰਦਾ ਹੈ। ਜਿਹਨੂੰ ਮਿਲਦਾ ਉਹਨੂੰ ਆਪਣੇ ਨਾਲ ਕਰ ਲੈਂਦਾ। ਬਗਾਵਤ ਦੇ ਦਿਨ ਆ ਗਏ। ਬਗਾਵਤ ਦੇ ਦਿਨਾਂ ਦੇ ਵਿੱਚ ਗੜਬੜ ਹੋ ਗਈ। ਤੁਹਾਨੂੰ ਪਤਾ ਹੈ ਕਿ ਕਿਰਪਾਲ ਸਿੰਘ ਨਾਂ ਦਾ ਠੱਗ ਜਿਹੜਾ ਵਿੱਚ ਮਸੰਦ ਵੜਿਆ ਸੀ, ਉਸਨੇ ਦੱਸ ਦਿੱਤਾ। ਗੱਲਾਂ ਨਾ ਚੱਲੀਆਂ, ਗੱਲਾਂ ਪੂਰੀਆਂ ਨਾ ਹੋਈਆਂ, ਅਸਲ ਸ਼ਹੀਦੀ ਹੋਈ। ਪਰ ਸਾਰੀ ਜੀਵਨ ਤੋਂ ਇੱਕ ਜ਼ਰੂਰ ਬਹੁਤ ਵੱਡੀ ਸੇਧ ਲੈਣ ਦੀ ਲੋੜ ਆ। ਅੱਜ ਉਹਨਾਂ ਦੀ ਸ਼ਹੀਦੀ ਦਿਵਸ 'ਤੇ ਅਸਲ ਗੱਲ ਇੱਕ ਕਰਨ ਦੀ ਲੋੜ ਹੈ ਕਿ YouTube 'ਤੇ ਕੁਛ ਉਹਨਾਂ ਦੀਆਂ ਜੀਵਨੀ ਬਾਰੇ ਗੱਲਾਂ ਨੇ, ਸਿੱਖ ਲੇਖਕਾਂ ਨੇ, ਹੁਣ ਦੇ ਲੇਖਕਾਂ ਨੇ ਜਿਹੜੀਆਂ ਲਿਖੀਆਂ ਨੇ, ਸਰਦਾਰ ਅਜਮੇਰ ਸਿੰਘ ਰਾਹੀ ਉਹਨਾਂ ਨੇ, ਜਾਂ ਸਿੱਖ ਸਿਆਸਤ ਦੇ ਵਿੱਚੋਂ ਸੁਣਨ ਵਾਲੀਆਂ ਨੇ। ਅਸਲ ਜੇ ਅੱਜ ਦੇ ਦਿਨ 'ਤੇ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਹੈ। ਬਾਕੀ ਗੱਲਾਂ ਦੇ ਨਾਲ ਜਦ ਸਾਨੂੰ ਪਤਾ ਹੀ ਨਹੀਂ ਬੰਦਾ ਕੌਣ ਸੀ, ਉਹਨੇ ਜ਼ਿੰਦਗੀ 'ਚ ਕੀ ਕੀਤਾ, ਜਦ ਦਾ ਫਾਇਦਾ ਕੋਈ ਨਹੀਂ ਹੈ। ਉਹਨਾਂ ਦੀ ਜ਼ਿੰਦਗੀ ਦੇ ਬਾਰੇ ਤੁਹਾਡੀ ਗੱਲਬਾਤ, ਤੁਸੀਂ ਜਿੰਨੇ ਵੀ ਕਾਲਰ ਹੋ ਬਹੁਤ ਪਕੜ ਵਾਲੇ ਹੋ, ਬਹੁਤ ਪੜ੍ਹੇ ਹੋ, ਤੇ ਤੁਹਾਨੂੰ ਕੋਈ ਵੀ ਸਰਦਾਰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ 'ਤੇ ਗੱਲ ਕਰਨੀ ਚਾਹੋ 604-204-0600। ਸਰਦਾਰ ਗੁਰਮੁਖ ਸਿੰਘ ਦਿਓਲ ਜੀ, ਲਾਈਨ ਨੰਬਰ 1, ਤੁਸੀਂ ਏਅਰ 'ਤੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਵੀਰ ਜੀ। ਗਿਲ ਸਾਹਿਬ, ਦੇਖੋ ਸੰਘਰਸ਼ ਬੇਸ਼ੱਕ ਆਪਾਂ ਉਹ 1947 ਨੂੰ ਪਹਿਲਾਂ ਜਿਹੜੇ ਆਜ਼ਾਦੀ ਲਈ ਜਿਨ੍ਹਾਂ ਨੂੰ ਮੰਨਿਆ ਜਾਂਦਾ, ਸਰਦਾਰ ਕਰਤਾਰ ਸਿੰਘ ਜਾਂ ਗਦਰੀ ਆਪਣੇ ਜਿਹਨੇ ਬੱਬਰ ਅਕਾਲੀ, ਜਾਂ ਅੱਜ ਦੇ ਸਮੇਂ 'ਚ ਵੀ ਜਿੱਦਾਂ ਸਾਡੇ 1984 ਤੋਂ ਬਾਅਦ ਸੰਘਰਸ਼, ਦੇਖੋ ਸੰਘਰਸ਼ੀਲ ਜਾਂ ਯੋਧੇ ਜਿਹੜੇ ਹੁੰਦੇ ਸਾਰੇ ਸਤਿਕਾਰ ਦੇ ਮੰਨ ਲਓ ਪਾਤਰ ਹੁੰਦੇ ਆ। ਕਿਤੇ ਵੀ ਦੁਨੀਆ ਵਿੱਚ ਕੋਈ ਵੀ ਆਜ਼ਾਦੀ ਲਈ ਲੜਦਾ ਆ। ਪਰ ਇੱਕ ਗੱਲ ਜ਼ਰੂਰ ਆ ਵੀ ਕਿਸੇ ਦੀ ਆਜ਼ਾਦੀ ਦਾ ਵਿਜ਼ਨ ਕਿੰਨਾ ਵੱਡਾ ਆ, ਉਹ ਮੰਨ ਲਓ ਹਰ ਇੱਕ ਦਾ ਆਪਣਾ ਅਲੱਗ-ਅਲੱਗ ਵੀ ਹੁੰਦਾ ਆ। ਮੇਰਾ ਕਹਿਣ ਤੋਂ ਭਾਵ ਲੜਨ ਵਾਲੇ ਸਾਰੇ ਹੀ ਸਤਿਕਾਰਯੋਗ ਹੁੰਦੇ ਆ। ਜਿਸ ਤਰ੍ਹਾਂ ਹੁਣ ਅਸੀਂ 1984 ਦਾ ਮੈਂ ਦੇਖਦਾ ਗਾ ਸੰਤਾਂ ਦਾ ਇੱਕ ਆਪਣਾ ਵਿਜ਼ਨ ਸੀਗਾ। ਉਸ ਤੋਂ ਬਾਅਦ ਸਾਨੂੰ ਲੱਗਦਾ ਗਾ ਸਾਡੇ ਖਾੜਕੂ ਸੰਘਰਸ਼ ਨੇ ਬਹੁਤ ਸਾਡੇ ਲਈ ਮਾਣ ਮੱਤਾ ਇਤਿਹਾਸ ਸਿਰਜਿਆ। ਪਰ ਜਦੋਂ ਭਾਈ ਹਰਜਿੰਦਰ ਦਿਓਲ ਸਾਹਿਬ, ਤੁਹਾਡੀ ਲਾਈਨ ਕੱਟੀ ਗਈ। ਹਾਂਜੀ ਦਿਓਲ ਸਾਹਿਬ, ਸੌਰੀ। ਹਾਂਜੀ ਪਤਾ ਨਹੀਂ ਜੀ, ਲਾਈਨ ਕੱਟ ਹੋ ਗਈ। ਹਾਂਜੀ। ਉਹ ਮੇਰਾ ਕਹਿਣ ਤੋਂ ਭਾਵ ਹੈ ਵੀ ਜਦੋਂ ਮੈਂ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਹੋਣਾ ਦੀਆਂ ਚਿੱਠੀਆਂ ਪੜ੍ਹੀਆਂ, ਉਹਨਾਂ ਦੀਆਂ ਜੇਲ੍ਹ ਚਿੱਠੀਆਂ ਬਾਅਦ ਚੋਂ ਐਂਡ ਤੇ ਆ ਕੇ ਫਿਰ ਪਤਾ ਲੱਗਦਾ ਅਸਲ 'ਚ ਵੀ ਆਜ਼ਾਦੀ ਦਾ ਉਹ ਕਿਹੜੇ ਸੰਘਰਸ਼ ਲਈ ਲੜ ਰਿਹਾ। ਕਿਉਂਕਿ ਇੱਕ ਤਾਂ ਬੰਦਾ ਆਮ ਹੁਣ ਅੱਜ ਜਿੱਦਾਂ ਸੰਘਰਸ਼ ਚੱਲਦਾ, ਆਪਾਂ ਕਹਿੰਦੇ ਨੇ ਵੀ ਕਿਸਾਨ ਯੂਨੀਅਨਾਂ ਲੜ ਰਹੀਆਂ ਜਾਂ ਹੋਰ ਜੰਬੂ ਮੋਰਚੇ, ਮਤਲਬ ਕਹਿੰਦਾ ਇੱਕ ਬੰਦੇ ਕੋਲ ਵਿਜ਼ਨ ਵੀ ਹੁੰਦਾ। ਪਰ ਕਰਤਾਰ ਸਿੰਘ ਦਾ ਮੈਂ ਇਸ ਕਰਕੇ ਗੱਲ ਕਰਨੀ ਹੈ, ਮੈਨੂੰ ਤਾਂ ਜ਼ਰੂਰੀ ਪਈ ਕਿਉਂਕਿ ਅਸੀਂ ਸਾਡੇ ਲਈ ਸਾਰੇ ਸਤਿਕਾਰਦੇ ਆ। ਵੀ ਜਦੋਂ ਮੈਂ ਭਗਤ ਸਿੰਘ ਦਾ ਅੱਗੇ ਕਾਫੀ ਉਹਨੂੰ ਪੜ੍ਹਿਆ ਜਾਣੀ ਕਿੱਦਾਂ, ਪਰ ਉਹਦੇ ਵਿੱਚੋਂ ਜਿੱਥੇ ਤੱਕ ਹੁਣ ਪਤਾ ਲੱਗਾ ਵੀ ਉਹ ਜਿੰਨਾ ਸਮਝ ਆਇਆ ਜਾਂ ਪੜ੍ਹਾਇਆ ਗਿਆ ਸਾਨੂੰ, ਉਹ ਇੱਕ ਇਕੱਲੀ ਆਰਥਿਕ ਆਜ਼ਾਦੀ ਤੱਕ ਸੀਮਿਤ ਸੀਗਾ। ਤੇ ਉਹ ਇਹ ਸੋਚਦੇ ਕਿ ਵੀ ਇਕੱਲੀਆਂ ਆਰਥਿਕ ਮਨੁੱਖ ਦੀਆਂ ਆਰਥਿਕ ਪ੍ਰੋਬਲਮਾਂ ਕਰਕੇ ਸਾਰਾ ਕੁਛ ਆ। ਮਸਲੇ ਆ ਵੀ ਇਹ ਜਦੋਂ ਆਰਥਿਕ ਸਮੱਸਿਆਵਾਂ ਹੱਲ ਹੋ ਗਈਆਂ ਤਾਂ ਬੰਦੇ ਨੇ ਉਹਦੀਆਂ ਸਾਰੀਆਂ, ਜਿੱਦਾਂ ਇੱਥੇ ਵੀ ਆਪਾਂ ਸਾਰੇ ਆਰਥਿਕਤਾ ਦੇ ਚੱਕਰਾਂ 'ਚ ਪਏ। ਪਰ ਕਰਤਾਰ ਸਿੰਘ ਸਰਾਭਾ ਦੀ ਜਿਹੜੀ ਆਜ਼ਾਦੀ ਦਾ ਵਿਜ਼ਨ ਹੈ, ਇਹ ਕੁਛ ਡਿਫਰੈਂਟ ਸੀਗਾ, ਇਹ ਸਮੁੱਚਤਾ ਵਿੱਚ ਸੀਗਾ ਜਿੰਨਾ ਵੀ ਆ। ਉਹਨਾਂ ਨੇ ਕਿਉਂਕਿ ਇੱਧਰ ਅਮਰੀਕਾ ਦੇ ਫੈਡਰਲ ਢਾਂਚੇ ਨੂੰ ਵੀ ਮੰਨ ਲਓ ਸਟੱਡੀ ਕੀਤਾ ਛੋਟੀ ਜਿਹੀ ਉਮਰ ਦੇ ਵਿੱਚ। ਬੜੀ ਹੈਰਾਨੀ ਦੀ ਗੱਲ ਆਉਂਦੀ ਹੈ ਕਿਉਂਕਿ ਉਹਨਾਂ ਦੀਆਂ ਚੀਜ਼ਾਂ ਤੋਂ, ਉਹਨਾਂ ਦੀ ਲਿਖਤਾਂ ਤੋਂ ਇਹ ਸਮਝ ਆਉਂਦੀ ਆ। ਫਿਰ ਉਹ ਜਿਹੜੀ ਸਿੱਖ ਸੱਭਿਆਚਾਰ 'ਚੋਂ ਆਜ਼ਾਦੀ ਆਉਂਦੀ ਆਪਣੀ ਧਰਤੀ ਤੋਂ, ਉਸ ਆਜ਼ਾਦੀ ਤੋਂ ਵੀ ਅਲੱਗ ਨਹੀਂ ਹੈਗੇ। ਉਹ ਇੱਕ ਆਰਥਿਕ ਆਜ਼ਾਦੀ ਤੋਂ ਵੀ ਅਗਾਂਹ ਜਾ ਕੇ ਮੰਨ ਲਓ ਜਿਹੜੀ ਸਮੁੱਚਤਾ, ਵੱਖ-ਵੱਖ ਭਾਈਚਾਰਿਆਂ, ਵੰਨ ਸਵੰਤਾ ਵਾਲੇ ਕਿਉਂ, ਕਿੱਦਾਂ ਅਸੀਂ ਰਹਿਣਾ, ਕਿੱਦਾਂ ਦਾ ਸਟਰਕਚਰ ਬਣਨਾ ਜਦੋਂ ਅਸੀਂ ਮੰਨ ਲਓ ਬ੍ਰਿਟਿਸ਼ ਤੋਂ ਆਜ਼ਾਦ ਹੋਣਾ, ਉਹ ਸਾਰੇ ਇੱਕ ਵਿਜ਼ਨ ਨੂੰ ਲੈ ਕੇ ਤੁਰਦਾ। ਤੇ ਉਹਦੇ ਮੁਕਾਬਲੇ ਜਦੋਂ ਮੈਂ ਭਗਤ ਸਿੰਘ ਦਾ ਵਿਜ਼ਨ ਜਦੋਂ ਮੈਂ ਦੇਖਦਾ, ਸੌਰੀ ਟੂ ਸੇ, ਮੈਂ ਇਹ ਨਹੀਂ ਕਹਿੰਦਾ ਵੀ, ਪਰ ਉਹ ਬੜਾ ਇੱਕ ਲਿਮਟਡ ਜਿਹੇ ਦਾਇਰੇ 'ਚ ਆ। ਉਹਦੇ ਵਿੱਚੋਂ ਅੱਜ ਵਾਲਾ ਹੀ ਭਾਰਤ ਜਾਂ ਪੰਜਾਬ ਹੀ ਨਿਕਲਣਾ ਸੀਗਾ ਕਿਉਂਕਿ ਉਹ ਤੁਹਾਡਾ ਮਸਲਾ, ਉਹ ਤੁਸੀਂ ਜੋ ਪਦਾਰਥਵਾਦੀ ਮਟੀਰੀਅਲਿਸਟ ਆਜ਼ਾਦੀ ਵੱਲੋਂ ਜਾਓਗੇ ਤਾਂ ਉਹਦੇ ਵਿੱਚ ਇਹੀ ਚੀਜ਼ਾਂ ਸੰਸਾਰ ਪੱਧਰ 'ਚ ਨਿਕਲਦੀਆਂ। ਮੇਰਾ ਕਹਿਣ ਤੋਂ ਭਾਵ ਵੀ ਕੰਪੈਰੀਜ਼ਨ ਕਰਕੇ ਕਿਸੇ ਨੂੰ ਛੋਟਾ ਵੱਡਾ ਨਹੀਂ ਕਰਨਾ ਹੈਗਾ, ਪਰ
ਉਹ ਇੱਕ ਵਿਜ਼ਨ ਦੇ ਵਿੱਚੋਂ ਬਹੁਤ ਜ਼ਿਆਦਾ ਆਪਾਂ ਕਹਿੰਦੇ ਸਾਨੂੰ ਭਗਤ ਸਿੰਘ ਦੀ ਵਿਚਾਰਧਾਰਾ ਤੇ ਚੱਲਣਾ ਚਾਹੀਦਾ ਜਾਂ ਕਰਤਾਰ ਸਿੰਘ ਦੀ, ਪਰ ਉਹ ਹਰ ਇੱਕ ਬੰਦੇ ਦਾ ਇੱਕ ਵਿਜ਼ਨ ਹੁੰਦਾ। ਮੇਰਾ ਹੁਣ ਮੇਰੇ ਨਾਲ 10-20 ਬੰਦੇ ਤੁਰ ਰਹੇ ਜਾਂ ਮੈਂ 10-20 ਨਾਲ ਤੁਰਾਂ, ਪਰ ਮੇਰੇ ਕੋਲ ਜਿਹੜਾ ਵਿਜ਼ਨ ਹੈ ਮੇਰਾ ਆਪਣਾ ਇੱਕ ਸੈੱਟ ਹੋਇਆ ਹੁੰਦਾ ਵੀ ਮੈਂ ਕਿੱਦਾਂ ਦੀ ਆਜ਼ਾਦੀ ਚਾਹੁੰਦਾ। ਮੇਰਾ ਕਹਿਣ ਦਾ ਮਤਲਬ ਇਹ ਆ ਵੀ ਇਹਦੇ ਵਿੱਚ ਕਿਸੇ ਦਾ ਕੰਪੈਰੀਜ਼ਨ ਕਰਨਾ ਨਹੀਂ ਹੈਗਾ। ਤੇ ਕਰਤਾਰ ਸਿੰਘ ਉਹ ਸ਼ਖਸੀਅਤ ਸੀਗੀ ਜਿਹੜੀ ਉਮਰ 'ਚ ਬਹੁਤ ਛੋਟੀ ਸੀਗੀ, ਜਿਹਨੂੰ ਭਾਈ ਰਣਧੀਰ ਸਿੰਘ ਉਹਨਾਂ ਦੇ ਬਾਪ ਦੇ ਬਰਾਬਰ ਸੀਗੇ, ਪਰ ਉਹਨਾਂ ਨੂੰ ਵੀਰ ਕਰਤਾਰ ਸਿੰਘ ਕਰਕੇ ਸੰਬੋਧਨ ਕਰਦੇ ਸੀਗੇ ਜਾਂ ਛੋਟੇ ਜਾਂ ਕਾਕਿਆ ਕਰਕੇ ਨਹੀਂ। ਹੁਣ ਸੋਹਣ ਸਿੰਘ ਹੋਣੀ, ਬਾਬਾ ਸੋਹਣ ਸਿੰਘ ਭਕਨਾ ਹੋਣੀ ਵੀ ਵੱਡੇ ਗੇ, ਉਹ ਉਹਨਾਂ ਨੂੰ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਦੇ ਗੇ, ਕਿਉਂਕਿ ਇੱਕ ਲਿਆਕਤ ਜਿਹੜੀ ਹੁੰਦੀ ਵਿਅਕਤੀ ਦੀ ਹੁੰਦੀ ਹੈ, ਉਹਦੇ ਸੰਬੋਧਨ ਵਿੱਚੋਂ ਹੀ ਮੰਨ ਲਓ ਪਤਾ ਲੱਗ ਜਾਂਦਾ ਵੀ ਕੋਈ ਵੱਡਾ ਬੰਦਾ ਮੰਨ ਲਓ ਕਿੰਨਾ ਕੁ ਉਹ ਸਿਆਣਾ ਜਾਂ ਉਹਦੀ ਕਿੰਨੀ ਇਹ ਮੰਨ ਲਓ ਅਕਲ ਦਾ ਮਾਲਕ ਜਾਂ ਕਿੰਨੀ ਕੁ ਬਖਸ਼ਿਸ਼ ਹੈ ਪਰਮਾਤਮਾ ਵੱਲੋਂ। ਤਾਂ ਮੈਂ ਇਹ ਕਹਿੰਦਾ ਵੀ ਹਾਂਜੀ ਸਾਹਿਬ ਇੱਕ ਗੱਲ ਜਿਹੜੀ ਕਿਉਂਕਿ ਆਪਾਂ ਪਿਛਲੇ 10 ਸਾਲਾਂ ਤੋਂ ਉਹਨਾਂ ਦੇ ਬਾਰੇ ਪੜ੍ਹਨਾ ਸੁਣਨਾ ਸ਼ੁਰੂ ਕੀਤਾ ਇੱਕ ਅਲੱਗ ਤਰੀਕੇ ਨਾਲ, ਇਹ ਕਾਰਨ ਕੀ ਹੋਇਆ ਕਿ ਉਹਨਾਂ ਨੂੰ ਬਹੁਤ ਪਿੱਛੇ ਰੱਖਿਆ ਗਿਆ? ਇਹਦੇ ਵਿੱਚ ਜਿਹੜੀ ਬਦਖੋਈ ਹੋਈ ਆ ਉਹਨਾਂ ਨੂੰ, ਇਹਦੇ ਬਾਰੇ ਕੀ ਸੋਚਦੇ ਹੋ? ਦੇਖੋ ਇਹ ਗੱਲ ਸਾਹਿਬ ਜਿਹੜੀ ਦੁਨੀਆ ਦੇ ਉੱਤੇ ਵੱਖ-ਵੱਖ ਚੱਲਦੇ ਹੁੰਦੇ ਆ, ਸਟਰਗਲ ਚੱਲਦੀਆਂ ਹੁੰਦੀਆਂ, ਉਹਨਾਂ ਦੇ ਵਿੱਚ ਵੱਖ-ਵੱਖ ਵਿਚਾਰਧਾਰਾਵਾਂ ਵੀ ਚੱਲਦੀਆਂ ਹੁੰਦੀਆਂ। ਹੁਣ ਜਿਹੜੀ ਇੰਡੀਆ ਦੇ ਵਿੱਚ ਖਾਸ ਕਰਕੇ ਸਟਰਗਲ ਆ, ਉਹ ਪਹਿਲਾਂ ਜਿਹੜਾ ਸੈਕੂਲਰ ਇੰਡੀਆ ਜਦੋਂ ਬਣਿਆ ਗਿਆ ਉਹਦੇ ਵਿੱਚ ਜੋ ਮੰਨ ਲਓ ਇੱਕ ਲੈਫਟ ਦਾ ਰੱਖਿਆ ਰਿਹਾ ਵਿਚਾਰ ਉਹਨਾਂ ਦਾ, ਕਿਉਂਕਿ ਤੁਸੀਂ ਆਮ ਵੀ ਦੇਖੋਗੇ ਅੱਜ ਵੀ ਆ ਕਰਤਾਰ ਸਿੰਘ ਸਰਾਭਾ, ਮੈਂ ਇਸ ਕਰਕੇ ਨਹੀਂ ਕਹਿੰਦਾ ਵਿੱਚ ਕੋਈ ਸਾਨੂੰ ਅਸੀਂ ਸਿੱਖੀ ਨਾਲ ਵੱਧ ਪਿਆਰ ਕਰਕੇ ਨਹੀਂ, ਪਰ ਇੱਕ ਗੱਲ ਹੁੰਦੀ ਆ ਵੀ ਕਿਸੇ ਸੱਭਿਆਚਾਰ ਦੀ ਆਪਣੀ ਇੱਕ ਮੰਨ ਲਓ ਉਹਦੀ ਆਪਣੀ ਇੱਕ ਪਹਿਚਾਣ ਹੁੰਦੀ, ਉਹਦਾ ਆਪਣਾ ਇੱਕ ਮਾਹੌਲ ਹੁੰਦਾ, ਉਹ ਦੂਜਿਆਂ ਨੂੰ ਕਿੱਦਾਂ ਦੇਖਦਾ ਆ। ਪਰ ਉਹ ਕਰਤਾਰ ਸਿੰਘ ਸਰਾਭਾ ਦੀਆਂ ਪਿਕਚਰਾਂ ਕੋਈ ਮੋਨੀਆਂ ਪਾ ਕੇ ਖੁਸ਼ ਆ, ਕੋਈ ਭਗਤ ਸਿੰਘ ਦੀਆਂ, ਉਹ ਜਿਹੜਾ ਸੈਕੂਲਰ ਪ੍ਰਬੰਧ ਜਿਹੜਾ ਮਟੀਰੀਅਲਿਸਟ ਉਹ ਉਸੇ ਤਰ੍ਹਾਂ ਦਾ ਅਡੋਪਟ ਕਰ ਲਿਆ ਗਿਆ ਵੈਸਟ ਵਿੱਚੋਂ, ਜਿੱਦਾਂ ਦਾ ਵੈਸਟ ਵਾਲਿਆਂ ਦੀ ਅਸੀਂ ਪੜ੍ਹਾਈ ਪੜ੍ਹੀ ਆ। ਹੁਣ ਉਹਦੇ ਵਿੱਚ ਅਸੀਂ ਵੀ ਇਹਦੇ ਵਿੱਚ ਏਦਾਂ ਸੀਗੇ, ਉਹ ਲਗਾਤਾਰ ਕਰਤਾਰ ਸਿੰਘ ਉਹਦੇ ਵਿੱਚ ਕਿਤੇ ਫਿੱਟ ਨਹੀਂ ਰਹਿੰਦਾ। ਸਮੱਸਿਆ ਇਹ ਸੀਗੀ ਉਹ ਕਰਤਾਰ ਸਿੰਘ ਜਾਂ ਗਦਰੀ ਬਾਬੇ ਉਸ ਕਲਚਰ 'ਚ ਨਹੀਂ ਫਿੱਟ ਰਹਿੰਦੇ, ਉੱਥੇ ਭਗਤ ਸਿੰਘ ਫਿੱਟ ਰਹਿੰਦਾ, ਕਿਉਂਕਿ ਭਗਤ ਸਿੰਘ ਦੀ ਜਿਹੜੀ ਆਜ਼ਾਦੀ ਉਹ ਤੁਹਾਨੂੰ ਮੈਂ ਦੱਸੀ ਵੀ ਮਟੀਰੀਅਲਿਸਟ ਆਜ਼ਾਦੀ ਵੱਲੋਂ ਆ, ਉਹ ਫਿਰ ਉੱਦਾਂ ਦੇ ਫਿਰ ਨਾਇਕਾਂ ਨੂੰ ਉਹਨਾਂ ਨੂੰ ਚੱਕਣਾ ਮਜਬੂਰੀ ਬਣ ਜਾਂਦੀ। ਉੱਦਾਂ ਵੀ ਤੁਸੀਂ ਦੇਖੋ ਵੀ ਈਵਨ ਭਗਤ ਸਿੰਘ ਵੀ ਪਹਿਲਾਂ 1984 ਤੋਂ ਪਹਿਲਾਂ ਕੋਈ ਐਡਾ ਵੱਡਾ ਨਾਇਕ ਨਹੀਂ ਬਣਾ ਕੇ ਪੇਸ਼ ਕੀਤਾ। ਇਹ ਜਦੋਂ 1984 ਵੇਲੇ ਸਾਰਾ ਕੁਛ ਸਾਡੇ ਮੰਨ ਲਓ ਸਿੱਖ ਸਟਰਗਲ ਜਿਹੜੀ ਚੱਲੀ ਆ, ਉਸ ਤੋਂ ਬਾਅਦ ਇਹਨਾਂ ਨੂੰ ਉਹ ਨਾਇਕ ਜਦੋਂ ਥੋੜਾ ਬਹੁਤ ਕਰਤਾਰ ਸਿੰਘ ਦਾ ਜਦੋਂ ਭਗਤ ਸਿੰਘ ਵੱਡੇ ਤੌਰ ਤੇ ਜਾਂ ਉਦਮ ਸਿੰਘ ਇਹਨਾਂ ਨੂੰ ਮਜਬੂਰੀ ਬਣ ਗਈ ਪਈ ਭਾਰਤ ਆਜ਼ਾਦੀ ਲਈ ਜਿਹੜੇ ਬਣੇ ਆ ਉਹ ਨਾਇਕ ਲੋਕਾਂ ਦੇ ਵੱਡੇ ਨਾਇਕ ਬਣ, ਨਾ ਕਿ ਜਿਹੜੇ ਹੁਣ ਰੀਸੈਂਟਲੀ ਜਿਹੜੇ ਸੰਘਰਸ਼ ਚੱਲਦੇ ਇਹਨਾਂ ਵਿੱਚੋਂ ਵੱਡੇ ਨਾਇਕ ਨਿਕਲਣ। ਇਹ ਇੱਕ ਬਹੁਤ ਵੱਡੀ ਸਮੱਸਿਆ ਹੈਗੀ, ਪਰ ਸਾਨੂੰ ਇਤਿਹਾਸਕ ਲਗਾਤਾਰਤਾ 'ਚ ਦੇਖਣਾ ਪੈਣਾ। ਇਹ ਕੋਈ ਕਰਤਾਰ ਸਿੰਘ ਦੇ ਨਾਲ ਜੁੜਿਆ ਵਿਸ਼ਾ ਵੀ ਹੈ ਨਹੀਂ, ਇਹ ਪਿੱਛੋਂ ਹੀ ਆਜ਼ਾਦੀ ਗੁਰੂ ਨਾਨਕ ਪਾਤਸ਼ਾਹ ਦੇ ਤੋਂ ਸਟਰਗਲ ਤੋਂ ਮੰਨ ਲਓ ਉਸ ਧਰਤੀ ਦੇ ਉੱਤੇ ਜਿਹੜਾ ਇੱਕ ਇਨਕਲਾਬ ਰੂਹਾਨੀ ਚੱਲਿਆ ਆਉਂਦਾ, ਉਹਦੇ ਵਿੱਚੋਂ ਹੀ ਚੀਜ਼ਾਂ ਲਗਾਤਾਰਤਾ ਦੇ ਵਿੱਚ ਤੁਰੀਆਂ ਆਉਂਦੀਆਂ, ਕੋਈ ਉਹਦੇ ਵਿੱਚੋਂ ਹੀ ਲੋਕਾਂ ਦੇ ਵਿਜ਼ਨ ਨਿਕਲ ਰਹੇ ਆ। ਤੇ ਸਾਡੀ ਜਿਹੜੀ ਆਜ਼ਾਦੀ ਆ ਜਾਂ ਕਰਤਾਰ ਸਿੰਘ ਦੀ ਆਜ਼ਾਦੀ, ਇਹ ਕੋਈ ਇੱਕ ਖਿੱਤੇ ਦੀ ਆਜ਼ਾਦੀ ਤੱਕ ਸੀਮਿਤ ਨਹੀਂ, ਇਹ ਇੱਕ ਸੰਪੂਰਨ ਬਨਸਵੰਤਾ। ਉਹ ਉੱਥੇ ਕਰਤਾਰ ਸਿੰਘ ਉਹ ਸਟੇਟ ਇੰਡੀਅਨ ਸਟੇਟ ਦੇ ਵਿੱਚ ਕਦੇ ਫਿੱਟ ਨਹੀਂ ਬਹਿਣਾ, ਉਹ ਉਦੋਂ ਹੀ ਫਿੱਟ ਬੈਠੂਗਾ ਜਦੋਂ ਉਹਨੂੰ ਕੇਵਲ ਤੇ ਕੇਵਲ ਮੰਨ ਲਓ ਭਾਰਤ ਦੀ ਆਜ਼ਾਦੀ ਤੱਕ ਸੀਮਿਤ ਕੀਤਾ ਜਾਊਗਾ ਜਾਂ ਉਹਨੂੰ ਇੱਕ ਮਟੀਰੀਅਲਿਸਟ ਆਜ਼ਾਦੀ ਤੱਕ ਸੀਮਿਤ ਕੀਤਾ ਜਾਊਗਾ। ਜਦੋਂ ਉਹਦੇ ਨਾਲ ਸਿੱਖ ਵੈਲਿਊਜ਼ ਜੁੜੂਗੀਆਂ ਉਹ ਉੱਥੇ ਕਦੇ ਨਹੀਂ ਫਿੱਟ ਆਉਣਾ। ਈਵਨ ਜੇ ਭਗਤ ਸਿੰਘ ਨੂੰ ਵੀ ਤੁਸੀਂ ਉਹਦੇ ਵਿੱਚ ਫਿੱਟ ਕਰੋਗੇ, ਉਹਨਾਂ ਨੇ ਭਗਤ ਸਿੰਘ ਵੀ ਖਲਨਾਇਕ ਬਣ ਜਾਣਾ। ਭਗਤ ਸਿੰਘ ਨੂੰ ਬਹੁਤ ਗਿਣਤੀ ਲੋਕ ਇਸ ਕਰਕੇ ਪਸੰਦ ਕਰਦੇ ਆ ਕਿਉਂਕਿ ਉਹਨਾਂ ਨੇ ਉਹ ਸਿਰਫ ਉਹਨਾਂ ਨੂੰ ਇੱਕ ਸ਼ਹੀਦ ਦੇ ਤੌਰ ਤੇ ਜਾਣਦੇ ਆ। ਉਹ ਜਦੋਂ ਤੁਸੀਂ ਪੜੋਗੇ ਕਿਸੇ ਨੂੰ, ਹੁਣ ਆਪਾਂ ਤਰੀਕਾਂ ਨੂੰ ਰੱਟੇ ਲਾ ਲੈਂਦੇ ਆ ਵੀ ਕਿੰਨੀ ਤਰੀਕ ਨੂੰ ਕੋਈ ਸ਼ਹੀਦ ਹੋਇਆ, ਕਿੰਨੀ ਨੂੰ ਜੰਮਿਆ ਜਾਂ ਕਿੱਥੇ, ਇਹ ਅਲੱਗ ਵਿਸ਼ਾ ਆ। ਪਰ ਉਹਨਾਂ ਦਾ ਇੱਕ ਬੰਦੇ ਦਾ ਵਿਜ਼ਨ ਵੀ ਹੁੰਦਾ, ਜਿੱਦਾਂ ਆਪਾਂ ਗੁਰਪੁਰਬ ਜਾਂ ਆਪਣਾ ਸਿੱਖ ਇਤਿਹਾਸ ਬਣਾਉਂਦੇ, ਉਹਦੇ ਪਿੱਛੇ ਇੱਕ ਵਿਜ਼ਨਰੀ ਜਿਹੜੀ ਸੋਚ ਹੁੰਦੀ ਹੈ। ਜਦੋਂ ਉਹ ਸਮਝਣੀ ਆ, ਉਹਨਾਂ ਦਾ ਤਰੀਕਾਂ ਵਗੈਰਾ ਤੋਂ ਉੱਪਰ ਉੱਠ ਕੇ ਚੀਜ਼ਾਂ ਸਮਝੀਆਂ ਜਾਣੀਆਂ ਪੈਂਦੀਆਂ ਵੀ ਅਸਲ 'ਚ ਉਹ ਚੀਜ਼ਾਂ ਦੇ ਪਿੱਛੇ ਮਕਸਦ ਕੀ ਸੀਗਾ। ਜੇ ਆਪਾਂ ਹੁਣ ਸਿੱਖ ਸੰਘਰਸ਼ ਆਪਾਂ ਜੂਨ ਦਾ ਘੱਲੂਘਾਰਾ ਨਵੰਬਰ ਦਾ ਕਰ ਲੈਂਦੇ, ਪਰ ਉਹ ਇੱਕ ਤਰੀਕਾ ਆ, ਉਹ ਡੇਟਾ ਨੂੰ ਯਾਦ ਕਰ ਲਿਆ, ਪਰ ਉਹ ਉਹਨਾਂ ਦੇ ਇੱਕ ਪਿੱਛੇ ਵੀ ਵਿਵਹਾਰ ਕਿਉਂ ਆਏ ਆ, ਉਸ ਧਰਤੀ ਤੇ ਹੀ ਕਿਉਂ ਆਏ ਆ, ਜਾਂ ਅੱਜ ਜਿਹੜਾ ਸੰਘਰਸ਼ ਚੱਲ ਰਿਹਾ ਉਹ ਕਿਉਂ ਆਇਆ। ਜੇ ਉਹਨਾਂ ਨੂੰ ਚੀਜ਼ਾਂ ਨੂੰ ਮੇਰੇ ਖਿਆਲ ਨਾਲ ਸਮਝਾਂਗੇ, ਫਿਰ ਇਹ ਸਾਰੇ ਆਪਣੇ ਸ਼ਹੀਦਾਂ ਦੇ ਵੀ ਇਹਨਾਂ ਦੇ ਜੋ ਇਹਨਾਂ ਦੇ ਵਿਜ਼ਨ ਸੀਗੇ ਉਹ ਵੀ ਸਮਝ ਆਉਣੇ ਆ। ਤੇ ਜੇ ਇਸ ਤਰੀਕੇ ਨਾਲ ਸਮਝੀਏ ਤਾਂ ਵੱਖਰੀ ਗੱਲ ਆ। ਹਾਂ, ਕਿਸੇ ਨੂੰ ਮਾੜਾ ਚੰਗਾ ਨਹੀਂ ਮੈਂ ਕਹਿੰਦਾ ਵੀ ਕੋਈ ਸ਼ਹੀਦ, ਸਾਰੇ ਸਤਿਕਾਰ ਦੇ, ਕਿਉਂਕਿ ਹਰ ਇੱਕ ਬੰਦੇ ਦੀ ਇੱਕ ਸਮਰੱਥਾ ਹੁੰਦੀ ਚੀਜ਼ਾਂ ਨੂੰ ਸਮਝਣ ਦੀ, ਮਾਹੌਲ ਨੂੰ ਸਮਝਣ ਦੀ। ਤੇ ਕਰਤਾਰ ਸਿੰਘ ਜਿਹੜਾ ਉਸ ਮਾਹੌਲ ਨੂੰ ਸਮਝਿਆ, ਉਹ ਮੇਰੇ ਖਿਆਲ ਨਾਲ ਉਹ ਸਮੇਂ ਦਾ ਸਭ ਤੋਂ ਵੱਡੇ ਸ਼ਹੀਦਾਂ ਜੋ ਗਿਣਿਆ ਜਾਵੇ ਉਹ ਆ। ਈਵਨ ਸ਼ਹੀਦ ਦੇ ਆਜ਼ਮ ਆਪਾਂ ਭਗਤ ਸਿੰਘ ਨੂੰ ਕਹਿਣ ਲੱਗੇ, ਆਪਣੇ ਆਪ 'ਚ ਸਹੀ ਗੱਲ ਨਹੀਂ ਕਿ ਜਿਹੜਾ ਆਜ਼ਮ ਹੁੰਦਾ ਸਾਡੇ ਉਹ ਸਰਤਾਜ ਸ਼ਹੀਦਾਂ ਦਾ ਗੁਰੂ ਅਰਜਨ ਪਾਤਸ਼ਾਹ ਨੂੰ ਕਹਿਤਾ ਉਸ ਧਰਤੀ 'ਤੇ, ਉਸ ਤੋਂ ਬਾਅਦ ਕੋਈ ਆਜ਼ਮ ਬਣੇ ਨਹੀਂ ਸਕਦਾ। ਅਸੀਂ ਕਰਤਾਰ ਸਿੰਘ ਨੂੰ ਵੀ ਨਹੀਂ ਆਜ਼ਮ ਕਹਿ ਸਕਦੇ। ਆਜ਼ਮ ਦਾ ਮਤਲਬ ਹੁੰਦਾ ਵੀ ਜਿਹੜਾ ਸਰਦਾਰ ਜਾਂ ਉਹ ਪਰ ਇੱਕ ਸੋਚ ਲਓ ਧੱਕੇ ਨਾਲ ਇਹ ਚੀਜ਼ਾਂ ਇੱਕ ਪੈਰਲਲ ਖੜੀਆਂ ਕਰ ਦਿੱਤੀਆਂ ਗਈਆਂ ਤੇ ਤੁਸੀਂ ਉਹ ਚੀਜ਼ਾਂ ਨੂੰ ਆਪਣੀਆਂ ਨੂੰ ਜਿਹੜੀਆਂ ਤੁਹਾਡੀਆਂ ਵੈਲਿਊਜ਼ ਉਹਨੂੰ ਛੋਟਾ ਕਰ ਦਿੱਤਾ ਜਾਵੇ, ਉਹਦੇ ਬਰਾਬਰ ਇੱਕ ਤੁਹਾਡੇ ਹੀ ਨਾਇਕਾਂ ਨੂੰ
ਹੋਰ ਤਰੀਕੇ ਪੇਸ਼ ਕਰ ਦਿੱਤਾ ਜਾਵੇ। ਤੇ ਮੇਰੇ ਖਿਆਲ ਨਾਲ ਇਹ ਤੇ ਇਹਨਾਂ ਦੇ ਜਨਮ ਦਿਨਾਂ ਦੀਆਂ ਤਰੀਕਾਂ ਦੇ ਨਾਲ ਨਾਲ ਸਾਨੂੰ ਇਹਨਾਂ ਦੇ ਵਿਜ਼ਨ ਕਿਹੜੇ ਸੀਗੇ, ਉਹ ਕਿਹੜੇ ਸੰਕਲਪ ਨੂੰ ਲੈ ਕੇ, ਆਜ਼ਾਦੀ ਕਿੱਦਾਂ ਦੀ, ਜੇ ਇੱਧਰ ਧਿਆਨ ਦੇਵਾਂਗੇ ਤਾਂ ਫਿਰ ਮੰਨ ਲਓ ਪਤਾ ਲੱਗਦਾ ਵੀ ਕਿਹੜਾ ਬੰਦਾ ਕਿੱਥੇ ਤੱਕ ਸਮੁੱਚਤਾ ਸੰਪੂਰਨ ਸੀਗਾ। ਧੰਨਵਾਦ। ਧੰਨਵਾਦ ਦਿਓਲ ਸਾਹਿਬ। ਸਰ ਬਲਵਿੰਦਰ ਸਿੰਘ ਗਿੱਲ ਜੀ, ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਹਾਂਜੀ, ਮੈਂ ਸਰਾਭਾ ਨਗਰ ਤੋਂ ਤਕਰੀਬਨ 10 ਕਿਲੋਮੀਟਰ ਤੇ ਰਹਿੰਦੇ ਆ, ਸਾਡਾ ਪਿੰਡ ਹੈ। ਤੇ ਇੰਨਾ ਫਰਕ ਕਰਤਾਰ ਸਿੰਘ ਨਾਲ ਰੱਖਿਆ ਗਿਆ ਤੇ ਹੋ ਰਿਹਾ ਅੱਜ ਵੀ, ਤੇ ਤੁਸੀਂ ਤੁਹਾਡੇ ਸਾਹਮਣੇ ਆ ਜੀ ਜੀ। ਤੇ ਅੱਜ ਵੀ ਉਹਨਾਂ ਦੀ ਕਿਤੇ ਫੋਟੋ ਨਹੀਂ ਮਿਲ ਰਹੀ, ਪੁੱਛ ਲਓ ਕਿਤੋਂ ਜੇ ਫੋਟੋ ਮਿਲ ਜੇ। ਤੇ ਮੈਂ ਆਪ ਜਾ ਕੇ ਉਹਨਾਂ ਦੇ ਪਿੰਡ ਪਤਾ ਕੀਤਾ, ਮੈਂ ਫੋਟੋ, ਫਿਰ ਹਸਪੀਟਲ ਗਿਆ, ਉੱਥੇ ਕਹਿੰਦੇ ਜੀ ਆਹ ਹਸਪੀਟਲ ਲੱਗੀ ਆ, ਇੱਥੋਂ ਫੋਟੋ ਕਰ ਲਓ। ਆਹ ਹਾਲ ਹੈ ਕਰਤਾਰ ਸਿੰਘ ਬਾਰੇ। ਬਿਲਕੁਲ ਠੀਕ। ਹਾਂਜੀ, ਤੇ ਫਿਰ ਜਿਹੜੀਆਂ ਗੌਰਮੈਂਟਾਂ ਪੋਲੀਟੀਕਲ ਆ, ਤੁਹਾਨੂੰ ਪਤਾ ਉਹਨਾਂ ਦੇ ਪਿੰਡ ਜਾ ਕੇ ਕਿਵੇਂ ਡਰਾਮੇ ਕਰਦੀਆਂ ਇਲੈਕਸ਼ਨ ਵੇਲੇ, ਟੁਕੜੇ ਹੋਈਆਂ ਤੇ ਇਸ ਕਰਕੇ ਉਹਨਾਂ ਨੂੰ ਕਿਸੇ ਪਾਸੇ ਵੀ ਨਹੀਂ ਲਿਆ ਜਾਂਦਾ ਪੋਲੀਟੀਕਲੀ ਵੀ ਜੀ, ਸਿਰਫ ਪਿੰਡ ਕਰਕੇ, ਇਸ ਪਿੰਡ ਇਲਾਕੇ ਕਰਕੇ ਕਹਿ ਲਓ, ਕੁਛ ਕਹਿ ਲਓ। ਇੱਥੇ ਗਦਰੀ ਬਾਬਿਆਂ ਦਾ ਮੇਲਾ ਹੋਇਆ, ਐਪਸਪੋਰਟ ਕਰਾਇਆ, ਮੈਂ ਗਿਆ ਉੱਥੇ, ਫੋਟੋ ਹੀ ਨਹੀਂ ਉੱਥੇ ਕਰਤਾਰ ਸਿੰਘ ਦੀ। ਮੈਂ ਪੁੱਛਿਆ ਤਾਂ ਮੈਨੂੰ ਕਹਿੰਦੇ ਤੰਬੂ ਚ ਆਦੇ ਲਾਲ ਨਾਉਣ ਮੇਰੇ ਨਾਲ। ਵੀ ਪੁੱਛਦੇ ਕਿਉਂ, ਫੋਟੋ ਕਿਉਂ ਪੁੱਛਦੇ, ਕਿਉਂ ਨਹੀਂ ਲਾਈ? ਆਹ ਹਾਲ ਹੈ ਇੱਥੇ ਵੀ ਜਿਹੜੇ ਗਦਰੀ ਬਾਬਿਆਂ ਦਾ ਮੇਲਾ ਮਨਾਉਂਦੇ ਆ, ਇਹ ਤਾਂ ਦਿਖਾ ਰਹੇ ਫੋਟੋ ਲਾਈ ਸੀ ਕਰਤਾਰ ਸਿੰਘ ਦੀ ਇੱਥੇ। ਮੈਨੂੰ ਜਵਾਬ ਦੇਣ ਰੈਡੀ ਉੱਥੇ। ਥੈਂਕ ਯੂ ਗਿੱਲ ਸਾਹਿਬ। ਇਹਨੂੰ ਪੁੱਛਦਾ ਜਾ। ਬਿਲਕੁਲ ਠੀਕ ਆ ਤੁਹਾਡੀ ਗੱਲ। ਉਦਾਂ ਗਦਰੀ ਬਾਬਿਆਂ ਦਾ ਮੇਲਾ, ਮੋਢੀ ਜਿਹੜੇ ਹੈਗੇ ਕਰਤਾਰ ਸਿੰਘ, ਉਹਦੀ ਫੋਟੋ ਤੱਕ ਨਹੀਂ ਉੱਥੇ। ਆਹ ਹਾਲ ਇੱਥੇ ਦੇ ਲੋਕ ਮਨਾਉਣ ਵਾਲਿਆਂ ਦਾ ਵੀ ਹੈ। ਔਰ ਮੈਂ ਤੁਹਾਨੂੰ ਰੇਡੀਓ ਤੇ ਨਹੀਂ ਕਹਿੰਦਾ, ਉਹਨਾਂ ਨੂੰ ਜਾ ਕੇ ਵੀ ਪੁੱਛਦਾ, ਉੱਥੇ ਪੁੱਛਦਾ, ਸਵਾਲ ਕਰਨ ਤੇ ਔਰ ਉਹ ਜਵਾਬ ਇਹ ਹੁੰਦਾ ਵੀ ਲੜ ਲਓ ਸਾਡੇ ਨਾਲ ਅੱਜ। ਹਾਂ ਬਿਲਕੁਲ ਠੀਕ। ਮੇਰੇ ਨਾਲ ਹੋਈ ਆ ਇਹ ਗੱਲ। ਥੈਂਕ ਯੂ। ਬਿਲਕੁਲ, ਜਿਹੜਾ ਮੇਲਿਆਂ ਦੀ ਕਹਾਣੀ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਉੱਥੇ ਫਿੱਟ ਨਹੀਂ ਨਾ ਬਹਿੰਦਾ। ਉੱਥੇ ਤਾਂ ਗਾਉਣ ਵਾਲੇ ਆਉਣੇ ਨੇ, ਨਚਾਉਣੇ ਨੇ, ਤੇ 70% ਨੇ ਸ਼ਰਾਬ ਪੀ ਕੇ ਮੂਹਰੇ ਜਾ ਕੇ ਬਹਿਣਾ। ਜਿਹੋ ਜਿਹਾ ਸੁਣਨ ਵਾਲੇ ਨੇ, ਉਹ ਜਿਹੇ ਸੁਣਾਉਣ ਵਾਲੇ ਨੇ। ਉਹ ਤਾਂ ਸਭ ਨੂੰ ਹੀ ਪਤਾ ਵੀ ਉੱਥੇ ਮੇਲਿਆਂ 'ਚ ਕੀ ਹੁੰਦਾ, ਮੇਲਿਆਂ 'ਚੋਂ ਕੀ ਨਿਕਲਿਆ, ਤੇ ਉਹਨਾਂ ਮੇਲਿਆਂ ਦੇ ਵਿੱਚੋਂ ਗਾਂਹ ਕੀ ਨਿਕਲੂ। ਹੁਣ ਹੱਥ ਖੜੇ ਹੋ ਗਏ ਲੋਕ, ਜਿਉਂ ਅਵੇਅਰ ਹੋਣਗੇ, ਗਿੱਲ ਸਾਹਿਬ ਵਰਗੇ, ਦਿਓਲ ਸਾਹਿਬ ਵਰਗੇ, ਇਹ ਲੋਕ ਪੁੱਛਣਗੇ ਵੀ ਦੱਸੋ ਵੀ ਭਾਈ ਕੀ ਮਨਾਉਂਦੇ ਹੋ, ਇਹ ਕਿਹੜੇ ਮੇਲੇ ਨੇ ਤੁਹਾਡੇ। ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਜ਼ਿੰਦਗੀ ਜਿਹੜੀ, ਜਿਵੇਂ ਸਰਦਾਰ ਦਿਓਲ ਕਹਿ ਗਏ ਨੇ, ਤਰੀਕਾਂ ਤਾਂ ਉਹਨਾਂ ਦੀ ਯਾਦ ਦੀ ਗੱਲ, ਜਾਂ ਸ਼ਹੀਦ ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਦੀਆਂ ਜੇਲ੍ਹ ਚਿੱਠੀਆਂ ਦੇ ਵਿੱਚ ਉਹ ਰਾਸ਼ਟਰਪਤੀ ਨੂੰ ਕਹਿੰਦੇ ਤੂੰ ਕੀ ਕਰਦਾ ਹੈ, ਤੁਸੀਂ ਤਾਂ ਗੁਲਾਮ ਲੋਕ ਹੋ, ਤੁਹਾਡੇ ਪੱਲੇ ਕੱਖ ਨਹੀਂ। ਜੱਜ ਕਹਿੰਦਾ ਛੱਡ ਦਿੰਦਾ, ਨਾ ਨਾਅਰੇ ਲਾਇਓ। ਉਹ ਕਹਿੰਦਾ ਨਾ ਤੇ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਕੀ ਕਰ ਰਹੇ ਹੋ, ਤੁਸੀਂ ਤਾਂ ਖਤਮ ਲੋਕ ਹੋ, ਤੁਸੀਂ ਇਹਨੂੰ ਸਾਰਾ ਕੁਛ ਗਿਣੀ ਬੈਠੇ ਹੋ। ਅਸੀਂ ਪੈਰਾਂ ਥੱਲੇ ਲਤੜੀ ਹੋਈ ਹੈ, ਕੰਬਦੀ ਸੀ ਦੁਨੀਆ। ਅੱਜ ਹੁਣ ਇੱਥੇ ਦੇਖਿਆ, ਹੁਣ ਇੱਥੇ ਦੇਖਿਆ, ਹੁਣ ਇੱਥੇ ਦੇਖਿਆ। ਔਰ ਕਿਸੇ ਨਾਲ ਸਾਡਾ ਕਹਿੰਦੇ ਧਰੋ ਨਹੀਂ, ਕਿਸੇ ਨਾਲ ਸਾਡਾ ਬੈਰ ਨਹੀਂ, ਪਰ ਪਾਪੀ ਨੂੰ ਡੰਡ ਦਈਓ ਦੀ ਗੱਲ ਅਸੀਂ ਜ਼ਰੂਰ ਕਰਨੀ ਹੈ। ਸਾਡੇ ਨਾਲ ਵਾਅਦੇ ਕੀਤੇ ਨੇ, ਉਹ ਜਿਹੜੇ ਵਾਅਦੇ ਕੀਤੇ ਨੇ ਉਹਨਾਂ ਨੂੰ ਬਰਾਬਰ ਤੱਕ ਕਰਨਾ। ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਪਰਿਵਾਰ ਦੇ ਵਿੱਚੋਂ, ਬਹੁਤ ਵੈਲ ਆਫ ਪਰਿਵਾਰ ਦੇ ਵਿੱਚੋਂ ਜਿਹੜਾ ਬੱਚਾ 16 ਸਾਲ ਦੀ ਉਮਰ ਦੇ ਵਿੱਚ ਪੜ੍ਹਨ ਆ ਰਿਹਾ, ਤੁਸੀਂ ਇਹ ਦੇਖ ਲਓ ਵੀ ਕਿਹੋ ਜਿਹਾ ਪਰਿਵਾਰ ਹੋਏਗਾ। ਆ ਕੇ ਉੜੀਸਾ ਤੋਂ ਇੱਥੇ ਆ ਕੇ ਜਦ ਦੇਖਿਆ ਤਾਂ ਇਹੋ ਜਿਹੇ ਯੋਧਿਆਂ ਦਾ ਥਾਪੜਾ ਮਿਲਿਆ, ਜਿਹੜੇ ਭਾਈ ਸਾਹਿਬ ਕਹਿ ਕੇ ਆਪਣੇ ਪੋਤਿਆਂ ਵਰ ਹਾਣਦੇ ਨੂੰ ਭਾਈ ਸਾਹਿਬ ਕਹਿੰਦੇ ਸੀ। ਔਰ ਤਾਂ ਹੀ ਕਹਿਣਾ ਉਹਨਾਂ, ਕੈਲੀਫੋਰਨੀਆ ਦੀ ਉਸ ਧਰਤੀ ਹੈ ਜਿਹੜੀ ਸਟਾਕਟਨ, ਫ੍ਰੇਜ਼ਨੋ, ਸੈਕਰਾਮੈਂਟੋ ਤੇ ਸੈਨ ਫਰਾਂਸਿਸਕੋ, ਉਸ ਧਰਤੀ 'ਤੇ ਜਦ ਜਾਂਦੇ ਹੋ, ਸਟਾਕਟਨ ਦੇ ਵਿੱਚ ਯੋਧਿਆਂ ਨੂੰ ਵੇਖ ਕੇ ਆਇਆ ਕਰੋ, ਉਹਨਾਂ ਦੀ ਜਗ੍ਹਾ ਬਣੀਆਂ ਵੇਖ ਕੇ ਆਇਆ ਕਰੋ। ਤੇ ਉਹਨਾਂ ਨੂੰ ਨਾ, ਜਿਨ੍ਹਾਂ ਨੇ 4 ਮਹੀਨੇ ਅਖਬਾਰ 'ਤੇ ਝਰੀਟਾਂ ਮਾਰੀਆਂ, ਲਾਲੇ ਹਰਦਿਆਲ ਵਰਗੇ ਜੀ, ਉਹ ਗਦਰ ਪਾਰਟੀ ਦੀ ਰੂਹ ਸੀ, ਕੋਈ ਰੂਹ ਰਾਹ ਨਹੀਂ ਸੀ। ਪਹਿਲਾਂ ਵੀ ਬਾਬਾ ਸੋਹਣ ਸਿੰਘ ਭਕਨੇ ਨੇ ਕਿਹਾ ਵੀ ਇਹਨੇ 6 ਮਹੀਨੇ ਸਾਡਾ ਪੇਪਰ ਲੇਟ ਕਰਾਇਆ, ਉਹਦੇ ਬਾਅਦ ਜਿਉਂ ਭੱਜਿਆ, ਕਦੇ ਮੈਂ ਸੰਨਿਆਸ ਲੈਣਾ, ਮੈਂ ਕਦੇ ਕੁਛ ਲੈਣਾ, ਮੈਂ ਕਦੇ ਕੁਛ। ਪਰ ਯੋਧਿਆਂ ਨੇ ਦੇਖ ਲਿਆ ਵੀ ਹੁਣ ਮੁੜਨਾ ਪੈਣਾ, ਸਮਾਂ ਆ ਗਿਆ, ਜੰਗ ਲੱਗਣ ਜਾ ਰਹੀ ਹੈ, ਲੈ ਚਲੋ ਹਥਿਆਰ ਜਿਹੜਾ ਕੁਛ ਕਰ ਲਓ ਇਕੱਠਾ ਸਭ ਕੁਛ, ਤੇ ਚੱਲੀਏ ਦੇਸ਼ ਆਜ਼ਾਦ ਕਰਾਉਣ। ਹੁਣ ਦੇਸ਼ ਦਾ ਆਜ਼ਾਦੀ ਦਾ ਕੌਨਸੈਪਟ ਕੀ ਸੀ? ਉਹ ਕੌਨਸੈਪਟ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਰਬੱਤ ਦੇ ਭਲੇ ਦੇ ਵਿੱਚੋਂ ਨਿਕਲਣ ਵਾਲੀ ਜਿਹੜੀ ਆਜ਼ਾਦੀ ਸੀ, ਉਹ ਇੱਕ ਖਿੱਤੇ ਦੀ,
ਏਰੀਏ ਦੀ ਆਜ਼ਾਦੀ ਨਹੀਂ ਸੀ, ਸਰਬ ਲੋਕਾਂ ਦੀ ਆਜ਼ਾਦੀ ਸੀ। ਤੇ ਉੱਥੇ ਜਾ ਕੇ ਜਿਹੜਾ ਕੰਮ ਸ਼ਹੀਦ ਕਰਤਾਰ ਸਿੰਘ ਸਾਹਿਬ ਨੇ ਕੀਤਾ ਉਹ ਮੈਂ ਦੱਸ ਨਹੀਂ ਸਕਦਾ। ਜੇ ਤੁਸੀਂ ਸੁਣੋ YouTube ਤੇ ਉਹ ਜ਼ਰੂਰ ਅੱਜ ਉਹਨਾਂ ਦੀ ਜੀਵਨੀ, ਖਾਸ ਤੌਰ ਤੇ ਭਾਈ ਸਾਹਿਬ ਅਜਮੇਰ ਸਿੰਘ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਬਾਰੇ ਜਾਂ ਹੋਰ ਸਿੱਖ ਬੁੱਧੀਜੀਵੀਆਂ ਦੀਆਂ ਜਿਹੜੀਆਂ ਆਡੀਓ ਨੇ ਉਹ ਸੁਣਨ ਵਾਲੀਆਂ ਨੇ। ਤੁਹਾਨੂੰ ਪਤਾ ਲੱਗੂ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਕੌਣ ਸੀ। ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਆ ਇੱਕ, ਉਹ ਵੀ ਪੜ੍ਹਨ ਵਾਲੀ। ਇਹ ਸੀ ਜੀ ਅੱਜ ਦਾ ਹਰਜੀਤ ਸਿੰਘ ਗਿੱਲ ਸ਼ੋਅ ਤੁਹਾਡੇ ਲਈ। ਕੱਲ੍ਹ ਨੂੰ ਫੇਰ 9 ਵਜੇ ਗੁਰੂ ਪਾਤਸ਼ਾਹ ਕਿਰਪਾ ਰੱਖਣ ਤੁਹਾਡੀ ਸੇਵਾ 'ਚ ਹਾਜ਼ਰ ਹੋਣਾ। ਤੇ ਸਿਹਤ ਦਾ ਆਪਣੀ ਦਾ ਖਿਆਲ ਰੱਖਿਓ ਤੇ ਚੜ੍ਹਦੀ ਕਲਾ 'ਚ ਕੌਮ ਦੇ ਯੋਧਿਆਂ ਨੂੰ ਯਾਦ ਰੱਖਿਓ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬਾਰੇ ਅੱਜ ਪੜ੍ਹਿਓ ਜੇ ਪੜ੍ਹ ਸਕਦੇ ਹੋ, ਨਹੀਂ ਤਾਂ ਸੁਣਿਓ। ਰੱਬ ਰਾਖਾ।